ਸਤਨਾਮ ਸ਼੍ਰੀ ਵਾਹਿਗੁਰੂ ਜੀ। ਡੰਡੌਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ। ਡੋਲਣ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਤੂੰ ਬੇਅੰਤ ਕੋ ਵਿਰਲਾ ਜਾਣੈ, ਗੁਰ ਪ੍ਰਸਾਦ ਕੋ ਸ਼ਬਦ ਪਛਾਣੈ। ਸੇਵਕ ਕੀ ਅਰਦਾਸ ਪਿਆਰੇ, ਜਪ ਜੀਵਾ ਪ੍ਰਭ ਚਰਨ ਤੁਮਾਰੇ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਸ਼ਲੋਕ। ਨਿਰਗੁਣੀ ਯਾਰ ਏ ਆਨਿਆ, ਸੋ ਪ੍ਰਭ ਸਦਾ ਸੰਭਾਲ। ਜਿਨ ਕੀਆ ਤਿਸ ਚੀਤ ਰਖ, ਨਾਨਕ ਨਿਭੀ ਨਾਲ। ਨਿਰਗੁਣੀ ਯਾਰ ਏ ਆਨਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਵਾਜ, ਪਤਿਤ ਪਾਵਨ ਭਗਤ ਵਸ਼ਲ, ਕਿਰਪਾ ਦੇ ਖਜ਼ਾਨੇ ਦਾਤਾ। ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰਗੁਣ ਸਰੂਪ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਹਜ਼ੂਰ ਦੇ ਦਸਾਂ ਸਰੂਪਾਂ ਦੇ ਆਤਮਿਕ ਜੋਤ ਸਰੂਪ, ਸ਼ਬਦ ਅਵਤਾਰ, ਜੁਗੋ ਜੁਗ ਅਟਲ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਜੀ ਨਵਾਜੀ ਪਰਮ ਸਨਮਾਨਯੋਗ ਗੁਰੂ ਕਾ ਰੂਹ ਖਾਲਸਾ ਸਾਧ ਸੰਗਤ ਜੀਓ। ਸਤਿਗੁਰਾਂ ਦੀ ਪਰਮ ਕਿਰਪਾਲਤਾ ਦਾ ਸਦਕਾ ਹਜ਼ੂਰ ਦੀ ਪਾਵਨ ਪਵਿੱਤਰ ਸ਼੍ਰੀ ਮੁੱਖ ਵਾਕ ਅੰਮ੍ਰਿਤਮਈ ਬਾਣੀ ਦੀ ਲੜੀਵਾਰ ਵਿਚਾਰ ਆਰੰਭ ਹੋਈ ਹੈ। ਸਤਿਗੁਰਾਂ ਦੀ ਕਿਰਪਾ ਨਾਲ ਇਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਅੰਗ 266 ਉੱਪਰ ਪਹੁੰਚੀ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਸ਼ਾਹਕਾਰ ਬਾਣੀ, ਜਿਸ ਨੂੰ ਕਿਹਾ ਜਾਂਦਾ ਹੈ ਜਾਂ ਕਥਾ ਦਾ ਸਾਗਰ ਕਿਹਾ ਜਾਂਦਾ ਹੈ, ਜਿਸ ਦੀਆਂ 24 ਅਸ਼ਟਪਦੀਆਂ ਹਨ। ਇਸ ਦੀਆਂ 3 ਅਸ਼ਟਪਦੀਆਂ ਦੀ ਵਿਚਾਰ ਹੁਣ ਤੱਕ ਹੋ ਚੁੱਕੀ ਹੈ। ਹਰੇਕ ਅਸ਼ਟਪਦੀ ਦੇ ਨਾਲ ਸਤਿਗੁਰਾਂ ਨੇ ਪਹਿਲਾਂ ਸ਼ਲੋਕ ਉਚਾਰਨ ਕੀਤਾ ਹੈ। ਸ਼ਲੋਕ ਵਿੱਚ ਮੂਲ ਭਾਵ ਹੈ, ਅਸ਼ਟਪਦੀ ਵਿੱਚ ਉਸੇ ਸ਼ਲੋਕ ਦੀ ਵਿਆਖਿਆ ਹੈ। ਹਜ਼ੂਰ ਬਚਨ ਫਰਮਾਉਂਦੇ ਨੇ, ਚੌਥਾ ਸ਼ਲੋਕ। ਨਿਰਗੁਣੀ ਯਾਰ ਏ ਆਨਿਆ, ਸੋ ਪ੍ਰਭ ਸਦਾ ਸੰਭਾਲ। ਇਸ ਜੀਵ ਨੂੰ ਸਿੱਖਿਆ ਪ੍ਰਦਾਨ ਕਰ ਰਹੇ ਨੇ ਕਿ ਇਹ ਗੁਣਾਂ ਤੋਂ ਸਖਣੇ ਨਿਰਗੁਣ ਯਾਰ ਏ ਆਨਿਆ। ਬੇਸਮਝ ਨਿਆਣਾ ਹੁੰਦਾ, ਬੇਸਮਝ ਨਿਆਣੇ ਨੂੰ, ਬੱਚੇ ਨੂੰ, ਬਾਲਕ ਨੂੰ ਬੇਸਮਝ, ਮੂਰਖ ਆਦਿਕ ਕਿਹਾ ਜਾਂਦਾ ਹੈ, ਕਿਉਂਕਿ ਉਹਦੀ ਸਮਝ ਸੂਝ ਦਾ ਦਾਇਰਾ ਬਹੁਤ ਛੋਟਾ ਹੁੰਦਾ ਹੈ, ਬੇਸਮਝ ਹੁੰਦਾ ਹੈ। ਹਜ਼ੂਰ ਦੇ ਮੁੱਖ ਵਾਕ ਬਚਨ ਨੇ, ਚੰਚਲ ਮਤ ਬਾਰਕ ਬਪਰੇ ਕੀ, ਸਰਪ ਅਗਨ ਕਰ ਮੇਲਾ। ਸੱਪ ਨੂੰ ਵੀ ਹੱਥ ਪਾ ਲੈਂਦਾ, ਅੱਗ ਨੂੰ ਵੀ ਹੱਥ ਜਾ ਲਾਉਂਦਾ, ਸਮਝ ਨਾ ਹੋਣ ਕਰਕੇ ਐਸਾ ਕਰਦਾ ਨਾ। ਜਦੋਂ ਉਹਦੇ ਗਿਆਨ 'ਚ ਵਾਧਾ ਹੋ ਜਾਂਦਾ, ਸਮਝ ਆ ਜਾਂਦੀ, ਫਿਰ ਐਸਾ ਨਹੀਂ ਕਰਦਾ। ਅਤੇ ਜੇ ਅਸੀਂ ਜੀਵ ਭਾਵੇਂ ਉਮਰਾਂ ਕਰਕੇ ਬੜੇ ਵੱਡੇ ਹੋਈਏ, ਨੌਜਵਾਨ ਹੋਈਏ, ਅਧਖੜ ਉਮਰ ਦੇ ਹੋਈਏ, ਬੜੇ ਸਿਆਣੇ ਆਪਣੇ ਆਪ ਨੂੰ ਸਮਝਦੇ ਹੋਈਏ, ਪਰ ਜੇ ਵਾਹਿਗੁਰੂ ਵੱਲੋਂ ਬੇਮੁਖ ਹੋ ਰਹੇ ਹਾਂ, ਪਰਮਾਤਮਾ ਦਾ ਚੇਤਾ ਨਹੀਂ ਹੈ, ਵਾਹਿਗੁਰੂ ਦੀ ਯਾਦ ਭੁੱਲੀ ਹੋਈ ਹੈ, ਤਾਂ ਫਿਰ ਇਆਣੇ ਹਾਂ, ਬੇਸਮਝ ਹਾਂ, ਸਮਝਜੂ ਨਾ ਹੋਈ। ਇਸ ਕਰਕੇ ਹਜ਼ੂਰ ਕਹਿੰਦੇ ਨੇ, ਇਹ ਜੀਵ ਤੂੰ ਹੈ ਨਿਰਗੁਣਾ, ਗੁਣਾ ਤੋਂ ਸਖਣਾ ਹੈ ਤੇ ਇਆਣਾ ਹੈ, ਬੇਸਮਝ ਹੈ। ਸੋ ਪ੍ਰਭ ਸਦਾ ਸੰਭਾਲ। ਉਹ ਪ੍ਰਭੂ ਜਿਸ ਨੇ ਤੈਨੂੰ ਪੈਦਾ ਕੀਤਾ ਹੈ, ਉਹ ਵਾਹਿਗੁਰੂ ਜਿਸ ਨੇ ਸਾਰੀ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ, ਜੋ ਪੈਦਾ ਕਰਨ ਵਾਲਾ, ਪ੍ਰਤਪਾਲਾ ਕਰਨ ਵਾਲਾ, ਸੰਘਾਰ ਕਰਨ ਵਾਲਾ ਹੈ ਵਾਹਿਗੁਰੂ, ਉਸ ਪ੍ਰਭੂ ਅਕਾਲ ਪੁਰਖ ਪਰਮਾਤਮਾ ਨੂੰ ਸਦਾ ਸੰਭਾਲ, ਸਦਾ ਚੇਤੇ ਕਰ, ਸਦਾ ਯਾਦ ਕਰ। ਜਿਨ ਕੀਆ ਤਿਸ ਚੀਤ ਰਖ, ਜਿਸ ਨੇ ਤੈਨੂੰ ਪੈਦਾ ਕੀਤਾ ਹੈ, ਉਸ ਨੂੰ ਆਪਣੇ ਚਿੱਤ ਵਿੱਚ ਵਸਾ ਕੇ ਰੱਖ। ਨਾਨਕ ਨਿਭੀ ਨਾਲ, ਉਸ ਤੇਰੇ ਨਾਲ ਨਿਭੇਗਾ, ਭਾਵ ਕੇ ਸਾਥ ਨਿਭਾਵੇਗਾ। ਹੋਰ ਸੰਸਾਰ ਦਾ ਕੋਈ ਪਦਾਰਥ ਜਾਂ ਕੋਈ ਸੰਬੰਧੀ, ਕੋਈ ਸਰੀਰ ਧਾਰੀ ਸਦਾ ਤੇਰੇ ਨਾਲ ਨਹੀਂ ਨਿਭੇਗਾ, ਸਾਥ ਨਹੀਂ ਨਿਭਾਵੇਗਾ। ਇੱਕ ਵਾਹਿਗੁਰੂ ਹੈ ਜੋ ਤੇਰੇ ਨਾਲ ਸਾਥ ਨਿਭਾਵੇਗਾ। ਅਸ਼ਟਪਦੀ ਹੁਣ ਵਿਆਖਿਆ ਕਰਦੇ ਹਨ 8 ਪਦਿਆਂ ਵਿੱਚ। ਰਮਈਆ ਕੇ ਗੁਣ ਚੇਤ ਪ੍ਰਾਨੀ। ਰਮਈਆ ਦਾ ਅਰਥ ਹੈ ਰਮਿਆ ਹੋਇਆ ਪਰਮਾਤਮਾ ਵਾਹਿਗੁਰੂ।
ਉਸ ਵਾਹਿਗੁਰੂ ਦੇ ਜਿਹੜੇ ਗੁਣ ਹਨ, ਉਪਕਾਰ ਹਨ। ਪਰਮਾਤਮਾ ਨੇ ਅਨੇਕਾਂ ਉਪਕਾਰ ਸਾਡੇ 'ਤੇ ਕੀਤੇ ਨੇ। ਉਪਕਾਰ ਭਲਾ ਕੀਤਾ, ਸਾਨੂੰ ਦਾਤਾਂ ਬਖਸ਼ੀਆਂ ਹਨ, ਬਹੁਤ ਚੀਜ਼ਾਂ ਨਾਲ, ਪਦਾਰਥਾਂ ਨਾਲ, ਸੁੱਖਾਂ ਨਾਲ ਸਾਨੂੰ ਨਿਵਾਜਿਆ ਹੈ। ਰਮਈਆ ਕੇ ਗੁਣ ਚੇਤ ਪ੍ਰਾਨੀ, ਹੇ ਪ੍ਰਾਣਾ ਸਵਾਸਾਂ ਦਿਆ ਪੁਤਲਿਆ, ਹੇ ਪ੍ਰਾਣ ਧਾਰੀ ਜੀਵ, ਵਾਹਿਗੁਰੂ ਪ੍ਰਮਾਤਮਾ ਅਕਾਲ ਪੁਰਖ ਦੇ ਗੁਣਾਂ ਨੂੰ ਚਿੱਤ ਵਿੱਚ ਚੇਤੇ ਜ਼ਰੂਰ ਕਰ। ਸਾਡੇ ਚਿੱਤ ਵਿੱਚ ਉਸ ਦੀ ਜੋ ਰਚਨਾ ਹੈ ਉਹ ਵਸੀ ਹੋਈ ਹੈ ਅਤੇ ਰਚੇਤਾ ਨਹੀਂ ਵਸਿਆ ਹੋਇਆ। ਸਤਿਗੁਰੂ ਜੀ ਫਰਮਾਉਂਦੇ ਨੇ ਕਿ ਵਾਹਿਗੁਰੂ ਦੇ ਗੁਣਾਂ ਨੂੰ ਆਪਣੇ ਚੇਤੇ ਵਿੱਚ ਚੇਤੇ ਕਰ। ਚਿੱਤ ਜਿਹੜਾ ਨਾ ਤੇਰਾ, ਉਹਦੇ ਵਿੱਚ ਚੇਤੇ ਕਰ, ਯਾਦ ਸ਼ਕਤੀ ਵਿੱਚ ਚੇਤੇ ਕਰ, ਇਹ ਸਵਾਸਾਂ ਦੇ ਪੁਤਲਿਆ। ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਚੇਤੇ ਕਰ ਕਿਸ ਮੂਲ ਤੋਂ। ਮੂਲ ਦਾ ਅਰਥ ਹੈ ਮੁੱਢ, ਆਦਿ। ਤੇਰਾ ਆਦਿ ਕੀ ਹੈ? ਜਿਵੇਂ ਹਜ਼ੂਰ ਨੇ ਕਿਹਾ, ਰਕਤ ਬਿੰਦ ਕਰ ਨਿੰਮਿਆ ਅਗਨ ਉਦਰ ਮਜਾਰ, ਮਾਂ ਕੀ ਰਕਤ ਪਿਤਾ ਬਿੰਦ ਧਾਰਾ, ਮੂਰਤ ਸੂਰਤ ਕਾਰਾ ਪਾਰਾ। ਕਵਨ ਮੂਲ ਤੇ, ਕਿਸ ਮੁੱਢ ਤੋਂ। ਕਵਨ ਦ੍ਰਿਸ਼ਟਾਨੀ, ਕਿਸ ਮੁੱਢ ਤੋਂ ਤੇਰਾ ਕੀ ਰੂਪ ਬਣਾ ਕੇ ਵਿਖਾ ਦਿੱਤਾ ਹੈ, ਦ੍ਰਿਸ਼ਟਾਨੀ ਦਿਖਾ ਦਿੱਤਾ ਹੈ। ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ, ਸਾਜਣਾ ਰਚਨਾ ਕਰਨੀ, ਬਣਾਉਣਾ, ਬਨਾਵਟ ਬਣਾਉਣੀ, ਫਿਰ ਅੰਗਾਂ ਪ੍ਰਤੰਗਾਂ ਨਾਲ ਸਵਾਰਿਆ ਹੈ ਵਾਹਿਗੁਰੂ ਨੇ, ਫਿਰ ਬੁੱਧੀ ਆਦਿਕ ਬਖਸ਼ ਕੇ, ਬੁੱਧੀ ਰੂਪੀ ਗਹਿਣਾ ਬਖਸ਼ ਕੇ ਸ਼ਿੰਗਾਰਿਆ ਹੋਇਆ। ਅਵਰ ਜੋਨ ਤੇਰੀ ਪਨਿਹਾਰੀ, ਇਸ ਧਰਤੀ ਮੈਂ ਤੇਰੀ ਸਿਕਦਾਰੀ। ਇੰਜ ਪ੍ਰਮਾਤਮਾ ਨੇ ਸਾਜਿਆ ਬਣਾਇਆ ਵੀ ਹੈ ਅਤੇ ਅੰਗ ਪ੍ਰਤੰਗ ਥਾਂ ਪਰ ਥਾਂ ਲਾ ਕੇ, ਵੇਖੋ ਅੱਖਾਂ ਉੱਚੇ ਥਾਂ ਲਾਈਆਂ ਦੂਰ ਤੱਕ ਦਿਖਾਈ ਦੇਵੇ, ਕੰਨ ਦੂਰ ਦੀ ਗੱਲਬਾਤ ਆਵਾਜ਼ ਸੁਣਨ ਵਾਸਤੇ ਉੱਚੇ ਥਾਂ ਲਾਏ ਹੋਏ ਨੇ, ਨਾਸਾਂ ਦੁਰਗੰਧੀਆਂ ਸੁਗੰਧੀਆਂ ਵਾਸਤੇ ਜਾਂ ਸਵਾਸ ਲੈਣ ਲਈ ਇਸ ਪ੍ਰਕਾਰ ਹੀ ਮੂੰਹ ਉੱਚਾ ਰੱਖਿਆ ਹੈ। ਇਉਂ ਪ੍ਰਮਾਤਮਾ ਨੇ ਬਹੁਤ ਭਾਂਤਾਂ ਨਾਲ ਇਸ ਜੀਵ ਨੂੰ ਸਵਾਰਿਆ ਵੀ ਹੈ ਅਤੇ ਸ਼ਿੰਗਾਰਿਆ ਹੋਇਆ ਹੈ। ਗਰਭ ਅਗਨ ਮਹਿ ਜਿਨੈ ਉਬਾਰਿਆ, ਮਾਂ ਦੇ ਪੇਟ ਦੀ ਜਿਹੜੀ ਅਗਨੀ ਹੈ, ਮਾਤਾ ਕੇ ਉਦਰ ਮਹਿ ਪ੍ਰਤਪਾਲ ਕਰੇ, ਸੋ ਕਿਉਂ ਮਨੋਂ ਵਿਸਾਰੀ ਹੈ। ਸੋ ਇਸ ਪ੍ਰਕਾਰ ਗਰਭ ਦੀ, ਪੇਟ ਦੀ ਅੱਗ ਦੇ ਵਿੱਚੋਂ ਜਿਸ ਨੇ ਉਬਾਰਿਆ, ਤੈਨੂੰ ਬਚਾਇਆ ਹੈ, ਜਿਸ ਨੇ ਤੇਰੀ ਰੱਖਿਆ ਕੀਤੀ ਹੈ। ਵਿਗਿਆਨੀ ਜਾਂ ਮੈਡੀਕਲ ਵਾਲੇ ਸਮਝਦੇ ਨੇ, ਜਾਣਦੇ ਨੇ ਕਿ ਜਿਹੜੀ ਸਾਡੀ ਜਠਰ ਅਗਨੀ ਹੈ, ਜਠਰ ਨਾਮ ਪੇਟ ਦਾ ਹੈ, ਸਾਡੇ ਪੇਟ ਵਿੱਚ ਜਿਹੜੀ ਅਗਨੀ ਜਿਹਦੇ ਨਾਲ ਭੋਜਨ ਹਜ਼ਮ ਹੁੰਦਾ ਹੈ, ਜਦੋਂ ਬੱਚੇ ਦੀ ਬਣਤਰ ਬਣਦੀ ਹੈ ਮਾਂ ਦੇ ਪੇਟ ਵਿੱਚ, ਉਸ ਵਕਤ ਜਿਹੜੀ ਜਠਰ ਅਗਨੀ ਹੈ ਬਹੁਤ ਪ੍ਰਬਲ ਹੁੰਦੀ ਹੈ, ਖਾਧੇ ਹੋਏ ਰੋੜ ਵੀ ਹਜ਼ਮ ਹੋ ਜਾਂਦੇ ਨੇ, ਪਰ ਬੱਚੇ ਦਾ ਸਰੀਰ ਤਾਂ ਫੁੱਲ ਨਾਲੋਂ ਵੀ ਨਰਮ ਹੁੰਦਾ ਹੈ। ਇਹ ਕਿਵੇਂ ਬਚਿਆ? ਪਰਮਾਤਮਾ ਦੀ ਸ਼ਕਤੀ ਹੈ, ਕਲਾ ਹੈ, ਜਿਸ ਕਰਕੇ ਇਹਦਾ ਬਚਾਅ ਹੋਇਆ। ਬਾਰ ਵਿਵਸਥਾ ਤੁਝ ਹੈ ਪਿਆਰੈ ਦੂਧ, ਬਾਰ ਬਾਲ ਅਵਸਥਾ ਕਾਵ ਦੇ ਵਿੱਚ ਇਹ ਵਿਧਾਨ ਹੈ। ਕਈ ਵਾਰੀ ਜੱਜੇ ਦੇ ਵਾਸਤੇ ਦੱਦਾ ਵਰਤਿਆ ਜਾਂਦਾ, ਅਰਾਰੇ ਅੱਖਰ ਲਈ ਲੱਲਾ ਵਰਤਿਆ ਜਾਂਦਾ, ਕਈ ਥਾਵਾਂ 'ਤੇ ਲੱਲੇ ਵਾਸਤੇ ਰਾਰਾ ਵਰਤਿਆ ਜਾਂਦਾ। ਬਾਰ, ਬਾਰੇ ਬੂਢੇ ਤਰਨੇ ਪਈਆ, ਕਬੀਰ ਜੀ ਨੇ ਕਿਹਾ ਬਾਰੇ ਦਾ ਅਰਥ ਬਾਲਕ ਹੈ। ਬਾਲਕ ਦੀ ਥਾਂ ਬਾਰਿਕ ਵੀ ਵਰਤਿਆ ਗਿਆ, ਤੁਮ ਮਾਤ ਪਿਤਾ ਹਮ ਬਾਰਿਕ ਤੇਰੇ। ਇਸ ਪ੍ਰਕਾਰ ਬਾਲਕ ਅਵਸਥਾ ਜੋ ਹੈ, ਵਿਵਸਥਾ ਦਾ ਅਰਥ ਹੈ ਅਵਸਥਾ, ਬਾਲਕ ਜਵਾਨੀ, ਬਾਲਕ ਉਮਰ ਵਿੱਚ ਤੁਝੇ ਪਿਆਰਾ ਦੂਧ, ਪਰਮਾਤਮਾ ਤੈਨੂੰ ਦੁੱਧ ਪਿਆਲਦਾ ਹੈ। ਇੱਕ ਵਿਦਵਾਨ ਦਾ ਬਚਨ ਹੈ, ਜਬ ਦਾਂਤ ਨਹੀਂ ਤਬ ਖੀਰ ਦਿਓ, ਅਬ ਦਾਂਤ ਦੀਏ ਕਿਆ ਅੰਨ ਨਾ ਦਹਿ। ਮਨੁੱਖ ਬਹੁਤ ਚਿੰਤਾ ਕਰਦਾ, ਆਪਣੇ 'ਤੇ ਟੇਕ ਰੱਖਦਾ, ਦੌੜ ਭੱਜ ਬੜੀ ਕਰਦਾ, ਦਿਨੇ ਰਾਤ ਫਿਕਰਾਂ 'ਚ ਰਹਿੰਦਾ। ਤਾਂ ਵਿਦਵਾਨ ਕਹਿੰਦਾ, ਜਦੋਂ ਤੇਰੇ ਮੁੱਖ ਵਿੱਚ ਦੰਦ ਹੈ ਨਹੀਂ ਸਨ, ਉਦੋਂ ਮਾਂ ਦੇ ਅਸਥਨਾਂ 'ਚ ਪ੍ਰਮਾਤਮਾ ਨੇ ਤੇਰੀ ਖੁਰਾਕ ਦੁੱਧ ਪੈਦਾ ਕਰਦਾ ਸੀ। ਹੁਣ ਜੇ ਤੇਰੇ ਮੂੰਹ ਵਿੱਚ ਦੰਦ ਉਗਾ ਦਿੱਤੇ ਹਨ ਤੇ ਕੀ ਅੰਨ ਅਨਾਜ ਖਾਣ ਨੂੰ ਪ੍ਰਮਾਤਮਾ ਨਹੀਂ ਦੇਵੇਗਾ? ਤੂੰ ਭਰੋਸਾ ਤਾਂ ਕਰ। ਇਸੇ ਤਰ੍ਹਾਂ ਹਜ਼ੂਰ ਕਹਿ ਰਹੇ ਨੇ ਕਿ ਬਾਲਕ ਅਵਸਥਾ ਵਿੱਚ ਤੁਝ ਹੈ, ਤੇਰੇ ਤਾਈਂ ਵਾਹਿਗੁਰੂ ਜੀ ਹੀ ਦੁੱਧ ਪਿਆਲਦੇ ਨੇ। ਪਰਮਾਤਮਾ ਤੈਨੂੰ ਦੁੱਧ ਪਿਆਲਦਾ ਹੈ। ਇਹ ਸਾਰਾ ਪ੍ਰਬੰਧ ਵਾਹਿਗੁਰੂ ਨੇ ਕੀਤਾ ਹੋਇਆ। ਮਾਂ ਦੇ ਮਨ 'ਚ ਮਮਤਾ ਪਾਈ, ਮੋਹ ਪਾਇਆ, ਔਰ ਮਾਂ ਦੇ ਅਸਥਨਾਂ 'ਚ ਦੁੱਧ ਪੈਦਾ ਕੀਤਾ ਹੋਇਆ। ਤੇਰੀ ਸੰਭਾਲ ਵਾਸਤੇ ਮਾਂ ਪਿਓ ਤੇਰੇ ਸਿਰ 'ਤੇ ਲਾਤੇ ਹਨ। ਭਰ ਜੋਬਨ ਭੋਜਨ ਸੁਖ ਸੂਧ, ਜਦੋਂ ਜਵਾਨੀ ਭਰ ਜਾਂਦੀ ਹੈ, ਜੋਬਨ ਅਵਸਥਾ ਭਰ ਗਈ,
ਭਰੀ ਹੋਈ ਜਵਾਨੀ ਵਿੱਚ ਭੋਜਨਾਂ ਦਾ ਅਤੇ ਸੁੱਖਾਂ ਦਾ ਗਿਆਨ ਹੁੰਦਾ। ਅਤੇ ਭੋਜਨ ਵੰਨ ਸੁਵੰਨਿਆਂ ਦਾ ਗਿਆਤ ਸੋਝੀ ਸਮਝ ਪੈ ਜਾਂਦੀ ਹੈ ਅਤੇ ਸੰਸਾਰਕ ਸੁੱਖਾਂ ਦੀ ਸੁੱਧ ਖਬਰ ਹੋਸ਼ ਹੁੰਦੀ ਹੈ, ਗਿਆਨ ਹੁੰਦਾ। ਬਿਰਧ ਭਇਆ ਉਪਰ ਸਾਕ ਸੈਨ। ਜਦੋਂ ਬਿਰਧ ਹੋ ਗਿਆ ਤੂੰ, ਇਹ ਜੀਵ ਦਾ ਸਰੀਰ ਬਿਰਧ ਹੋ ਜਾਂਦਾ ਹੈ ਅਤੇ ਉਹ ਪਰਮਾਤਮਾ ਦੀ ਹੀ ਕਲਾ ਹੈ ਕਿ ਜਿਹੜੇ ਸਾਕ ਸੰਬੰਧੀ ਹਨ, ਸਾਕ ਸਾਥੀ, ਉਹ ਤੇਰੇ ਸਿਰ ਉੱਪਰ ਤੇਰੀ ਪਰਵਰਿਸ਼ ਕਰਨ ਉੱਪਰ ਪਰਮਾਤਮਾ ਲਾ ਦਿੰਦਾ। ਮੁੱਖ ਅਪਿਆਓ ਬੈਠ ਕਉ ਬੈਨ। ਬੈਠੇ ਦੇ ਤਾਈਂ ਤੇਰੇ ਮੁੱਖ ਵਿੱਚ ਭੋਜਨ ਦਿੰਦੇ ਹਨ। ਪਰਮਾਤਮਾ ਦਿੰਦਾ ਜਾਂ ਨਹੀਂ? ਜੇ ਵਾਹਿਗੁਰੂ ਨਾ ਆਪਣੀ ਕਲਾ ਵਰਤਾਏ ਤਾਂ ਕੋਈ ਨਹੀਂ ਦੇਵੇਗਾ। ਇਹੋ ਨਿਰਗੁਣ ਗੁਣ ਕਛੂ ਨਾ ਬੂਝੈ। ਇਹ ਸਾਰਾ ਕੁਝ ਜਾਣਦਾ ਹੋਇਆ ਵੀ ਮਨੁੱਖ ਨਿਰਗੁਣਾ ਬਣ ਰਿਹਾ, ਪਰਮਾਤਮਾ ਦੀ ਬੰਦਗੀ ਦਾ ਗੁਣ ਖਾਸ ਕਰਕੇ ਨਹੀਂ ਧਾਰਨ ਕਰਦਾ। ਇਹ ਆਪ ਨਿਰਗੁਣਾ ਹੈ, ਇਹਦੇ 'ਚ ਗੁਣ ਹੈ ਨਹੀਂ। ਅਤੇ ਗੁਣ ਕਛੂ ਨਾ ਬੂਝੈ। ਪਰਮਾਤਮਾ ਦੇ ਕਿਸੇ ਗੁਣ ਨੂੰ ਬੁੱਝਦਾ ਨਹੀਂ, ਸਮਝਦਾ ਨਹੀਂ, ਉਹਦੇ ਉਪਕਾਰਾਂ ਨੂੰ ਨਹੀਂ ਸਮਝਦਾ। ਵਾਹਿਗੁਰੂ ਦੇ ਨਾਲ ਜੁੜਨ ਵਾਲੇ ਗੁਣਾਂ ਦੀ ਸੂਝ ਨਹੀਂ ਪ੍ਰਾਪਤ ਕਰਦਾ। ਉਪਕਾਰ ਵੀ ਨਹੀਂ ਸੁਝਦੇ ਇਸ ਨੂੰ ਕਿ ਵਾਹਿਗੁਰੂ ਨੇ ਕਿੰਨਾ ਕੁਝ ਮੈਨੂੰ ਬਖਸ਼ਿਆ ਹੈ। ਬਖਸ਼ ਲੇਹੋ ਤਉ ਨਾਨਕ ਸੀਜੈ। ਹਜ਼ੂਰ ਸਾਡੇ ਵਾਸਤੇ ਬੇਨਤੀ ਕਰ ਰਹੇ ਨੇ, ਸਾਨੂੰ ਜਾਨੀ ਜਾਚ ਦੱਸ ਰਹੇ ਨੇ, ਸਾਡੇ ਨਾਲ ਖਲੋ ਕੇ ਹਜ਼ੂਰ ਕਹਿ ਰਹੇ ਨੇ, ਹੇ ਵਾਹਿਗੁਰੂ ਜੀ, ਜੇ ਤੁਸੀਂ ਬਖਸ਼ ਲੈਂਦੇ ਹੋ ਤਾਂ ਇਹ ਜੀਵ ਕਾਮਯਾਬ ਹੁੰਦਾ ਹੈ ਤੁਹਾਡੀ ਦਰਗਾਹ ਵਿੱਚ ਸੁਰਖਰੂ ਹੋਣ ਲਈ। ਸੀਜੈ, ਕਾਮਯਾਬ ਹੋ ਜਾਣਾ, ਤੁਹਾਡੇ ਦਰ ਦੇ ਉੱਤੇ ਪ੍ਰਵਾਨ ਚੜ੍ਹ ਜਾਣਾ। ਜੇ ਤੁਸੀਂ ਬਖਸ਼ ਲਵੋ ਤਾਂ ਹੀ ਇੰਝ ਹੋ ਸਕਦਾ। ਜਿਹ ਪ੍ਰਸਾਦ ਧਾਰੀ ਉੱਪਰ ਸੁਖ ਬਸੈ। ਫਿਰ ਜੀਵ ਨੂੰ ਉਪਦੇਸ਼ ਦੇ ਰਹੇ ਨੇ ਹਜ਼ੂਰ ਕਿ ਹੇ ਜੀਵ, ਹੇ ਮਨੁੱਖ, ਜਿਸ ਪ੍ਰਸਾਦ ਕਿਰਪਾ ਦੁਆਰਾ, ਜਿਸ ਵਾਹਿਗੁਰੂ ਦੀ ਕਿਰਪਾ ਦੁਆਰਾ ਤੂੰ ਇਸ ਧਰਤੀ ਹੈ ਜੋ ਮਾਤ ਲੋਕ ਦੀ, ਇਹਦੇ ਉੱਪਰ ਸੁਖ ਦੇ ਸਹਿਤ ਵਸਦਾ। ਬਸਾ ਹੈ ਵਸਦਾ ਜਾਨੀ। ਸੁਤ ਭਰਾਤ ਮੀਤ ਬਨਤਾ ਸੰਗ ਹੱਸਾ ਹੈ। ਪੁੱਤਰ, ਭਰਾ, ਮਿੱਤਰਾਂ ਅਤੇ ਬਨਤਾ ਇਸਤਰੀ, ਧਰਮ ਪਤਨੀ, ਇਹਨਾਂ ਸਾਰਿਆਂ ਦੀ ਸੰਗਤ ਵਿੱਚ ਸੰਗ ਸਾਥ ਵਸਦਾ ਹੋਇਆ ਤੂੰ ਹੱਸਦਾ ਪਿਆ, ਖੁਸ਼ ਪ੍ਰਸੰਨ ਹੁੰਦਾ। ਪੁੱਤਰਾਂ ਨਾਲ ਵੀ ਗੱਲਾਂ ਕਰ ਕਰ ਖੁਸ਼ ਹੁੰਦਾ, ਭਰਾਵਾਂ ਨਾਲ, ਮਿੱਤਰਾਂ ਨਾਲ, ਇਸਤਰੀ ਧਰਮ ਪਤਨੀ ਨਾਲ। ਪਰ ਜਿਹਦੀ ਕਿਰਪਾ ਨਾਲ ਇਹ ਸਾਰਾ ਕੁਝ ਹੈ। ਜਿਹ ਪ੍ਰਸਾਦ ਪੀਵਹਿ ਸੀਤਲ ਜਲਾ। ਜਿਸ ਦੀ ਪ੍ਰਸਾਦ ਕਿਰਪਾ ਦੇ ਨਾਲ ਤੂੰ ਰੋਜ਼ ਆਪਣੀ ਪਿਆਸ ਬੁਝਾਉਣ ਲਈ ਸੀਤਲ ਠੰਡਾ ਸੀਰ ਪੀਨਾ ਹੈ, ਜਲ ਛਕਦਾ ਹੈ। ਸੁਖਦਾਈ ਪਵਨ ਪਾਵਕ ਅਮੁੱਲਾ। ਤੈਨੂੰ ਸੁਖ ਦੇਣ ਵਾਲੀ ਸੁਖਦਾਈ ਪਵਨ ਹਵਾ ਪਰਮਾਤਮਾ ਨੇ ਪੈਦਾ ਕੀਤੀ ਹੋਈ ਹੈ, ਉਹ ਮਾਣਦਾ ਹਵਾ ਦਾ ਸੁਖ। ਅਤੇ ਅਮੁੱਲਕ ਪਾਵਕ ਅਗਨੀ, ਜਿਹੜੀ ਅੱਗ ਹੈ ਉਹਦਾ ਵੀ ਕੋਈ ਮੁੱਲ ਨਹੀਂ। ਪਰਮਾਤਮਾ ਨੇ ਅੱਗ ਪੈਦਾ ਕੀਤੀ ਹੋਈ ਹੈ ਤੇਰਾ ਭੋਜਨ ਪਕਾਉਣ ਲਈ, ਹੋਰ ਅਨੇਕਾਂ ਤਰ੍ਹਾਂ ਦੇ ਸੁੱਖ ਦੇਣ ਲਈ, ਜਾਂ ਸਰਦੀਆਂ ਵਿੱਚ ਪਾਲਾ ਦੂਰ ਕਰਨ ਲਈ। ਜਿਹ ਪ੍ਰਸਾਦ ਭੋਗ ਹੈ ਸਭ ਰਸਾ। ਅਨੇਕਾਂ ਰਸਾਂ ਨੂੰ ਜਿਹਦੀ ਕਿਰਪਾ ਦੇ ਨਾਲ ਤੂੰ ਭੋਗਦਾ। ਖੱਟੇ ਪਦਾਰਥ, ਮਿੱਠੇ ਪਦਾਰਥ, ਚਟਪਟੇ, ਸਲੂਣੇ, ਕੌੜੇ, ਕਸੈਲੇ, 6 ਰਸ ਆਮ ਤੌਰ 'ਤੇ ਮੰਨੇ ਨੇ। ਇਹਨਾਂ ਤੋਂ ਗਾਂਹ ਇੱਕ ਇੱਕ ਰਸ ਵਿੱਚ 6 ਤਰ੍ਹਾਂ ਦੇ ਭੋਜਨ, ਤਾਂ 36 ਪ੍ਰਕਾਰ ਦੇ ਭੋਜਨ ਕਿਹਾ ਜਾਂਦੇ ਹਨ। ਸੋ ਉਹਨਾਂ ਦੀਆਂ ਗਾਂਹ ਸ਼ਾਖਾ ਹੁਣ ਕਈ ਚੱਲ ਪਈਆਂ। ਇਸ ਤਰ੍ਹਾਂ ਮਹਾਰਾਜ ਕਹਿੰਦੇ ਨੇ ਕਿ ਜਿਹਦੀ ਕਿਰਪਾ ਦੇ ਨਾਲ ਸਾਰੇ ਰਸਾਂ ਨੂੰ ਤੂੰ ਭੋਗਦਾ ਮਾਣਦਾ ਹੈ। ਸਗਲ ਸਮੱਗਰੀ ਸੰਗ ਸਾਥ ਬਸਾ। ਸਾਰੀਆਂ ਜਿਹੜੀਆਂ ਸਮੱਗਰੀਆਂ, ਪਦਾਰਥਾਂ ਦਾ ਨਾਮ ਹੀ ਹੈ, ਸਾਰੀਆਂ ਸਮੱਗਰੀਆਂ ਦੇ ਸੰਗ ਸਾਥ ਵਸਦਾ ਹੈ, ਨਾਲ ਵਸਦਾ। ਸੋ ਸੰਗਤ ਵਿੱਚ ਵਸਦਾ। ਸਾਰੇ ਪਦਾਰਥ ਭਾਵ ਭੋਗਣ ਲਈ ਤੇਰੇ ਪ੍ਰਮਾਤਮਾ ਨੇ ਪੈਦਾ ਕੀਤੇ ਹੋਏ ਨੇ। ਦੀਨੇ ਹਸਤ ਪਾਵ ਕਰਨ ਨੇਤਰ ਰਸਨਾ। ਇਹ ਵੀ ਚੇਤੇ ਕਰ, ਤੇਰੇ ਸਰੀਰ ਦੇ ਜਿਹੜੇ ਅੰਗ ਪ੍ਰਤੰਗ ਨੇ ਤੂੰ ਆਪ ਨਹੀਂ ਬਣਾਏ। ਹਸਤ ਹੱਥ ਬਖਸ਼ੇ ਹਨ, ਪਾਵ ਤੁਰਨ ਵਾਸਤੇ ਪੈਰ ਬਖਸ਼ੇ, ਹੱਥਾਂ ਨਾਲ ਕੰਮ ਕਰਨ ਲਈ, ਭੋਜਨ ਆਦਿਕ ਛਕਣ ਲਈ, ਸਰੀਰ ਦੀ ਸੰਭਾਲ ਕਰਨ ਲਈ ਜਿਹਨੇ ਹੱਥ ਦਿੱਤੇ ਹਨ। ਭਾਵ ਪੈਰ ਦਿੱਤੇ ਹਨ ਤੁਰਨ ਫਿਰਨ ਵਾਸਤੇ। ਕੰਨ ਬਖਸ਼ੇ ਹਨ ਸੁਣਨ ਵਾਸਤੇ। ਨੇਤਰ ਬਖਸ਼ੇ ਹਨ ਵੇਖਣ ਵਾਸਤੇ ਵਾਹਿਗੁਰੂ ਦੀ ਕੁਦਰਤ ਨੂੰ। ਅਤੇ ਰਸਨਾ ਬਖਸ਼ੀ ਹੈ, ਜੀਭ ਬਖਸ਼ੀ ਹੈ। ਤਿਸਹਿ ਤਿਆਗ ਅਵਰ ਸੰਗ ਰਚਨਾ। ਐਸੇ ਵਾਹਿਗੁਰੂ ਨੂੰ ਜਿਹਨੇ ਇਹ ਸਭ ਕੁਝ ਬਖਸ਼ਿਆ ਹੈ,
ਉਸ ਨੂੰ ਤਿਆਗ ਕੇ ਅਵਰ ਹੋਰ ਸੰਗ ਹੋਰਨਾਂ ਦੇ ਸੰਗ ਸਾਥ ਰਚਨਾ ਰਚ ਰਿਹਾ ਹੈ। ਤੂੰ ਹੋਰਨਾਂ ਦੇ ਸੰਗ ਸਾਥ ਆਪਣੀ ਰਚਨਾ ਕਰਦਾ, ਮਨ ਦਾ ਰਚਨਾ, ਮਨ ਤੇਰਾ ਰਚ ਰਿਹਾ, ਤਦਾਕਾਰ ਹੋ ਰਿਹਾ। ਐਸੇ ਦੋਖ ਮੂੜ ਅੰਧ ਵਿਆਪੇ। ਐਸੇ ਜਿਹੜੇ ਦੋਸ਼ ਹਨ ਇਹ ਮੂੜ ਮੂਰਖ ਅੰਨੇ ਵਿਅਕਤੀ ਨੂੰ ਵਿਆਪਦੇ ਹਨ। ਐਸੇ ਦੋਸ਼ਾਂ ਵਿੱਚ ਇਹ ਅੰਨਾ ਅਗਿਆਨੀ ਮੂਰਖ ਬੇਸਮਝ ਫਸਿਆ ਹੋਇਆ ਹੈ। ਐਸੇ ਦੋਸ਼ ਇਹਦੇ ਤੇ ਆਪਣਾ ਜ਼ੋਰ ਪਾ ਰਹੇ ਨੇ। ਨਾਨਕ ਕਾਢ ਲੇਹੋ ਪ੍ਰਭ ਆਪੇ। ਵਾਹਿਗੁਰੂ ਦੇ ਚਰਨਾਂ ਵਿੱਚ ਬੇਨਤੀ ਕਰ ਕਿ ਮਹਾਰਾਜ ਮੈਂ ਤਾਂ ਐਸਾ ਹਾਂ, ਤੁਸੀਂ ਪ੍ਰਭੂ ਜੀ ਆਪ ਹੀ ਕਿਰਪਾ ਕਰਕੇ ਇਸ ਸੰਸਾਰ ਦੀ ਰਚਨਾ ਵਿੱਚੋਂ, ਇਹਦੀ ਪਕੜ ਜਕੜ ਵਿੱਚੋਂ ਮੈਨੂੰ ਕੱਢ ਲਵੋ ਸੱਚੇ ਪਾਤਸ਼ਾਹ, ਇਸ ਫਸੌਤੀ ਵਿੱਚੋਂ ਕੱਢ ਲਵੋ। ਆਦਿ ਅੰਤ ਜੋ ਰਾਖਣ ਹਾਰ। ਆਦਿ ਜਦੋਂ ਮੁੱਢ ਬੱਝਾ ਸੀ ਮਾਂ ਦੇ ਗਰਭ ਵਿੱਚ, ਉਦੋਂ ਜਿਹਨੇ ਰੱਖਿਆ ਕੀਤੀ, ਤੇ ਅੰਤ ਵੇਲੇ ਵੀ ਜਮਾਂ ਤੋਂ ਰੱਖਿਆ ਕਰਨ ਵਾਲਾ, ਜਿਹੜਾ ਸਦਾ ਸਦਾ ਹਰੇਕ ਸਮੇਂ ਵਿੱਚ ਆਦਿ ਤੋਂ ਲੈ ਕੇ ਅੰਤ ਤੱਕ ਜੋ ਰੱਖਣਹਾਰ, ਬਚਾਉਣ ਵਾਲਾ, ਰੱਖਿਆ ਕਰਨ ਵਾਲਾ ਅਨੇਕਾਂ ਵਿਪਤਾਵਾਂ ਤੋਂ, ਜਿਹਦੇ ਕੋਲ ਰੱਖ ਲੈਣ ਦੀ ਸਮਰੱਥਾ ਹੈ, ਬਚਾਉਣ ਦੀ ਸਮਰੱਥਾ ਹੈ। ਤਿਸ ਸਿਉ ਪ੍ਰੀਤ ਨਾ ਕਰੈ ਗੁਆਰ। ਜਿਹੜਾ ਜੀਵ ਉਸ ਵਾਹਿਗੁਰੂ ਨਾਲ ਪ੍ਰੀਤ ਨਹੀਂ ਕਰਦਾ ਉਹ ਤਾਂ ਫਿਰ ਗਵਾਰ ਹੀ ਹੋਇਆ ਨਾ, ਮੂਰਖ ਹੀ ਹੋਇਆ। ਜਿਹਨੇ ਇੰਨੇ ਉਪਕਾਰਾਂ ਨਾਲ ਸਾਨੂੰ ਨਿਵਾਜਿਆ ਉਹਦਾ ਚੇਤਾ ਭੁਲਾ ਦਈਏ, ਫਿਰ ਮੂਰਖ ਹਾਂ, ਕਿਰਤ ਕਣ ਹਾਂ। ਜਿਹਦੀ ਸਹਾਇਤਾ ਦੀ ਸਦਾ ਹੁਣ ਵੀ ਲੋੜ, ਅੱਗੇ ਵੀ ਲੋੜ ਰਹੇਗੀ। ਜਾ ਕੀ ਸੇਵਾ ਨਵ ਨਿੱਧ ਪਾਵੇ। ਫਿਰ ਜੋ ਕੁਝ ਪਹਿਲਾਂ ਬਖਸ਼ਿਆ ਉਹ ਤਾਂ ਬਖਸ਼ਿਆ ਹੋਇਆ ਹੀ ਹੈ। ਤੇ ਜਿਸ ਪਰਮਾਤਮਾ ਦੀ ਸੇਵਾ ਭਗਤੀ ਸਿਮਰਨ ਕਰਕੇ ਜਿਹਦੀ ਟਹਿਲ ਕਮਾ ਕੇ ਨੌ ਨਿਧੀਆਂ ਦੁਨੀਆ ਦੇ ਨੌ ਖਜ਼ਾਨੇ ਹੀ ਜੀਵ ਪ੍ਰਾਪਤ ਕਰ ਲੈਂਦਾ, ਤਾਂ ਸਿਓ ਮੂੜਾ ਮਨ ਨਹੀਂ ਲਾਵੇ। ਤਿਸ ਪਰਮਾਤਮਾ ਦੇ ਨਾਲ ਇਹ ਮੂੜਾ ਮੂਰਖ ਜੀਵ ਆਪਣਾ ਮਨ ਨਹੀਂ ਜੋੜਦਾ ਹੈ, ਪਰਮਾਤਮਾ ਦੇ ਚਰਨਾਂ ਨਾਲ ਮਨ ਨਹੀਂ ਲੱਗਣ ਦਿੰਦਾ। ਜੋ ਠਾਕੁਰ ਸਦ ਸਦਾ ਹਜੂਰੇ। ਫਿਰ ਇਹ ਵੀ ਨਹੀਂ ਕਿ ਉਹ ਰਚਣ ਵਾਲਾ ਕਿਤੇ ਦੂਰ ਹੈ। ਇੱਕ ਵਚਨ ਯਾਦ ਆਇਆ ਕਿ ਜਦੋਂ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਮੱਕੇ ਗਏ ਹਨ ਤਾਂ ਉਹਨਾਂ ਨੇ ਸਤਿਗੁਰੂ ਮਹਾਰਾਜ ਨੂੰ ਕਿਹਾ ਵੀ ਖੁਦਾ ਦੇ ਘਰ ਵੱਲ ਨੂੰ ਤੁਸੀਂ ਲੱਤਾਂ ਪਸਾਰ ਕੇ ਪਏ। ਜ਼ਰੂਰ ਕਹਿੰਦੇ ਵੀ ਜਿੱਧਰ ਖੁਦਾ ਦਾ ਘਰ ਨਹੀਂ ਉੱਧਰ ਨੂੰ ਕਰ ਦਿਓ। ਜਦੋਂ ਕਰ ਦਿੱਤੀਆਂ ਸੀ, ਬਾਅਦ ਵਿੱਚ ਵਿਚਾਰ ਵੀ ਹੋਈ ਸੀ। ਉਹ ਕਹਿੰਦੇ ਵੀ ਤੁਸੀਂ ਕਿਵੇਂ ਮੰਨਦੇ ਹੋ ਵੀ ਇਹ ਮੱਕਾ ਖੁਦਾ ਦਾ ਘਰ ਹੈ? ਕਹਿੰਦੇ ਜੀ ਹੈ। ਕਹਿੰਦੇ ਜੋ ਤੁਹਾਡਾ ਧਰਮ ਗ੍ਰੰਥ ਹੈ, ਕੁਰਾਨ ਸ਼ਰੀਫ ਹੈ, ਉਹਦੇ ਵਿੱਚ ਤਾਂ ਲਿਖਿਆ ਹੋਇਆ ਭਈ ਮੁਹੰਮਦ ਸਾਹਿਬ ਨੂੰ ਖੁਦਾ ਨੇ ਕਿਹਾ ਕਿ ਮੈਂ ਹਰ ਮਨੁੱਖ ਦੀ ਸਾਹ ਰਗ ਨਾਲੋਂ ਵੀ ਨੇੜੇ ਹਾਂ। ਫਿਰ ਕੇਵਲ ਮੱਕਾ ਹੀ ਖੁਦਾ ਦਾ ਘਰ ਕਿਵੇਂ? ਖੁਦਾ ਦਾ ਘਰ ਤਾਂ ਸਾਰੀ ਕੁਦਰਤ ਹੈ, ਕੁਦਰਤ ਵਿੱਚ ਸਮਾਇਆ ਹੋਇਆ ਹੈ। ਸੋ ਇਸ ਪ੍ਰਕਾਰ ਜੋ ਵਾਹਿਗੁਰੂ ਸਦ ਸਦਾ ਹਮੇਸ਼ਾ ਹਮੇਸ਼ਾ ਹਜੂਰੇ, ਹਜੂਰ ਹੈ, ਬਿਲਕੁਲ ਸਾਹਮਣੇ ਹੈ, ਬਿਲਕੁਲ ਨਜ਼ਦੀਕ ਹੈ, ਸਾਰੀ ਕੁਦਰਤ ਸਮਾਇਆ ਹੋਇਆ। ਪਰ ਮਨੁੱਖ ਅੰਨਾ ਜਿਸ ਕਰਕੇ ਇਹਨੂੰ ਦਿਸਦਾ ਨਹੀਂ ਹੈ। ਤਾਂ ਵਾਹਿਗੁਰੂ ਸਾਰੇ ਸਮਾਇਆ ਹੋਇਆ, ਹਾਜ਼ਰ ਨੇੜੇ ਤੇ ਹਜੂਰ ਕਹਿੰਦੇ ਨੇ ਸਾਹਮਣੇ। ਦਸਮ ਪਾਤਸ਼ਾਹ ਕਹਿੰਦੇ ਕਿ ਜ਼ਾਹਰ ਜ਼ਹੂਰ ਹੈ ਕਿ ਹਾਜ਼ਰ ਹਜ਼ੂਰ ਹੈ। ਜੋ ਆਪ ਜੀ ਜ਼ਾਹਰ ਪ੍ਰਗਟ ਜ਼ਹੂਰ ਪ੍ਰਤਾਪ ਰੂਪ ਹੋ, ਪ੍ਰਗਟ ਪ੍ਰਤਾਪ ਵਾਲੇ ਹੋ, ਹਾਜ਼ਰ ਨੇੜੇ ਹੋ, ਹਜ਼ੂਰ ਸਾਹਮਣੇ ਹੋ। ਤਾ ਕਉ ਅੰਧਾ ਜਾਣਤ ਦੂਰੇ। ਤਿਸ ਪਰਮਾਤਮਾ ਨੂੰ ਇਹ ਅੰਨਾ ਬੇਸਮਝ ਮੂਰਖ ਅਗਿਆਨੀ ਜੀਵ ਦੂਰ ਜਾਣਦਾ ਹੈ। ਇੱਕ ਹੋਰ ਵਚਨ ਯਾਦ ਆਇਆ, ਮਹਿਤੇ ਨਗਰ ਦੇ ਸੀ ਸ਼੍ਰੀਮਾਨ ਡਾਕਟਰ ਕਰਮ ਸਿੰਘ ਜੀ। ਦਵਾਈਆਂ ਦੀ ਦੁਕਾਨ ਸੀ ਉਹਨਾਂ ਦੀ, ਅੱਜ ਵੀ ਉਹਨਾਂ ਦੇ ਪੁੱਤ ਪੋਤਰੇ ਚਲਾ ਰਹੇ ਨੇ ਉਹ ਦੁਕਾਨ। ਉਹਨਾਂ ਮੈਨੂੰ ਵਚਨ ਸੁਣਾਇਆ ਸੀ ਵੀ ਮੈਂ ਸੰਤ ਕਰਤਾਰ ਸਿੰਘ ਖਾਲਸਾ ਜੀ ਦਾ ਨਾਲ ਸੀ ਤੇ ਹਜੂਰ ਸਾਹਿਬ ਗਏ, ਅਬਚਲ ਨਗਰ ਹਜੂਰ ਸਾਹਿਬ, ਤੇ ਸਤਿਗੁਰੂ ਮਹਾਰਾਜ ਦੇ ਦਰਬਾਰ ਦਾ ਦਰਸ਼ਨ ਕਰਕੇ ਸੰਤ ਕਰਤਾਰ ਸਿੰਘ ਜੀ ਬੜੀ ਤੇਜ਼ੀ ਨਾਲ ਦਰਬਾਰ ਵੱਲ ਨੂੰ ਗਏ ਤੇ ਕਹਿੰਦੇ ਜਾ ਰਹੇ ਸੀ ਸਾਹਿਬ ਹਜ਼ੂਰ, ਸਾਹਿਬ ਹਜ਼ੂਰ। ਕਹਿੰਦੇ ਮੈਂ ਫਿਰ ਬਾਅਦ ਵਿੱਚ ਪੁੱਛਿਆ ਜੀ ਸਾਰੇ ਹੀ ਇਸ ਸਥਾਨ ਨੂੰ ਹਜ਼ੂਰ ਸਾਹਿਬ ਕਹਿੰਦੇ ਨੇ, ਤੁਸੀਂ ਕਹਿੰਦੇ ਜਾ ਰਹੇ ਸੀ ਤੇਜ਼ੀ ਤੇਜ਼ੀ ਸਾਹਿਬ ਹਜ਼ੂਰ, ਸਾਹਿਬ ਹਜ਼ੂਰ, ਇਹਦਾ ਕੀ ਮਤਲਬ? ਤਾਂ ਸੰਤ ਕਰਤਾਰ ਸਿੰਘ ਖਾਲਸਾ ਜੀ ਪਿੰਡਰਾਂ ਵਾਲੇ ਕਹਿਣ ਲੱਗੇ ਜੱਫੀ ਪਾ ਕੇ, ਡਾਕਟਰ ਸਾਹਿਬ ਸਾਹਿਬ ਤਾਂ ਸਦਾ ਹਜ਼ੂਰ ਹੀ ਹੈ, ਮਨ ਹਜ਼ੂਰੀ ਵਿੱਚ ਨਹੀਂ ਰਹਿੰਦਾ, ਮਨ ਪਾਸੇ ਜਾਂਦਾ, ਇਹੋ ਮਨ ਭੁੱਲਾ ਜਾਂਦਾ ਫਿਰੇ।
ਇਸੇ ਤਰ੍ਹਾਂ ਇੱਕ ਹੋਰ ਬਚਨ ਹੈ ਕਿ ਸੰਤ ਗੁਰਬਚਨ ਸਿੰਘ ਖਾਲਸਾ ਭਿੰਡਰਾਂ ਵਾਲੇ ਭਿੰਡਰਾਂ ਨਗਰ ਦੇ ਬਾਰ-ਬਾਰ ਪੈਦਲ ਤੁਰੇ ਜਾਂਦੇ ਸੀ, ਬਾਣੀ ਸੁਣ ਰਹੇ ਸਨ, ਅਤੇ ਭੁਜੰਗੀ ਸਿੰਘ ਸੀ ਉਹ ਜਾਪ ਸਾਹਿਬ ਸੁਣਾ ਰਿਹਾ ਸੀ। ਜਦੋਂ ਇਹ ਬਚਨ ਆਏ ਕਿ ਜ਼ਾਹਰ ਜ਼ਹੂਰ ਹੈ ਕਿ ਹਾਜ਼ਰ ਹਜ਼ੂਰ ਹੈ, ਤਾਂ ਉਹ ਸੱਚਖੰਡ ਵਾਸੀ ਮਹਾਂਪੁਰਸ਼ ਰੁਕ ਗਏ ਅਤੇ ਉਹਨਾਂ ਦੇ ਚਿਹਰੇ 'ਤੇ ਬੜਾ ਜਲਾਲ ਪ੍ਰਗਟ ਹੋਇਆ, ਲਾਲ ਸੁਰਖ ਚਿਹਰਾ ਹੋ ਗਿਆ। ਤਾਂ ਫਿਰ ਉਹ ਕਹਿਣ ਲੱਗੇ, ਭੁਜੰਗੀ ਸਿੰਘਾ ਤੈਨੂੰ ਕੁਝ ਦਿਸਿਆ? ਕਹਿਣ ਲੱਗਾ ਜੀ ਨਹੀਂ। ਤਾਂ ਮਹਾਂਪੁਰਸ਼ ਕਹਿਣ ਲੱਗੇ, ਜਦੋਂ ਤੂੰ ਇਹ ਬਚਨ ਪੜ੍ਹੇ ਸੀ ਅਤੇ ਸਾਡੇ ਮਨ ਦੇ ਅੰਦਰ ਹੀ ਫੁਰਨਾ ਆਇਆ ਕਿ ਮਹਾਰਾਜ ਇਹ ਤੁਹਾਡੇ ਬਚਨ ਹਨ, ਤੁਸੀਂ ਤਾਂ ਪ੍ਰਗਟ ਹੀ ਹੋ, ਦਰਸ਼ਨ ਬਖਸ਼ੋ। ਤਾਂ ਝੱਟ ਦਸਮ ਪਾਤਸ਼ਾਹ ਸਾਡੇ ਸਾਹਮਣੇ ਪ੍ਰਗਟ ਹੋਏ। ਇਹ ਉਹਨਾਂ ਦਾ ਪ੍ਰਕਾਸ਼ ਮੇਰੇ ਚਿਹਰੇ 'ਤੇ ਪਿਆ, ਜਿਸ ਕਰਕੇ ਚਿਹਰਾ ਲਾਲ ਹੋਇਆ। ਇਹ ਉਹ ਨਿਸ਼ਚਾ ਬਣਾਉਂਦੇ ਸਨ ਐਸੇ ਬਚਨ ਦੱਸ ਕੇ, ਬਹੁਤ ਘੱਟ ਗੁਪਤ ਬਚਨ ਐਸੇ ਬਹੁਤ ਘੱਟ ਦੱਸਦੇ ਸਨ, ਪਰ ਸਿੰਘਾਂ ਨੂੰ ਨਿਸ਼ਚਾ ਬਣਾਉਂਦੇ ਸੀ, ਨੇੜੇ ਰਹਿਣ ਵਾਲਿਆਂ ਨੂੰ। ਕਹਿੰਦੇ ਜਦੋਂ ਇਹ ਬਾਣੀ ਪੜ੍ਹੀਏ ਨਾ ਗੁਰੂ ਮਹਾਰਾਜ ਦੀ, ਐਸੇ ਬਚਨ ਜਦੋਂ ਆਉਣ ਤਾਂ ਇੰਝ ਹੀ ਚਿੱਤ ਜੁੜਨਾ ਚਾਹੀਦਾ। ਗੁਰੂ ਮਹਾਰਾਜ ਨੂੰ ਹਾਜ਼ਰ ਨਾਜ਼ਰ, ਜ਼ਾਹਰ ਜ਼ਹੂਰ, ਹਾਜ਼ਰ ਹਜ਼ੂਰ ਸਮਝਣਾ ਚਾਹੀਦਾ ਹੈ। ਸੋ ਇਹ ਸਾਡੀ ਅਗਿਆਨਤਾ ਹੈ ਕਿ ਵਾਹਿਗੁਰੂ ਨੂੰ ਅਸੀਂ ਦੂਰ ਜਾਣਦੇ ਹਾਂ। ਜਾ ਕੀ ਟਹਿਲ ਪਾਵੈ ਦਰਗਹਿ ਮਾਨ, ਜਿਸ ਪਰਮਾਤਮਾ ਦੀ ਟਹਿਲ ਕਰਨ ਨਾਲ, ਸੇਵਾ ਭਗਤੀ ਕਰਨ ਦੇ ਨਾਲ ਇਹ ਜੀਵ ਦਰਗਾਹ ਦੇ ਵਿੱਚ ਵੀ, ਪਰਮਾਤਮਾ ਦੇ ਸੱਚਖੰਡ ਦਰਬਾਰ ਵਿੱਚ ਵੀ ਮਾਣ, ਇੱਜ਼ਤ, ਸਤਿਕਾਰ ਪ੍ਰਾਪਤ ਕਰਦਾ ਹੈ। ਤਿਸ ਹੈ ਵਿਸਾਰੈ ਮੁਗਧ ਅਜਾਨ, ਇਹ ਮੁਗਧ ਮੂਰਖ ਅਜਾਣ ਬੇਸਮਝ ਉਸ ਪਰਮਾਤਮਾ ਨੂੰ ਵਿਸਾਰ ਕੇ ਹੀ ਜੀਵਨ ਬਤੀਤ ਕਰਦਾ। ਪਰਮਾਤਮਾ ਦਾ ਤਿਆਗ ਹੀ ਕਰ ਛੱਡਿਆ ਇਹਨੇ, ਭੁਲਾ ਹੀ ਦਿੱਤਾ ਉਸ ਵਾਹਿਗੁਰੂ ਨੂੰ। ਫਿਰ ਇਸ ਕਰਕੇ ਬੇਸਮਝ ਤੇ ਅਜਾਣ ਤੇ ਮੂਰਖ ਹੋਇਆ ਨਾ। ਸਦਾ ਸਦਾ ਇਹ ਭੁੱਲਣਹਾਰ, ਇਹ ਜੀਵ ਹਮੇਸ਼ਾ ਹਮੇਸ਼ਾ ਵਾਸਤੇ ਭੁੱਲਣਹਾਰ ਹੀ ਆ, ਕਿਉਂਕਿ ਭੁੱਲਣ ਵਿੱਚ ਕੀ ਆ, ਸਭ ਕੋਈ ਕਰਤਾ ਆਪ ਨਾ ਭੁੱਲੈ, ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ। ਇਹ ਹੋਰ ਵੀ ਗਲਤੀਆਂ ਜਿੱਥੇ ਕਰਦਾ ਉੱਥੇ ਪਰਮਾਤਮਾ ਤੋਂ ਵੀ ਭੁੱਲਣਹਾਰ ਬਣ ਰਿਹਾ, ਜਾਨੀ ਉਹਦਾ ਚੇਤਾ ਭੁਲਾ ਛੱਡਿਆ। ਨਾਨਕ ਰਾਖਣ ਹਾਰ ਅਪਾਰ, ਪਰ ਹਜ਼ੂਰ ਫਰਮਾਉਂਦੇ ਨੇ ਜਿਸ ਦਾ ਸਿਮਰਨ ਕਰਨ ਲਈ, ਜਿਸ ਨੂੰ ਚੇਤੇ ਕਰਨ ਲਈ ਅਸੀਂ ਪ੍ਰੇਰਨਾ ਦੇ ਰਹੇ ਹਾਂ, ਉਹ ਪਰਮਾਤਮਾ ਅਪਾਰ ਬੇਅੰਤ ਹੈ ਅਤੇ ਇਸ ਦੀ ਰੱਖਿਆ ਕਰਨ ਵਾਲਾ ਰੱਖਣਹਾਰ ਹੈ। ਉਹ ਡੁੱਬਦਿਆਂ ਜਾਂਦਿਆਂ ਨੂੰ ਵੀ ਬਚਾ ਲੈਣ ਵਾਲਾ ਹੈ। ਰਤਨ ਤਿਆਗ ਕੌਡੀ ਸੰਗ ਰਚੈ, ਰਤਨ ਨੂੰ ਤਿਆਗ ਕੇ ਜਿਵੇਂ ਕੋਈ ਬੇਸਮਝ ਆਦਮੀ ਕੌਡੀਆਂ ਨਾਲ ਰਚ ਜਾਂਦਾ ਹੈ। ਮੈਂ ਇੱਕ ਬਚਨ ਪੜ੍ਹਿਆ ਅਤੇ ਸੁਣਿਆ ਕਿ ਜਿਹੜਾ ਕੋਹਿਨੂਰ ਹੀਰਾ ਹੈ, ਇਹ ਗੋਲਕੁੰਡਾ ਦੀਆਂ ਪਹਾੜੀਆਂ ਹਨ ਇੰਡੀਆ ਵਿੱਚ, ਉੱਥੋਂ ਪ੍ਰਾਪਤ ਹੋਇਆ ਸੀ ਇੱਕ ਅਯਾਲੀ ਨੂੰ, ਬੱਕਰੀਆਂ ਭੇਡਾਂ ਚਾਰਨ ਵਾਲੇ ਅਯਾਲੀ ਨੂੰ। ਅਤੇ ਉਸਨੇ ਲਿਆ ਕੇ ਪੱਥਰ ਜਿਹਾ ਸਮਝ ਕੇ ਆਪਣੇ ਬਾਲਕ ਨੂੰ ਫੜਾਇਆ ਹੋਇਆ ਸੀ ਖੇਡਣ ਵਾਸਤੇ। ਸ਼ਾਮਾਂ ਦੇ ਵਕਤ ਇੱਕ ਆਦਮੀ ਉਹਦੇ ਕੋਲੋਂ 2 ਭੇਡਾਂ ਖਰੀਦਣ ਵਾਸਤੇ ਆਇਆ ਅਤੇ ਉਸਦੇ ਪਾਸ 82 ਮੋਹਰਾਂ ਸਨ। ਉਸਨੇ 2 ਮੋਹਰਾਂ ਦੇ ਕੇ 2 ਭੇਡਾਂ ਖਰੀਦੀਆਂ। ਤੁਰਨ ਲੱਗੇ ਨੇ, ਉਸ ਬਾਲਕ ਨੂੰ ਇਹ ਹੀਰੇ ਨਾਲ ਖੇਡਦਿਆਂ ਵੇਖ ਲਿਆ। ਉਹ ਰੁਕ ਗਿਆ ਅਤੇ ਵੇਖੀ ਜਾਏ। ਉਸ ਅਯਾਲੀ ਨੇ ਪੁੱਛ ਲਿਆ ਵੀ ਕੀ ਗੱਲ? ਕਹਿਣ ਲੱਗਾ ਇਹ ਪੱਥਰ ਕਿੱਥੋਂ ਲਿਆ? ਕਹਿੰਦਾ ਪਹਾੜੀ 'ਚ ਭੇਡਾਂ ਚਾਰਦਿਆਂ ਮਿਲਿਆ। ਕਹਿਣ ਲੱਗਾ ਮੈਨੂੰ ਦੇਣਾ ਚਾਹੇਗਾ? ਕਹਿਣ ਲੱਗਾ ਫਿਰ ਤੁਹਾਨੂੰ ਪਸੰਦ ਆ ਤਾਂ ਲੈ ਜਾਓ। ਕਹਿੰਦਾ ਕੀ ਦੇਵਾਂ ਇਹਦੇ ਵਜਾਨੇ 'ਚ? ਕਹਿਣ ਲੱਗਾ ਜੋ ਤੁਸੀਂ ਦੇਣਾ ਦੇ ਦਿਓ। ਉਸ ਦੇ ਕੋਲ ਜਿਹੜੀਆਂ ਬਚੀਆਂ 80 ਮੋਹਰਾਂ ਸਨ, ਉਹਨੇ ਉਹ ਦੇ ਦਿੱਤੀਆਂ। 80 ਮੋਹਰਾਂ ਦੇ ਵਿੱਚ ਉਹ ਹੀਰਾ ਵਿਕ ਗਿਆ, ਜਿਸ ਦਾ ਪਤਾ ਨਹੀਂ ਸੀ ਅਯਾਲੀ ਨੂੰ। ਬੜਾ ਖੁਸ਼ ਹੋਇਆ ਅਤੇ ਆਪਣੇ ਮਨ ਅੰਦਰ ਉਹਨੇ ਉਸ ਖਰੀਦਦਾਰ ਸ਼ਾਹੂਕਾਰ ਨੂੰ ਬੇਸਮਝ ਸਮਝਿਆ, ਮੂਰਖ ਸਮਝਿਆ, ਅਗਿਆਨੀ ਸਮਝਿਆ ਵੀ ਪੱਥਰ ਪਿੱਛੇ 82 ਮੋਹਰਾਂ ਦੇ ਦਿੱਤੀਆਂ, 80 ਮੋਹਰਾਂ ਦੇ ਦਿੱਤੀਆਂ। ਉਸ ਵਿਅਕਤੀ ਨੇ ਜਿਹੜਾ ਕਿ ਸ਼ਾਹੂਕਾਰ ਸੀ, ਉਹ ਹੀਰਿਆਂ ਦੀ ਪਰਖ ਕਰਨ ਵਾਲਾ ਸੀ, ਉਸ ਨੇ ਫਿਰ ਕੋਈ ਸਰਕਾਰੀ ਅਹਿਲਕਾਰ ਸੀ, ਕਿਸੇ ਬਾਦਸ਼ਾਹ ਦਾ ਵਜ਼ੀਰ, ਉਸ ਨੂੰ ਵੇਚਿਆ। ਅਤੇ ਇਸ ਤਰ੍ਹਾਂ ਚੱਲਦਾ ਚੱਲਦਾ ਫਿਰ ਇਹ ਦਿੱਲੀ ਦੇ ਬਾਦਸ਼ਾਹ ਕੋਲ ਸੀ। ਫਿਰ ਇਹ ਨਾਦਰ ਸ਼ਾਹ ਇੱਥੋਂ ਲੁੱਟ ਕੇ ਲੈ ਗਿਆ। ਇਸੇ ਤਰ੍ਹਾਂ ਫਿਰ ਜਿਹੜਾ ਅਹਿਮਦ ਸ਼ਾਹ ਅਬਦਾਲੀ ਸੀ, ਇਹ ਨਾਦਰ ਸ਼ਾਹ ਦਾ ਸੈਨਾਪਤੀ ਰਿਹਾ। ਫਿਰ ਇਹਦੇ ਕੋਲ ਆਇਆ ਅਤੇ ਇਹਦੇ ਇੱਕ ਬੇਟੇ ਰਾਹੀਂ ਉਹਨੂੰ ਲੋੜ ਪਈ, ਫਸ ਗਿਆ ਸੀ ਕਸੂਤਾ, ਉਹਨੂੰ ਮਾਰ ਦੇਣਾ ਸੀ। ਉਹਦੀ ਬੇਗਮ ਨੇ ਫਕੀਰ ਅਜ਼ੀਜ਼ੁਦੀਨ ਦੀ ਰਾਹੀਂ ਮਹਾਰਾਜਾ ਰਣਜੀਤ ਸਿੰਘ ਤੱਕ ਪਹੁੰਚ ਕਰਕੇ ਬੇਨਤੀ ਕੀਤੀ, ਜੇ ਮੇਰਾ ਪਤੀ ਤੁਸੀਂ ਬਚਾ ਲਿਆਓ ਤਾਂ ਹੀਰਾ ਤੁਹਾਨੂੰ ਦੇ ਦਾਂਗੇ, ਕੋਹਿਨੂਰ ਹੀਰਾ। ਅਤੇ ਇਸ ਤਰ੍ਹਾਂ ਮਤਲਬ ਹੈ ਕਿ ਜਿਵੇਂ ਉਸ ਅਯਾਲੀ ਨੇ ਰਤਨ ਜਿਹੜਾ ਸੀ ਹੀਰਾ
ਤਿਆਗ ਦਿੱਤਾ, ਵੇਚ ਦਿੱਤਾ ਅਤੇ ਕੁਝ ਮੋਹਰਾਂ ਉਹਦੀ ਕੀਮਤ ਲੈ ਲਈ, ਕਿਉਂਕਿ ਪਤਾ ਨਹੀਂ ਸੀ। ਇਸੇ ਤਰ੍ਹਾਂ ਇਹ ਜੀਵ ਰਤਨ ਵਿਰਾਗ, ਰਤਨ ਵਾਹਿਗੁਰੂ ਦਾ ਨਾਮ, ਰਤਨ ਵਾਹਿਗੁਰੂ ਦਾ ਗਿਆਨ, ਇਸ ਰਤਨ ਨੂੰ ਤਿਆਗ ਕੇ ਕੌਡੀ ਸੰਗ ਰਚੈ। ਕੌਡੀ ਸੰਸਾਰ ਦੇ ਤਮਾਮ ਸੁੱਖ ਵਿਸ਼ੇ, ਸਭ ਕੁਝ ਜੋ ਹੈ ਸੰਸਾਰ ਵਿੱਚ, ਮਾਇਆ ਸੰਸਾਰ ਦੀ, ਸੁੱਖ ਪਦਾਰਥ, ਵਾਹਿਗੁਰੂ ਨੂੰ ਭੁੱਲ ਕੇ ਕੌਡੀ ਦੇ ਨਾਲ ਰਚ ਰਿਹਾ ਹੈ। ਅਤੇ ਜਿਹੜਾ ਹੀਰੇ ਨੂੰ, ਰਤਨ ਨੂੰ ਤਿਆਗ ਕੇ ਕੌਡੀਆਂ ਨਾਲ ਚਿੱਤ ਲਾ ਲੇ, ਉਹਨੂੰ ਸਮਝ ਹੀ ਕਿਹਾ ਜਾਏਗਾ, ਇਆਣਾ ਹੀ ਕਿਹਾ ਜਾਏਗਾ। ਸਾਚ ਛੋੜ ਝੂਠ ਸੰਗ ਮਚੈ। ਝੂਠ ਸਦਾ ਨਾ ਰਹਿਣ ਵਾਲੀ ਚੀਜ਼ ਦਾ ਨਾਮ ਹੈ। ਜੋ ਨਾਸਵੰਤ ਆ ਉਹ ਝੂਠ ਹੈ। ਸਿਆਣੇ ਕਹਿੰਦੇ ਝੂਠ ਦੇ ਪੈਰ ਨਹੀਂ ਹੁੰਦੇ। ਝੂਠ ਵਕਤੀ ਤੌਰ 'ਤੇ ਫਲਦਾ ਫੁੱਲਦਾ ਦਿਸਦਾ, ਪਰ ਅਖੀਰ ਨੂੰ ਸੱਚ ਜਿੱਤਦਾ। ਸੱਚ ਕਿਉਂਕਿ ਸਦੀਵੀ ਰਹਿੰਦਾ ਅਤੇ ਆਖਰ ਜਿੱਤ ਜਾਂਦਾ। ਸੋ ਇਸ ਕਰਕੇ ਸੱਚ ਨੂੰ ਛੱਡ ਕੇ ਜੀਵ ਝੂਠ ਸੰਗ ਮਚੈ। ਮਚੈ ਦਾ ਅਰਥ ਹੈ ਵੀ ਬੜਾ ਖੁਸ਼ ਪ੍ਰਸੰਨ ਹੁੰਦਾ, ਬੜਾ ਤਦਾਕਾਰ ਹੁੰਦਾ, ਬੜੇ ਭੰਗੜੇ ਪਾਉਂਦਾ, ਬੜੀਆਂ ਛਾਲਾਂ ਮਾਰਦਾ। ਇਹ ਮੱਚਣਾ, ਉਂਝ ਤੇ ਮੱਚਣਾ ਅੱਗ ਦਾ ਹੁੰਦਾ, ਜਿਵੇਂ ਅੱਗ ਮੱਚਦੀ ਹੈ। ਅਤੇ ਇੱਥੇ ਅਰਥ ਹੈ ਵੀ ਤਦਾਕਾਰ ਹੁੰਦਾ, ਖੁਸ਼ ਪ੍ਰਸੰਨ ਹੁੰਦਾ। ਜੋ ਛੱਡਣਾ ਸੋ ਅਸਥਿਰ ਕਰ ਮਨ ਹੈ। ਜੋ ਛੱਡਣਾ ਹੈ, ਅੰਤ ਨੂੰ ਛੱਡ ਕੇ ਚਲੇ ਜਾਣਾ ਨਾ ਪਰਲੋਕ ਨੂੰ, ਜੋ ਛੱਡਣ ਵਾਲੀ ਚੀਜ਼ ਹੈ, ਜੋ ਸਾਥ ਛੱਡ ਜਾਣ ਵਾਲੀ, ਜਿਸ ਨੂੰ ਛੱਡ ਕੇ ਚਲੇ ਜਾਣਾ, ਉਸ ਨੂੰ ਸਥਿਰ ਕਰਕੇ, ਗੁਰਬਾਣੀ ਵਿੱਚ ਐੜਾ ਨਾਲ ਵਰਤਿਆ ਜਾਂਦਾ। ਸਥਿਰ ਸਦਾ ਰਹਿਣ, ਅਸਥਿਰ ਸਦੀਵੀ ਰਹਿਣ ਵਾਲੀ ਚੀਜ਼ ਮੰਨ ਲੈਂਦਾ ਹੈ। ਜੋ ਛੱਡ ਜਾਣਾ ਹੈ, ਜੇਤੀ ਸਮੱਗਰੀ ਦੇਖੋ ਰੇ ਨਰ ਤੇਤੀ ਹੀ ਛੱਡ ਜਾਨੀ, ਉਸ ਨੂੰ ਸਥਿਰ ਕਰਕੇ ਮੰਨਦਾ। ਜੋ ਹੋਵਨ ਸੋ ਦੂਰ ਪਰਾਨਾ। ਜੋ ਹੋਣ ਵਾਲਾ ਸਦਾ ਹੀ, ਜੋ ਹੋਂਦ ਵਾਲਾ ਮਤਲਬ ਪਹਿਲਾਂ ਵੀ ਸੀ, ਹੁਣ ਵੀ, ਹੋਵਨਹਾਰ ਹੋਤ ਸਦਾ ਆਇਆ ਵਾਹਿਗੁਰੂ ਪਰਮਾਤਮਾ, ਉਸ ਦਾ ਸੱਚਾ ਨਾਮ। ਜੋ ਸਦਾ ਹੋਣ ਵਾਲਾ ਹੈ, ਉਸ ਨੂੰ ਦੂਰ ਪਰਾਨਾ ਪਛਾਣਦਾ, ਦੂਰ ਸਮਝਦਾ ਹੈ। ਛੋੜ ਜਾਏ ਤਿਸ ਕਾ ਸ਼ਰਮ ਕਰੈ। ਜਿਹੜੀ ਵਸਤੂ ਨੇ ਛੱਡ ਜਾਣਾ, ਇਸ ਨੂੰ, ਇਹਦਾ ਸਾਥ ਛੱਡ ਜਾਣਾ, ਉਸ ਦੀ ਪ੍ਰਾਪਤੀ ਵਾਸਤੇ ਸ਼ਰਮ ਮਿਹਨਤ ਕਰਦਾ। ਸ਼ਰਮ ਦਾ ਅਰਥ ਵਿਰਾਗ ਵੀ ਹੈ, ਸ਼ਰਮ ਦਾ ਅਰਥ ਮਿਹਨਤ ਹੈ। ਸ਼ਰਮ ਦਾ ਅਰਥ ਸ਼ਰਮ, ਲੱਜਾ, ਹਿਆ ਜਿਹਨੂੰ ਕਹਿੰਦੇ, ਉਹ ਵੀ ਕਈ ਅਰਥ ਨੇ। ਸ਼ਰਮ ਦਾ ਅਰਥ ਵਿਰਾਗ ਵੀ ਹੈ, ਪਰ ਇੱਥੇ ਸ਼ਰਮ ਦਾ ਅਰਥ ਹੈ ਕਿ ਬੜਾ ਥਕਾਨ ਪ੍ਰਾਪਤ ਕਰਦਾ, ਬੜੀ ਮਿਹਨਤ ਕਰਦਾ। ਸੰਗ ਸਹਾਈ ਤਿਸ ਪਰ ਹਰੈ। ਜਿਹੜਾ ਸੰਗ ਸਾਥ ਰਹਿ ਕੇ ਸਹਾਈ ਹੋਣ ਵਾਲਾ, ਸਾਥ ਦੇਣ ਵਾਲਾ ਹੈ, ਵਾਹਿਗੁਰੂ ਜੀ ਦਾ ਨਾਮ, ਵਾਹਿਗੁਰੂ ਦਾ ਪ੍ਰੇਮ, ਸੱਚਾਈ, ਉਸ ਨੂੰ ਪਰ ਹਰੈ ਤਿਆਗਦਾ ਹੈ ਜੀਵ। ਜਿਹੜਾ ਸਦਾ ਵਾਸਤੇ ਸਾਥ ਰਹਿ ਕੇ ਸਹਾਇਤਾ ਕਰਦਾ, ਇਹ ਮਨ ਉਸ ਦਾ ਤਿਆਗ ਕਰਦਾ ਹੈ। ਹਜ਼ੂਰ ਫਰਮਾਉਂਦੇ ਨੇ, ਚੰਦਨ ਲੇਪ ਉਤਾਰੈ ਧੋਏ। ਅਗਲੀ ਪੰਕਤੀ ਵਿੱਚ ਗਰਦਬ ਲਿਖਿਆ ਬਜਾ। ਗਰਦਬ ਦਾ ਅਰਥ ਹੈ ਖੋਤਾ। ਜਿਹੜਾ ਖੋਤਾ ਹੈ, ਹਜ਼ੂਰ ਨੇ ਅਨੇਕਾਂ ਥਾਈਂ ਇਹ ਪ੍ਰਮਾਣ ਦੇ ਦਿੱਤੇ। ਚੰਦਨ ਲੇਪ ਹੋਤ ਦੇ ਕੋ ਸੁਖ ਗਰਦਬ ਭਸਮ ਸੰਗੀਤ। ਜੇ ਖੋਤੇ ਦੇ ਸਰੀਰ 'ਤੇ ਚੰਗੀ ਤਰ੍ਹਾਂ ਇਸ਼ਨਾਨ ਕਰਾ ਕੇ ਸਾਬਣਾ ਸ਼ੈਂਪੂਆਂ ਨਾਲ ਚੰਦਨ ਦਾ ਲੇਪ ਕਰ ਦਿੱਤਾ ਜਾਏ, ਅਤੇ ਖੋਤੇ ਦਾ ਸੁਭਾਅ ਨਹੀਂ ਬਦਲਿਆ ਜਾਂਦਾ, ਉਹ ਫਿਰ ਖਾਕ ਵਿੱਚ ਜਾ ਕੇ ਲੇਟਦਾ, ਮਿੱਟੀ ਸੁਆਹ ਆਪਣੇ ਸਰੀਰ 'ਤੇ ਪਾ ਲੈਂਦਾ। ਚੰਦਨ ਲੇਪ ਉਤਾਰੈ ਧੋਏ। ਚੰਦਨ ਦਾ ਲੇਪਾ ਵੀ ਕਰ ਦਈਏ ਅਤੇ ਫਿਰ ਵੀ ਉਹਨੇ ਕਿਤੇ ਛਪੜੀ ਛੁਪੜੀ ਜਾ ਵੜਨਾ। ਖੋਤੇ ਨੇ ਪਾਣੀ ਦੇ ਛੱਪੜ ਜਾ ਵੜਿਆ ਅਤੇ ਉੱਥੇ ਉਸ ਪਾਣੀ ਨਾਲ ਲੇਟ ਲੇਟ ਕੇ ਧੋ ਕੇ ਉਹਨੇ ਚੰਦਨ ਨੂੰ ਪਰੇ ਕਰ ਦੇਣਾ। ਚੰਦਨ ਦਾ ਲੇਪਾ ਉਤਾਰ ਦਿੰਦਾ ਆਪਣੇ ਸਰੀਰ ਨੂੰ ਧੋ ਕੇ। ਗਰਦਬ ਪ੍ਰੀਤ ਭਸਮ ਸੰਗ ਹੋਏ, ਕਿਉਂਕਿ ਗਰਦਬ ਖੋਤੇ ਦਾ ਸੁਭਾਅ ਹੀ ਐਸਾ, ਉਹਦੇ ਮਨ ਦੀ ਪ੍ਰੀਤ ਭਸਮ ਮਿੱਟੀ ਦੇ ਨਾਲ ਹੀ ਹੁੰਦੀ ਹੈ। ਇਸੇ ਤਰ੍ਹਾਂ ਇਸ ਜੀਵ ਦੀ ਹਾਲਤ ਹੈ। ਇਹਨੂੰ ਗੁਰਾਂ ਦਾ ਉਪਦੇਸ਼ ਰੂਪੀ ਜਿਹੜਾ ਚੰਦਨ ਹੈ, ਉਹ ਚੰਗਾ ਨਹੀਂ ਲੱਗਦਾ। ਇਹ ਸੁਣ ਕੇ ਮਨ ਦੇ ਉੱਪਰ ਲੱਗਾ ਨਹੀਂ ਰਹਿਣ ਦਿੰਦਾ, ਛੇਤੀ ਧੋ ਦਿੰਦਾ ਸੰਸਾਰ ਗੱਲਾਂ ਨਾਲ, ਵਿਕਾਰਾਂ ਦੀਆਂ ਗੱਲਾਂ, ਨਿੰਦਿਆ ਚੁਗਲੀ ਨਾਲ। ਕਿਉਂਕਿ ਜਿਹੜੀ ਭਸਮ ਹੈ ਸੰਸਾਰ ਦੀ, ਉਹਦੇ ਨਾਲ ਦੀ ਪ੍ਰੀਤ ਹੈ। ਭਸਮ ਦੀ ਨਿਆਈ ਵਿਕਾਰ ਹਨ, ਸ਼ਾਰ ਰੂਪ ਵਿਕਾਰ ਨੇ, ਇਹਨਾਂ ਦੇ ਨਾਲ, ਇਸ ਭਸਮ ਦੇ ਨਾਲ, ਇਸ ਗਰਦਬ ਵਰਗੇ, ਖੋਤੇ ਵਰਗੇ ਜੀਵ ਦੀ ਪ੍ਰੀਤ ਹੈ। ਅੰਧਕੂਪ ਮਹਿ ਪਤਤ ਬਿਕਰਾਲ। ਹੇ ਵਾਹਿਗੁਰੂ ਜੀ, ਜਿਹੜਾ ਇਹ ਸੰਸਾਰ ਰੂਪੀ ਸੰਸਾਰ ਵਿਖਿਆ ਕੂਪ, ਤਮ ਗਿਆਨ ਮੋਹਤ ਕੂਪ, ਇਹ ਜਿਹੜਾ ਅੰਨਾ ਖੂਹ ਹੈ, ਬਿਕਰਾਲ, ਡਰਾਉਣਾ,
ਇਹਦੇ ਵਿੱਚ ਇਹ ਜੀਵ ਪਤਤ ਡਿੱਗ ਰਿਹਾ ਹੈ। ਇੰਜ ਵੀ ਅਰਥ ਹੈ ਕਿ ਅੰਨੇ ਖੂਹ ਵਿੱਚ ਡਿੱਗ ਕੇ ਇਹ ਪਤਤ ਡਿੱਗ ਕੇ ਤੇ ਵਿਕਰਾਲ ਡਰਾਉਣਾ ਬਣ ਗਿਆ। ਅੰਨੇ ਖੂਹ 'ਚ ਜੇ ਕੋਈ ਡਿੱਗਿਆ ਰਹੇ, ਗਾਰੇ ਨਾਲ ਲਿਬੜ ਜਾਏ ਤੇ ਉਹਦੀ ਸ਼ਕਲ ਵੀ ਵਿਕਰਾਲ ਜੀ ਡਰਾਉਣੀ ਜੀ ਬਣ ਜਾਂਦੀ ਹੈ ਨਾ। ਜਿਹੜਾ ਪੁਰਾਣਾ ਖੂਹ ਪਿਆ ਹੋਵੇ ਤੇ ਉਹਦੇ 'ਚ ਗੈਸਾਂ ਵੀ ਬਣੀਆਂ ਹੁੰਦੀਆਂ, ਚਿੱਕੜ ਚੁੱਭਾ ਵੀ ਹੁੰਦਾ, ਉਹਦੇ 'ਚ ਖੁੱਭ ਜਾਂਦਾ ਜੀ। ਸੋ ਇਸ ਪ੍ਰਕਾਰ ਵਿਕਰਾਲ ਡਰਾਉਣਾ ਜਿਹੜਾ ਅੰਨਾ ਖੂਹ ਹੈ, ਹਨੇਰੇ ਵਾਲਾ ਇਹ ਸੰਸਾਰ, ਇਹਦੇ ਮੋਹ ਰੂਪੀ ਖੂਹ ਦੇ ਵਿੱਚ ਇਹ ਪਤਤ ਡਿੱਗ ਰਿਹਾ ਹੈ ਤੇ ਡਰਾਉਣਾ ਬਣ ਗਿਆ। ਇਹਦੀ ਸ਼ਕਲ ਸੂਰਤ ਡਰਾਉਣੀ ਬਣ ਗਈ ਅੰਦਰੋਂ। ਨਾਨਕ ਕਾਢ ਲਿਹੋ ਪ੍ਰਭ ਦਇਆਲ। ਹਜ਼ੂਰ ਫਰਮਾਉਂਦੇ ਨੇ ਕਿ ਹੇ ਵਾਹਿਗੁਰੂ ਜੀ, ਤੁਸੀਂ ਤਾਂ ਦਿਆਲੂ ਕਿਰਪਾਲੂ ਹੋ, ਤੁਸੀਂ ਦਿਆਲੂ ਹੋ ਕਿ ਸੱਚੇ ਪਾਤਸ਼ਾਹ ਪ੍ਰਭੂ ਜੀ ਇਸ ਜੀਵ ਨੂੰ ਕੱਢ ਲਓ ਤਾਂ ਇਹ ਬਚ ਸਕਦਾ। ਇਹ ਆਪੇ ਨਹੀਂ ਨਿਕਲ ਸਕਦਾ ਇਸ ਅੰਨੇ ਖੂਹ ਵਿੱਚੋਂ। ਕਰਤੂਤ ਪਸ਼ੂ ਕੀ ਮਾਨਸ ਜਾਤ। ਹਜ਼ੂਰ ਨੇ ਕਿਹਾ ਬਿਨ ਕਰਤੂਤੀ ਮੁਕਤ ਨਾ ਪਾਈਐ। ਕਰਤੂਤ ਹੀ ਚੰਗੀ ਬਣੇਗੀ ਤਾਂ ਫਿਰ ਸਾਨੂੰ ਮੁਕਤੀ ਹਾਸਲ ਹੋਵੇਗੀ। ਇਹ ਜਾਮਾ ਇਨਸਾਨ ਦਾ ਹੈ, ਮਨੁੱਖ ਦੀ ਹਾਲਤ ਬਿਆਨ ਕਰ ਰਹੇ ਨੇ ਸਤਿਗੁਰੂ ਵੀ ਮਾਨਸ ਜਾਤ ਹੈ ਇਸ ਦੀ। ਮਾਨਸ ਕੀ ਜਾਤ ਸਵੈ ਕਹਿ ਪਹਿਚਾਨ। ਉਹ ਜਾਤਾਂ ਅਸੀਂ ਵੱਖਰੀਆਂ ਵੱਖਰੀਆਂ ਬੜੀਆਂ ਬਣਾ ਲਈਆਂ, ਪਰ ਹਜ਼ੂਰ ਕਹਿੰਦੇ ਨੇ ਮਨੁੱਖ ਦੀ ਜਾਤ ਮਨੁੱਖ ਹੈ। ਜਾਤ ਮਨੁੱਖ ਦੀ, ਜਾਮਾ ਇਨਸਾਨ ਵਾਲਾ ਹੈ, ਪਰ ਕਰਤੂਤ ਇਹਦੀ ਪਸ਼ੂਆਂ ਵਾਲੀ ਹੈ। ਪਸ਼ੂ ਤਗੜੇ ਤੋਂ ਡਰਨਾ, ਕਮਜ਼ੋਰ ਨੂੰ ਡਰਾਉਣਾ। ਸੋ ਇਸ ਪ੍ਰਕਾਰ ਔਲਾਦ ਪੈਦਾ ਕਰਨੀ, ਖਾਣਾ ਤੇ ਸੌਣਾ, ਇਹ ਤੇ ਆਦਿਕ ਪਸ਼ੂਆਂ ਵਾਲੇ ਲੱਛਣ ਹਨ। ਜੇ ਵਾਹਿਗੁਰੂ ਦਾ ਸਿਮਰਨ ਨਹੀਂ ਹੈ ਤੇ ਪਸ਼ੂਆਂ ਵਾਲੀ ਕਰਤੂਤ ਹੈ। ਲੋਕ ਪਚਾਰਾ ਕਰੈ ਦਿਨ ਰਾਤ। ਲੋਕਾਂ ਨੂੰ ਪ੍ਰਚਾਉਣ ਵਾਲਾ ਕਰਮ, ਲੋਕਾਂ ਨੂੰ ਖੁਸ਼ ਕਰਨ ਵਾਲਾ, ਇਹ ਦਿਨੇ ਰਾਤ ਐਸਾ ਕਰਦਾ ਹੈ। ਤੇ ਜਿਸ ਤਰ੍ਹਾਂ ਲੋਕ ਪ੍ਰਸੰਨ ਹੋਣ, ਲੋਕ ਖੁਸ਼ ਹੋਣ, ਲੋਕਾਂ ਦਾ ਪ੍ਰਭਾਵ ਮੰਨਦਾ ਹੈ। ਔਰ ਬਾਹਰ ਭੇਖ ਅੰਤਰ ਮਲ ਮਾਇਆ। ਬਾਹਰੋਂ ਭੇਖ ਤਾਂ ਧਾਰਮਿਕ ਬਣਾਇਆ ਹੁੰਦਾ, ਬਾਹਰੋਂ ਭੇਖ ਬੜਾ ਕਰਦਾ, ਚੰਗੇ ਇਨਸਾਨ ਬਣਨ ਦਾ ਵਿਖਾਵਾ ਬੜਾ ਕਰਦਾ। ਅੰਦਰ ਮਾਇਆ ਦੀ ਮੈਲ ਹੈ, ਮਾਇਆ ਦੀ ਪਕੜ ਜਕੜ, ਇਹ ਮਲ ਲੱਗੀ ਹੋਈ ਹੈ, ਮਾਇਆ ਦੀ ਮੈਲ। ਛਪਸ ਨਾਹੇ ਕਛ ਕਰੈ ਛਪਾਇਆ। ਇਹ ਕਰਦਾ ਯਤਨ ਸਾਰੇ ਆਪਣੇ ਕਰਮਾਂ ਨੂੰ ਛਪਾਉਣ ਦੇ, ਪਰ ਕੁਛ ਵੀ ਛੁਪਦਾ ਨਹੀਂ ਹੈ। ਸਾਰਾ ਕੁਝ ਅੰਦਰ ਕਮਾਣਾ ਸਿਰ ਪਰ ਉਗੜਾ ਭਾਵ ਹੈ, ਕੋਈ ਬਹਿ ਧਰਤੀ ਵਿੱਚ ਕਮਾਈ। ਅੰਤਰ ਬਹਿ ਕੇ ਕਰਮ ਕਮਾਵੇ, ਸੋਚੋਂ ਕੁੰਡੀ ਜਾਣੀਐ। ਜੋ ਧਰਮ ਕਮਾਵੇ ਤਿਸ ਧਰਮ ਨਾਉ ਹੋਵੇ, ਪਾਪ ਕਮਾਣੇ ਪਾਪੀ ਜਾਣੇ। ਬਾਹਰ ਗਿਆਨ ਧਿਆਨ ਇਸ਼ਨਾਨ। ਬਾਹਰੀ ਤੌਰ 'ਤੇ ਤਾਂ ਬੜੀਆਂ ਗਿਆਨ ਦੀਆਂ ਗੱਲਾਂ ਕਰਦਾ, ਬੜਾ ਧਿਆਨ ਜੋੜਨ ਦਾ ਵਿਖਾਵਾ ਕਰਦਾ, ਸਮਾਧੀਆਂ ਲਾਉਂਦਾ, ਇਸ਼ਨਾਨ ਬੜੇ ਤੀਰਥਾਂ ਦੇ ਕਰਦਾ। ਅੰਤਰ ਵਿਆਪੈ ਲੋਭ ਸਵਾਨ। ਅੰਦਰ ਲੋਭ ਰੂਪੀ ਕੁੱਤਾ ਆਪਣਾ ਜ਼ੋਰ ਪਾਈ ਰੱਖਦਾ, ਲੋਭ ਅਸਰ ਕਰਦਾ। ਪਦਾਰਥਾਂ ਨੂੰ ਜਮ੍ਹਾਂ ਕਰਨ ਦੀ ਲਾਲਸਾ, ਹੋਰ ਇਕੱਠੇ ਕਰ ਲਵਾਂ, ਹੋਰ ਇਕੱਠੇ ਕਰ ਲਵਾਂ। ਇੱਕ ਹਜ਼ੂਰ ਦਾ ਬਚਨ ਹੈ ਕਿ ਲੋਭ ਲਹਿਰ ਸਭ ਸਵਾਨ ਹਲਕ ਹੈ, ਹਲਕਿਓ ਸਭੈ ਬਿਗਾਰੇ। ਲੋਭ ਦੀ ਜਿਹੜੀ ਲਹਿਰ ਹੈ ਨਾ, ਕੁੱਤੇ ਦੇ ਹਲਕਾ ਵਰਗੀ ਹੈ। ਜਿਉ ਕੂਕਰ ਹਰਕਾਇਆ ਧਾਵੈ ਦਹਿ ਦਿਸ ਜਾਏ, ਲੋਭੀ ਜੰਤ ਨਾ ਜਾਣੇ ਭਖ ਭਖ ਸਭ ਖਾਏ। ਜਿਹੜਾ ਹਲਕਾ ਕੁੱਤਾ ਹੈ ਉਹਦੀਆਂ ਕੁਝ ਨਿਸ਼ਾਨੀਆਂ ਦੂਜੇ ਕੁੱਤਿਆਂ ਤੋਂ ਭਿੰਨ ਹੋ ਜਾਂਦੀਆਂ ਨੇ। ਜਿਹੜਾ ਆਮ ਕੁੱਤਾ ਉਹਦੀ ਪੂਛ ਵਿੰਗੀ ਹੁੰਦੀ ਹੈ, ਪਰ ਜਦੋਂ ਹਲਕਾ ਹੋ ਜਾਂਦਾ ਉਹਦੀ ਪੂਛ ਸਿੱਧੀ ਹੋ ਜਾਂਦੀ ਹੈ। ਇਸੇ ਤਰ੍ਹਾਂ ਫਿਰ ਉਸ ਕੁੱਤੇ ਦੇ ਮੂੰਹ ਵਿੱਚੋਂ ਝੱਗ ਡਿੱਗਦੀ ਹੈ। ਇੱਕ ਉਹ ਸਿੱਧਾ ਹੀ ਦੌੜਦਾ, ਤੇ ਹੋਰ ਨਿਸ਼ਾਨੀ ਕਿ ਹਰ ਇੱਕ ਨੂੰ ਵੱਢਦਾ। ਆਮ ਜਿਹੜਾ ਘਰ 'ਚ ਕੁੱਤਾ ਰੱਖਿਆ ਤੰਦਰੁਸਤ ਹੈ, ਉਹ ਆਪਣਿਆਂ ਨੂੰ ਨਹੀਂ ਵੱਢਦਾ, ਬਗਾਨਿਆਂ ਨੂੰ ਭੌਂਕਦਾ ਤੇ ਵੱਢਦਾ। ਪਰ ਜਿਹੜਾ ਹਲਕਾ ਕੁੱਤਾ ਉਹ ਹਰ ਇੱਕ ਨੂੰ ਵੱਢਦਾ। ਇੱਕ ਨਿਸ਼ਾਨੀ ਕਿ ਉਹ ਪਾਣੀ ਦੇ ਨੇੜੇ ਨਹੀਂ ਜਾ ਸਕਦਾ। ਇਹ ਤੇ ਆਦਿਕ ਇਸੇ ਤਰ੍ਹਾਂ ਜਿਹੜਾ ਲੋਭੀ ਆਦਮੀ ਹੈ ਨਾ, ਹਲਕੇ ਕੁੱਤੇ ਵਰਗਾ ਤਾਂ ਗਿਆ, ਇੱਕ ਤਾਂ ਉਹਦੀ ਬਿਰਤੀ ਰੂਪੀ ਪੂਛ ਸਿੱਧੀ ਹੋ ਜਾਂਦੀ ਸਿਰਫ ਮਾਇਆ ਵੱਲ, ਔਰ ਉਹਨੂੰ ਮਾਇਆ ਹੀ ਦਿਸਦੀ ਹੈ। ਆਪਣਾ ਲਾਲਸਾ ਲਾਲਚ ਹੀ ਦਿਸਦਾ, ਪਦਾਰਥ ਹੀ ਦਿਸਦਾ, ਹੋਰ ਕੁਛ ਨਹੀਂ, ਦੀਨ ਮਾਨ ਧਰਮ ਨਹੀਂ ਦਿਸਦਾ। ਇਸੇ ਪ੍ਰਕਾਰ ਉਹ ਸਿੱਧਾ ਸਿਰ ਤੋੜ ਦੌੜਦਾ, ਸਿਰਫ ਪਦਾਰਥਾਂ ਨੂੰ ਇਕੱਠੇ ਕਰਨ ਵਾਸਤੇ ਦੌੜ ਭੱਜਿਆ ਦਿਨੇ ਰਾਤ। ਹਰ ਇੱਕ ਨੂੰ ਵੱਢਦਾ, ਹਰ ਇੱਕ ਦੀ ਨਿੰਦਿਆ ਕਰਨੀ ਤੇ ਦਾ ਮਾਰਨਾ।
ਆਪਣਾ ਬਗਾਨਾ ਕੁਝ ਨਹੀਂ ਵੇਖਦਾ, ਹਰ ਇੱਕ ਦਾ ਨਾਲ ਠੱਗੀ ਮਾਰਨ ਦਾ ਉਹਦਾ ਖਿਆਲ ਹੁੰਦਾ। ਆਪਣਾ ਲੋਭ ਲਾਲਚ ਹੀ ਵੇਖਦਾ ਹਰ ਇੱਕ ਦੇ ਵਿੱਚੋਂ ਕਿੱਥੋਂ ਲਾਭ ਹੋਵੇਗਾ। ਔਰ ਨਿੰਦਿਆ ਰੂਪੀ ਝੱਗ ਉਹਦੇ ਮੂੰਹ 'ਚੋਂ ਡਿੱਗਦੀ ਹੈ। ਸਤ ਸੰਗਤ ਰੂਪੀ ਪਾਣੀ ਦੇ ਘਾਟ ਕਿਨਾਰੇ 'ਤੇ ਨਹੀਂ ਜਾ ਸਕਦਾ। ਇਹ ਤੇ ਆਦਿਕ ਤਾਂ ਕਰਕੇ ਲੋਭੀ ਆਦਮੀ ਨੂੰ ਹਲਕੇ ਕੁੱਤੇ ਵਰਗਾ ਕਿਹਾ। ਹਜ਼ੂਰ ਕਹਿੰਦੇ ਨੇ ਅੰਤਰ ਵਿਆਪੈ ਲੋਭ ਸਮਾਨ। ਬਾਹਰੋਂ ਗਿਆਨ ਦੀਆਂ ਗੱਲਾਂ, ਧਿਆਨ ਜੋੜਨ ਦੀਆਂ, ਸਮਾਧੀਆਂ ਲਾਉਣ ਦੀਆਂ ਗੱਲਾਂ, ਵਿਖਾਵਾ ਸਮਾਧੀ ਦਾ, ਜਿਵੇਂ ਰਾਮ ਤੀਰਥ ਸਥਾਨ 'ਤੇ ਉਹ ਹਿੰਦੂ ਮਤ ਦਾ ਪੰਡਤ ਵਿਦਵਾਨ ਮੂਰਤੀਆਂ ਮਜੰਗੀ 'ਤੇ ਰੱਖ ਕੇ ਧਿਆਨ ਜੋੜ ਕੇ ਬੈਠਾ ਸੀ। ਕਹਿੰਦਾ ਸੀ ਤਿੰਨਾਂ ਲੋਕਾਂ ਦਾ ਗਿਆਨ ਹੁੰਦਾ, ਪਰ ਹਜ਼ੂਰ ਗੁਰੂ ਨਾਨਕ ਸਾਹਿਬ ਨੇ ਦਾ ਪਖੰਡ ਪ੍ਰਗਟ ਕੀਤਾ, ਉਹਨੂੰ ਸਿੱਖਿਆ ਦਿੱਤੀ, ਵਾਹਿਗੁਰੂ ਦਾ ਨਾਮ ਸੱਚੇ ਦਿਲੋਂ ਜਪ, ਘਰ ਬੈਠਾ ਜਪ, ਵਾਹਿਗੁਰੂ ਸਭ ਕੁਝ ਦੇਵੇਗਾ। ਇਸ਼ਨਾਨ ਬੜੇ ਕਰਦਾ ਤੀਰਥ ਆਦਿਕਾਂ ਦੇ, ਪਰ ਅੰਦਰ ਲੋਭ ਰੂਪੀ ਕੁੱਤਾ ਵਿਆਪਦਾ ਹੈ, ਜ਼ੋਰ ਪਾਈ ਰੱਖਦਾ ਹੈ। ਅੰਤਰ ਅਗਨ ਬਾਹਰ ਤਨ ਸੁਆਹ। ਜਦੋਂ ਅੰਦਰ ਅੱਗ ਮੱਚ ਰਹੀ ਹੈ ਤੇ ਬਾਹਰੋਂ ਤਨ ਵੀ ਸੁਆਹ ਰੂਪ, ਖਾਕ ਰੂਪ ਹੋ ਗਿਆ ਇਸ ਦਾ। ਅੰਦਰ ਪੰਚ ਅਗਨ ਤਿਤ ਲਾਗ ਰਹੀ, ਕਾਇਆ ਆਰਣ ਮਨ ਵਿੱਚ ਲੋਹਾ, ਪੰਚ ਅਗਨ ਤਿਤ ਲਾਗ ਰਹੀ। ਕੋਇਲੇ ਪਾਪ ਪੜੇ ਤਿਸ ਉੱਪਰ, ਮਨ ਜਲਿਆ ਸੰਨੀ ਚਿੰਤ ਪਈ। ਇਸ ਤਰ੍ਹਾਂ ਦੀ ਹਾਲਤ ਬਣ ਗਈ ਹੈ। ਜਦੋਂ ਅੰਦਰ ਅੱਗ ਹੈ ਪੰਜਾਂ ਵਿਕਾਰਾਂ ਦੀ, ਤੇ ਫਿਰ ਅੰਦਰਲੀ ਅੱਗ ਕਰਕੇ, ਵਿਕਾਰਾਂ ਕਰਕੇ, ਬਾਹਰੋਂ ਸਰੀਰ ਵੀ ਛਾਰ ਰੂਪ ਹੋ ਗਿਆ, ਮਾਨੋ ਸੁਆਹ ਹੀ ਬਣਿਆ ਹੋਇਆ। ਤੇ ਬੰਦਗੀ ਵਾਲਿਆਂ ਦੇ ਸਰੀਰ ਨੂੰ ਸਤਿਗੁਰਾਂ ਨੇ ਕੰਚਨਵਤ ਕਿਹਾ ਹੈ, ਸੋਨੇ ਵਰਗਾ। ਗਲ ਪਾਥਰ ਕੈਸੇ ਤਰੈ ਅਥਾਹ। ਇਹ ਸੰਸਾਰ ਸਮੁੰਦਰ ਅਥਾਹ ਹੈ, ਜਿਹਦੀ ਥਾਹ ਹੀ ਨਹੀਂ ਪਾਈ ਜਾਂਦੀ। ਏਡਾ ਵੱਡਾ ਸੰਸਾਰ ਸਮੁੰਦਰ ਹੈ। ਤੇ ਜਦੋਂ ਕੋਈ ਮਨੁੱਖ ਆਪਣੇ ਗਲ ਵਿੱਚ ਪੱਥਰ ਬੰਨ੍ਹ ਲੈ, ਗਲ 'ਚ ਪੱਥਰ ਪਾ ਕੇ ਲਮਕਾਏ ਹੋਣ, ਤੇ ਪੱਥਰ ਦਾ ਸੁਭਾਅ ਤੇ ਡੋਬਦਾ ਹਰ ਇੱਕ ਨੂੰ ਜਿਹੜਾ ਉਹਦੇ ਨਾਲ ਜੁੜ ਜਾਏ। ਜਦੋਂ ਪਾਪਾਂ ਰੂਪੀ ਪੱਥਰ ਗਲ 'ਚ ਬੰਨ੍ਹ ਲਏ, ਮਨ ਰੂਪੀ ਗਲ ਵਿੱਚ, ਤੇ ਅਥਾਹ ਸੰਸਾਰ ਸਮੁੰਦਰ ਤੋਂ ਕਿਵੇਂ ਤਰਿਆ ਜਾ ਸਕਦਾ। ਜਾ ਕੇ ਅੰਤਰ ਬਸੈ ਪ੍ਰਭ ਆਪ। ਹਜ਼ੂਰ ਕਹਿੰਦੇ ਨੇ ਜਿਸ ਵਿਅਕਤੀ ਦੇ ਹਿਰਦੇ 'ਚ ਪ੍ਰਮਾਤਮਾ ਆਪ ਬਖਸ਼ਿਸ਼ ਕਰਕੇ ਵਸ ਜਾਂਦਾ, ਵਾਹਿਗੁਰੂ ਆਪਣਾ ਨਾਮ ਸਿਮਰਨ, ਆਪਣਾ ਚੇਤਾ, ਆਪਣਾ ਪ੍ਰੇਮ ਜਿਹਦੇ ਹਿਰਦੇ 'ਚ ਵਸਾ ਦਿੰਦਾ, ਨਾਨਕ ਤੇ ਜਨ ਸਹਿਜ ਸਮਾਤ। ਹਜ਼ੂਰ ਗੁਰੂ ਅਰਜਨ ਦੇਵ ਫਰਮਾਉਂਦੇ ਨੇ ਕਿ ਉਹ ਜਨ, ਉਹ ਸੇਵਕ ਸਹਿਜੇ ਹੀ, ਸੁਤੇ ਸਿੱਧ ਸੁਭਾਵਿਕ ਹੀ ਵਾਹਿਗੁਰੂ ਵਿੱਚ ਸਮਾ ਜਾਂਦੇ ਹਨ। ਔਰ ਸਹਿਜ ਮਾਨਸਿਕ ਅਡੋਲਤਾ ਵਾਲੀ ਅਵਸਥਾ ਵਿੱਚ ਉਹਨਾਂ ਦੀ ਸਮਾਈ ਹੋ ਜਾਂਦੀ ਹੈ। ਸੁਨ ਅੰਧਾ ਕੈਸੇ ਮਾਰਗ ਪਾਵੈ। ਇਸ ਜੀਵ ਦੀ ਹਾਲਤ ਬਿਆਨ ਕਰ ਰਹੇ ਨੇ। ਜਿਸ ਤਰ੍ਹਾਂ ਕੋਈ ਅੱਖਾਂ ਤੋਂ ਅੰਨਾ ਵਿਅਕਤੀ ਹੋਵੇ ਤੇ ਉਹਨੂੰ ਬੋਲ ਕੇ ਦੱਸੀਏ ਵੀ ਖੱਬੇ ਨੂੰ ਸੱਜੇ ਨੂੰ ਫਲਾਣੇ ਰਸਤੇ ਇੰਝ ਜਾਈਦਾ, ਇੰਝ ਜਾਈਦਾ, ਤੇ ਉਹ ਕੰਨਾਂ ਨਾਲ ਕੇਵਲ ਸੁਣ ਕੇ ਅੰਨਾ ਆਦਮੀ, ਅੱਖਾਂ ਤੋਂ ਅੰਨਾ ਆਦਮੀ ਤੇ ਮਾਰਗ ਨਹੀਂ ਨਾ ਪ੍ਰਾਪਤ ਕਰ ਸਕਦਾ। ਕਿਸ ਤਰ੍ਹਾਂ ਮਾਰਗ ਪ੍ਰਾਪਤ ਕਰ ਸਕਦਾ। ਕਰ ਗਹਿ ਲਿਹੋ ਊੜ ਨਿਭਾਵੈ। ਉਹਦਾ ਕਰ ਹੱਥ ਪਕੜ ਕੇ ਉਹਨੂੰ ਤੋਰੋ ਤੇ ਤਾਂ ਊੜਕ ਤੱਕ ਨਿਭਾਵੈ, ਤੁਹਾਡਾ ਸਾਥ ਨਿਭਾਵੇਗਾ, ਭਾਵ ਸਾਥ ਨਿਭ ਜਾਏਗਾ, ਤੋੜ ਤੱਕ ਪਹੁੰਚ ਜਾਏਗਾ। ਜਾਨੀ ਊੜਕ ਅਖੀਰ ਤੱਕ ਨਿਭਾਵੈ, ਪਹੁੰਚ ਜਾਂਦਾ, ਹੱਥ ਫੜ ਕੇ ਲੈ ਜਾਓ। ਤਾਂ ਇਹ ਇਸੇ ਤਰ੍ਹਾਂ ਜਿਹੜਾ ਜੀਵ ਹੈ, ਜਿਹੜੇ ਵਿਰਾਗ ਤੇ ਵਿਵੇਕ ਦੇ ਨੇਤਰ ਇਹਦੇ ਹੈ ਨਹੀਂ, ਇਹ ਅੰਨਾ ਹੈ। ਵਿਰਾਗ ਵਿਵੇਕ ਦੇ ਨੇਤਰ ਨਾ ਹੋਣ ਕਰਕੇ ਤੇ ਇਹ ਨਹੀਂ ਮਾਰਗ ਪ੍ਰਾਪਤ ਕਰ ਸਕਦਾ। ਇਹਦਾ ਮਨ ਰੂਪੀ ਹੱਥ ਵਾਹਿਗੁਰੂ ਜੀ ਪਕੜ ਲਵੋ ਤੇ ਤਾਂ ਇਹ ਤੋੜ ਤੱਕ ਨਿਭ ਸਕਦਾ ਹੈ, ਅਖੀਰ ਤੱਕ ਪ੍ਰੇਮ ਨਿਭਾ ਸਕਦਾ। ਕਹਾਂ ਬੁਝਾਰਤ ਬੂਝੈ ਡੋਰਾ। ਡੋਰਾ ਦਾ ਅਰਥ ਹੈ ਬੋਲਾ ਆਦਮੀ। ਜਿਹੜਾ ਬੋਲਾ ਆਦਮੀ ਹੈ ਉਹਨੂੰ ਕੋਈ ਬੁਝਾਰਤ ਪਾਈਏ ਤੇ ਉਹ ਕਿਵੇਂ ਆਸ ਰੱਖੀਏ ਵੀ ਉਹ ਬੁੱਝ ਜਾਏਗਾ। ਉਹ ਕੰਨਾਂ ਤੋਂ ਬੋਲਾ, ਉਹਨੂੰ ਤਾਂ ਸੁਣਿਆ ਹੀ ਕੁਛ ਨਹੀਂ, ਤੇ ਉਹ ਬੁਝਾਰਤਾਂ ਕਿਵੇਂ ਬੁੱਝ ਸਕਦਾ ਹੈ, ਪਹੇਲੀਆਂ ਕਿਵੇਂ ਬੁੱਝ ਸਕਦਾ ਹੈ। ਸੋ ਇਸ ਪ੍ਰਕਾਰ ਹੀ ਇਹ ਸ਼ਰਧਾ ਵਿਸ਼ਵਾਸ ਰੂਪੀ ਕੰਨਾਂ ਤੋਂ ਬਿਨਾਂ ਡੋਰਾ ਹੈ, ਇਹ ਬੋਲਾ ਜੀ, ਇਹ ਨਹੀਂ ਬੁੱਝ ਸਕਦਾ। ਨਿਸ ਕਹੀਐ ਤੋ ਸਮਝੈ ਭੋਰਾ। ਜਿਹੜਾ ਸ਼ਰਧਾ ਵਿਸ਼ਵਾਸ ਰੂਪੀ ਕੰਨਾਂ ਤੋਂ ਸਖਣਾ ਬੋਲਾ ਵਿਅਕਤੀ ਹੈ, ਉਹਨੂੰ ਜੇ ਨਿਸ ਰਾਤ ਕਹੀਏ ਤੇ ਉਸ ਰਾਤ ਨੂੰ ਭੋਰਾ, ਭੋਰ ਸਵੇਰ ਦਿਨ ਸਮਝੀ ਜਾਂਦਾ। ਰਾਤ ਕਹੀਏ ਦਿਨ, ਦਿਨ ਕਹੀਏ ਤੇ ਰਾਤ, ਬੋਲਾ ਜੀ ਹੋਇਆ। ਇਸ ਪ੍ਰਕਾਰ ਹੀ ਸ਼ਰਧਾ ਵਿਸ਼ਵਾਸ ਰੂਪੀ ਕੰਨਾਂ ਤੋਂ ਸਖਣਾ ਇਹ ਜੀਵ ਹੈ। ਇਹਨੂੰ ਦੱਸੋ ਕੁਝ ਹੋਰ ਤੇ ਸਮਝਦਾ ਕੁਝ ਹੋਰ ਹੈ। ਇਹਨੂੰ ਸੰਸਾਰ ਰੂਪੀ ਨਿਸ ਰਾਤ ਬਾਰੇ ਦੱਸੀਏ ਤੇ ਇਹਨੂੰ ਹੀ ਭੋਰਾ ਦਿਨ ਸਮਝੀ ਜਾਂਦਾ ਵੀ ਇਹ ਚਿੱਟਾ ਦਿਨ, ਇਹੀ ਗਿਆਨ ਹੈ ਸਾਰਾ ਕੁਝ।
ਸੰਸਾਰ ਅਗਿਆਨ ਹੈ, ਇਹਨੂੰ ਇਹ ਦਿਨ ਸਮਝੀ ਜਾਂਦਾ, ਗਿਆਨ ਰੂਪ ਸਮਝੀ ਜਾਂਦਾ। ਕਹਾਂ ਬਿਸ਼ਨ ਪਦ ਗਾਵੈ ਗੁੰਗ, ਜਿਹੜਾ ਗੂੰਗਾ ਆਦਮੀ ਹੈ ਕੀ ਉਸ ਤੋਂ ਆਸ ਹੈ ਕਿ ਉਹ ਬਿਸ਼ਨ ਪਦੇ ਗਾਉਣ ਲੱਗ ਜਾਏਗਾ? ਗੂੰਗਾ ਆਦਮੀ ਬਿਸ਼ਨ ਪਦੇ ਕਿਵੇਂ ਗਾ ਸਕਦਾ ਹੈ? ਸੋ ਇਸੇ ਪ੍ਰਕਾਰ ਵਾਹਿਗੁਰੂ ਉੱਪਰ ਇਹ ਭਾਵਨਾ ਨਹੀਂ ਰੱਖਦਾ, ਗੂੰਗਾ ਹੈ। ਅਤੇ ਇਸ ਤਰ੍ਹਾਂ ਭਾਵਨਾ ਤੋਂ ਬਗੈਰ ਕਿਵੇਂ ਇਹ ਬਿਸ਼ਨ ਪਦਾ ਮਤਲਬ ਬਿਸ਼ਨ ਵੈਸ ਨਾਮ ਸੰਸਾਰ ਦਾ ਅਨਚੇਸ਼ਟਾ ਕਰਾਉਣ ਵਾਲਾ ਜਿਹੜਾ ਵਾਹਿਗੁਰੂ ਹੈ ਉਹਦੇ ਜਸ ਦੇ ਪਦੇ ਕਿਵੇਂ ਗਾ ਸਕਦਾ? ਯਤਨ ਕਰੈ ਤਉ ਪੀ ਸੁਰ ਭੰਗ, ਜਿਹੜਾ ਗੂੰਗਾ ਆਦਮੀ ਹੈ ਜੇ ਬੋਲਣ ਦਾ ਯਤਨ ਵੀ ਕਰੇ ਤੇ ਉਹਦੀ ਸੁਰ ਭੰਗ ਹੋ ਜਾਂਦੀ ਹੈ, ਕਿਸੇ ਸੁਰ 'ਚ ਥੋੜ੍ਹਾ ਉਹ ਗਾ ਸਕਦਾ, ਆ ਹੀ ਕਰੀ ਜਾਏਗਾ। ਸੋ ਕਹਿ ਪਿੰਗਲ ਪਰਬਤ ਪਰ ਭਵਨ, ਪ੍ਰਭਵਨ ਪਾਠ ਵੀ ਕੀਤਾ ਹੈ ਮੇਰਾ ਖਿਆਲ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ। ਪ੍ਰਭਵਨ ਹੁੰਦਾ ਵਿਚਰਨਾ, ਵੀ ਪਿੰਗਲਾ ਆਦਮੀ ਪਰਬਤ 'ਤੇ ਕਿਵੇਂ ਵਿਚਰ ਸਕਦਾ? ਪਰ ਸੰਪਰਦਾਵਾਂ ਦੇ ਅਨੁਸਾਰ ਭਵਨ ਪਾਠ ਵੱਖਰਾ, ਪਰ ਵੱਖਰਾ। ਕਹਿ ਪਿੰਗਲ ਪਰਬਤ ਪਰ ਭਵਨ, ਪਿੰਗਲਾ ਕਿੱਥੇ ਪਰਬਤ ਉੱਪਰ ਭਵਨ ਘਰ ਬਣਾ ਸਕਦਾ ਹੈ? ਹੋਵੇ ਲੱਤਾਂ ਤੋਂ ਪਿੰਗਲਾ ਤੇ ਅਸੀਂ ਸਮਝੀਏ ਵੀ ਉਹਦਾ ਪਰਬਤ ਦੇ ਉੱਪਰ ਘਰ ਬਣਾਇਆ ਹੋਇਆ ਉਹਨੇ, ਇਹ ਨਹੀਂ ਹੋ ਸਕਦਾ। ਨਾ ਪਰਬਤ 'ਤੇ ਉਹ ਵਿਚਰ ਹੀ ਸਕਦਾ, ਪਿੰਗਲਾ ਹੈ ਲੱਤਾਂ ਤੋਂ। ਦੋਵੇਂ ਅਰਥ ਸਮਝ ਲੈਣੇ, ਪਰ ਟਕਸਾਲੀ ਪਾਠ ਪਰ ਵੱਖਰਾ, ਭਵਨ ਵੱਖਰਾ। ਨਹੀਂ ਹੋ ਤੂੰ ਹਾਂ ਉਸ ਗਵਨ, ਉੱਥੇ ਘਰ ਉਹਨੇ ਕੀ ਬਣਾਉਣਾ ਹੈ? ਹਜ਼ੂਰ ਕਹਿੰਦੇ ਉੱਥੇ ਉਹਦਾ ਗਵਨ ਜਾਣਾ ਹੀ ਨਹੀਂ ਹੋ ਸਕਦਾ, ਪਿੰਗਲਾ ਪਰਬਤ 'ਤੇ ਨਹੀਂ ਚੜ੍ਹ ਸਕਦਾ ਹੈ। ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ, ਇਹ ਸ਼ੁਭ ਕਰਮਾਂ ਰੂਪੀ ਪੈਰਾਂ ਤੋਂ ਬਗੈਰ ਹੈ। ਅਤੇ ਪਰਬਤ ਜਿਹੜਾ ਆਤਮ ਗਿਆਨ ਹੈ, ਪਰਮ ਪਦ ਹੈ, ਉਹ ਪਰਬਤ ਦੀ ਨੇ, ਉੱਥੇ ਕਿੱਥੇ ਇਹ ਘਰ ਬਣਾ ਲਏਗਾ? ਸੱਚਖੰਡ ਵਸਿਆ ਨਿਰੰਕਾਰ ਤੱਕ ਕਿਵੇਂ ਪਹੁੰਚ ਸਕਦਾ? ਇਹਦਾ ਉੱਥੇ ਗਵਨ ਪਹੁੰਚਣਾ ਨਹੀਂ ਹੋ ਸਕਦਾ, ਕਿਉਂਕਿ ਇਹ ਸ਼ੁਭ ਕਰਮਾਂ ਨਿਸ਼ਕਾਮ ਕਰਮਾਂ ਰੂਪੀ ਲੱਤਾਂ ਪੈਰਾਂ ਤੋਂ ਖਾਲੀ ਹੈ, ਪਿੰਗਲਾ ਹੈ। ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ, ਇੱਥੇ ਕਰਤਾਰ ਕਰੁਣਾ ਮੈਂ, ਕਰੁਣਾ ਅਤੇ ਮੈਂ ਸੰਬੰਧਕ ਪਾਠ ਹੈ, ਇਕੱਠਾ ਕਰਨਾ, ਯਾਨੀ ਮੈਂ ਵੱਖਰਾ ਨਹੀਂ ਹੈ। ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ, ਇਹ ਜਰਾ ਸਮਝ ਲੈਣਾ। ਇਹ ਕਰਤਾਰ ਕਰੁਣਾ ਮੈਂ ਦਾ ਅਰਥ ਹੈ ਸਰੂਪ। ਹੇ ਕਰਤਾਰ ਵਾਹਿਗੁਰੂ, ਤੂੰ ਕਰੁਣਾ ਮੈਂ, ਤੂੰ ਕਰੁਣਾ ਸਰੂਪ ਹੈ, ਤਰਸ ਸਰੂਪ ਹੈ, ਦਇਆ ਦਾ ਸਰੂਪ ਹੈ ਵਾਹਿਗੁਰੂ, ਦੀਨ ਬੇਨਤੀ ਕਰੈ। ਇਹ ਦੀਨ ਗਰੀਬ ਆਜਿਜ਼ ਨਿਮਾਣਾ ਇਹ ਜੀਵ ਤੇਰੇ ਚਰਨਾਂ 'ਚ ਬੇਨਤੀ ਕਰਦਾ ਹੈ। ਨਾਨਕ ਤੁਮਰੀ ਕਿਰਪਾ ਤਰੈ, ਹਜ਼ੂਰ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਤਾਂ ਬੇਨਤੀ ਕਰਦਾ ਏ ਕਿ ਤੇਰੀ ਕਿਰਪਾ ਦੇ ਨਾਲ ਹੀ ਇਹ ਜੀਵ ਤਰ ਸਕਦਾ ਹੈ। ਸਾਨੂੰ ਜਾਇਜ਼ ਦੱਸ ਰਹੇ ਨੇ ਹਜ਼ੂਰ, ਇੰਝ ਬੇਨਤੀ ਕਰੋ ਕਿ ਮਹਾਰਾਜ ਮੈਂ ਦੀਨ ਆਜਿਜ਼ ਨਿਮਾਣਾ ਹੋ ਕੇ ਕਰਦਾ ਬੇਨਤੀ, ਤੁਸੀਂ ਤਰਸ ਰੂਪ ਹੋ, ਕਰਤਾਰ ਰਚਨਾ ਕਰਨ ਵਾਲੇ ਸਾਰੇ ਸੰਸਾਰ ਦੀ, ਤੁਹਾਡੀ ਕਿਰਪਾ ਨਾਲ ਮੈਂ ਤਰ ਸਕਦਾ ਹਾਂ। ਸੰਗ ਸਹਾਈ ਸੋਇਆਵੈ ਨਾ ਚੀਤ, ਜਿਹੜਾ ਵਾਹਿਗੁਰੂ ਨਾਲ ਰਹਿ ਕੇ ਸਹਾਇਤਾ ਕਰਨ ਵਾਲਾ ਉਹ ਇਹਦੇ ਚਿੱਤ ਵਿੱਚ ਚੇਤੇ ਹੀ ਨਹੀਂ ਆਉਂਦਾ ਹੈ। ਸਾਡੀ ਹਾਲਤ ਵਾਰ-ਵਾਰ ਬਿਆਨ ਕਰ ਰਿਹਾ। ਜੋ ਬਹਿਰਾਈ ਤਾਸਿਉ ਪ੍ਰੀਤ, ਜੋ ਬਹਿਰਾਈ ਵੈਰੀ ਲੋਕ ਹਨ ਜਿਹੜੇ, ਜੋ ਬਹਿਰਾਈ ਵੈਰ ਕਰਨ ਵਾਲੇ ਨੇ, ਤਾਸਿਉ ਪ੍ਰੀਤ ਤਿਸ ਦੇ ਨਾਲ ਇਹਨੇ ਪ੍ਰੀਤ ਲਾਈ ਹੋਈ, ਜਿਹੜੇ ਕਾਮ ਕ੍ਰੋਧ ਮੋਹ ਲੋਭ ਹੰਕਾਰ ਸ਼ਬਦ ਸਪਰਸ਼ ਰੂਪ ਰਸ ਗੰਧ ਆਸਾ ਤ੍ਰਿਸ਼ਨਾ ਈਰਖਾ ਦੂਈ ਦਵੈਤ ਨਿੰਦਿਆ ਚੁਗਲੀ, ਇਹ ਸਾਰੇ ਵੈਰ ਕਰਨ ਵਾਲੇ ਹਨ, ਬੈਰੀ ਇਸ ਦੇ, ਇਹਨਾਂ ਨਾਲ ਇਹਨੇ ਪ੍ਰੀਤ ਲਾਈ ਹੋਈ ਹੈ। ਬਲੂਆ ਕੇ ਗ੍ਰਹਿ ਭੀਤਰ ਬਸੈ, ਜਿਵੇਂ ਬਲੂਆ ਰੇਤ ਦੇ ਬਣਾਏ ਘਰ ਦੇ ਅੰਦਰ ਕੋਈ ਵਸਦਾ ਹੈ, ਉੱਥੇ ਕਿੰਨਾ ਕੁ ਚਿਰ ਰਿਹਾ ਜਾ ਸਕਦਾ? ਮੀਂਹ ਪੈਣ ਦੇ ਨਾਲ ਰੇਤ ਦੀਆਂ ਕੰਧਾਂ ਖਰ ਜਾਂਦੀਆਂ, ਢਹਿ ਜਾਂਦਾ ਮਕਾਨ। ਇਸੇ ਤਰ੍ਹਾਂ ਇਹ ਬਲੂਆ ਰੇਤ ਦਾ ਘਰ, ਇਹ ਸਾਡਾ ਸਰੀਰ ਹੈ ਮਿੱਟੀ ਦਾ, ਇਹਦੇ ਵਿੱਚ ਵਸਦਾ ਹੈ ਅਤੇ ਬੜਾ ਖੁਸ਼ ਹੋ ਰਿਹਾ, ਇਹਦੇ ਵਿੱਚ ਰਚਿਆ ਹੋਇਆ ਆਨੰਦ ਕੇਲ ਮਾਇਆ ਰੰਗ ਰਸੈ, ਬੜੇ ਆਨੰਦ ਕੇਲ ਖੇਲਾਂ ਤਮਾਸ਼ੇ ਕਰਦਾ ਹੋਇਆ ਇਸ ਮਾਇਆ ਦੇ ਰੰਗ ਪ੍ਰੇਮ ਵਿੱਚ ਰਸੈ ਰਸ ਰਿਹਾ ਹੈ, ਤਦਾਕਾਰ ਹੋ ਰਿਹਾ ਹੈ, ਇਹਦੇ ਵਿੱਚ ਹੀ ਗਲਤਾਨ ਹੋ ਰਿਹਾ। ਦ੍ਰਿੜ ਕਰ ਮਾਨੈ ਮਨਹਿ ਪ੍ਰਤੀਤ, ਮਨ ਅੰਦਰ ਪ੍ਰਤੀਤ ਕੀਤਾ ਹੋਇਆ, ਭਰੋਸਾ ਕੀਤਾ ਇਸ ਮਾਇਆ ਨੂੰ ਸੱਚੀ ਜਾਣ ਕੇ, ਦ੍ਰਿੜ ਕਰਕੇ ਮਨ ਦਾ ਮਨ ਅੰਦਰ ਵੀ ਇਹੋ ਹੀ ਸਭ ਕੁਛ ਹੈ। ਮਨ ਅੰਦਰ ਐਸੀ ਪ੍ਰਤੀਤੀ ਹੈ, ਐਸਾ ਵਿਸ਼ਵਾਸ, ਐਸਾ ਯਕੀਨ ਹੈ ਇਹਨੂੰ ਮਾਇਆ ਦੇ ਉੱਪਰ, ਇਹੋ ਹੀ ਮੈਨੂੰ ਸੁੱਖ ਦੇਵੇਗੀ। ਕਾਲ ਨਾ ਆਵੇ ਮੂੜੇ ਚੀਤ, ਇਹ ਮੂੜੇ ਮੂਰਖ ਨੂੰ ਆਪਣੇ ਸਰੀਰ ਦਾ ਅੰਤ ਜਿਹੜਾ ਉਹ ਕਾਲ ਦਾ ਸਮਾਂ
ਉਹ ਚੇਤੇ ਵਿੱਚ ਚੇਤੇ ਨਹੀਂ ਆਉਂਦਾ, ਚਿੱਤ ਵਿੱਚ ਚੇਤੇ ਨਹੀਂ ਆਉਂਦਾ ਹੈ। ਬੈਰ, ਵਿਰੋਧ, ਕਾਮ, ਕ੍ਰੋਧ, ਮੋਹ, ਇਸ ਕਰਕੇ ਸੰਸਾਰ ਦੇ ਵਿੱਚ ਪੁਰਾਣਾ ਵੈਰ ਅਤੇ ਹੋਰਨਾਂ ਨਾਲ ਸਮੇਂ-ਸਮੇਂ 'ਤੇ ਵਿਰੋਧ, ਜਿਹੜਾ ਨਵਾਂ ਵਿਰੋਧ ਖੜ੍ਹਾ ਹੁੰਦਾ, ਪੁਰਾਣਾ ਵੈਰ ਨਵਾਂ ਵਿਰੋਧ, ਕਾਮ ਵਾਸ਼ਨਾ, ਕ੍ਰੋਧ ਚਿੱਤ ਦੀ ਤੀਖਣ ਬਿਰਤੀ ਅਤੇ ਮੋਹ ਲਗਾਓ ਸਰੀਰਾਂ ਨਾਲ ਅਤੇ ਪਦਾਰਥਾਂ ਨਾਲ। ਝੂਠ, ਬੇਕਾਰ, ਮਹਾ, ਲੋਭ, ਧਰੋਹ। ਝੂਠ ਸੰਸਾਰ ਹੈ, ਸੰਸਾਰ ਦੇ ਪਦਾਰਥ, ਅਤੇ ਇਸੇ ਤਰ੍ਹਾਂ ਜ਼ਬਾਨ ਤੋਂ ਵੀ ਝੂਠ ਬੋਲਣਾ। ਅਤੇ ਵਿਕਾਰ ਚੰਬੜੇ ਹੋਏ ਨੇ, ਵਿਕਾਰ ਵਿਅਰਥ ਦਾ ਝੂਠ ਇਹਨੇ ਧਾਰਨ ਕੀਤਾ ਹੋਇਆ, ਜਿਹਨੇ ਇਹਨੂੰ ਸਾਥ ਨਹੀਂ ਦੇਣਾ। ਉਹ ਵਿਕਾਰ ਰੂਪ ਹੈ ਨਾ, ਦੁੱਖਦਾਈ ਚੀਜ਼ ਹੈ। ਮਹਾ, ਲੋਭ, ਧਰੋਹ, ਮਹਾਨ ਲੋਭ ਇਹਦੇ ਅੰਦਰ ਪ੍ਰਬਲ ਹੋ ਰਿਹਾ, ਬਹੁਤਾ ਜ਼ਿਆਦਾ ਲੋਭ, ਅਤੇ ਧਰੋਹ, ਛਲ, ਕਪਟ, ਧੋਖਾ ਫਰੇਬ ਇਹਨੇ ਧਾਰਨ ਕੀਤਾ। ਇਹ ਸਾਰੇ ਔਗਣ ਦੋਸ਼ ਭਾਵ ਇਹਨੇ ਅੰਗੀਕਾਰ ਕੀਤੇ ਹੋਏ ਨੇ। ਯਾਹੂ ਜੁਗਤ ਬਿਹਾਨੇ ਕਈ ਜਨਮ, ਇਸ ਢੰਗ ਨਾਲ, ਇਸ ਵਿਧੀ ਨਾਲ, ਇਸ ਤਰੀਕੇ ਦੇ ਨਾਲ ਇਹਨੇ ਕਈ ਜਨਮ ਬਿਹਾਨੇ ਗੁਜ਼ਾਰ ਦਿੱਤੇ ਹਨ। ਇਹ ਵਾਹਿਗੁਰੂ ਜੀ, ਇਸ ਜੀਵ ਨੇ, ਇਸ ਜੀਵਾਤਮਾ ਨੇ ਇਸ ਤਰ੍ਹਾਂ ਦੇ ਸਰੀਰ ਧਾਰ ਕੇ ਕਈ ਜਨਮ ਗੁਜ਼ਾਰੇ ਹਨ। ਨਾਨਕ ਰਾਖ ਲਿਹੋ ਆਪਨ ਕਰ ਕਰਮ। ਹਜ਼ੂਰ ਗੁਰੂ ਅਰਜਨ ਦੇਵ ਜੀ ਸਾਨੂੰ ਸਮਝਾਉਂਦੇ ਨੇ ਕਿ ਵਾਹਿਗੁਰੂ ਅੱਗੇ ਬੇਨਤੀ ਇੰਝ ਕਰੋ ਕਿ ਹੇ ਵਾਹਿਗੁਰੂ ਪਰਮਾਤਮਾ, ਆਪਣਾ ਕਰਮ ਕਰਕੇ, ਇੱਥੇ ਕਰਮ ਫਾਰਸੀ ਭਾਸ਼ਾ ਦਾ ਸ਼ਬਦ ਹੈ, ਇਹਦਾ ਅਰਥ ਹੈ ਬਖਸ਼ਿਸ਼। ਆਪਣਾ ਕਰਮ, ਆਪਣੀ ਬਖਸ਼ਿਸ਼ ਕਰਕੇ, ਆਪਣੀ ਰਹਿਮਤ ਕਰਕੇ ਸੱਚੇ ਪਾਤਸ਼ਾਹ ਇਸ ਜੀਵ ਨੂੰ ਰੱਖ ਲਓ, ਬਚਾ ਲਓ। ਤੂੰ ਠਾਕੁਰ ਤੁਮ ਪਹਿ ਅਰਦਾਸ। ਕਿਉਂ ਤੁਹਾਡੇ ਅੱਗੇ ਬੇਨਤੀ ਕਰਦੇ ਹਾਂ? ਕਿਉਂਕਿ ਤੁਸੀਂ ਠਾਕੁਰ ਮਾਲਕ ਹੋ। ਠਾਕੁਰ ਸ਼ਬਦ ਦਾ ਅਰਥ ਹੈ ਮਾਲਕ। ਇੰਜ ਵੀ ਵਿਦਵਾਨਾਂ ਨੇ ਸੰਧੀ ਛੇਦ ਕਰਕੇ ਸ਼ਬਦ ਦੇ ਅਰਥ ਕੀਤੇ ਨੇ। ਠਾ ਪੈਦਾ ਕਰਨ ਵਾਲਾ, ਕੋ ਪਾਲਣ ਵਾਲਾ, ਰੋ ਸੰਘਾਰ ਕਰਨ ਵਾਲਾ। ਵਾਹਿਗੁਰੂ ਜੋ ਮਾਲਕ ਹੈ ਸਾਰੀ ਸ੍ਰਿਸ਼ਟੀ ਦਾ, ਤੁਸੀਂ ਮਹਾਰਾਜ ਠਾਕੁਰ ਮਾਲਕ ਹੋ, ਅਤੇ ਤੁਹਾਡੇ ਅੱਗੇ ਤੁਮ ਪਹਿ, ਤੁਹਾਡੇ ਪਾਸ ਸਾਡੀ ਅਰਦਾਸ ਹੈ। ਫਾਰਸੀ ਵਾਲੇ ਕਹਿੰਦੇ ਨੇ ਅਰਜ਼ਦਾਸਤ। ਸੋ ਇਸ ਪ੍ਰਕਾਰ ਜਿਹੜੀ ਮਨੋਂ ਫਰਿਆਦ ਨਿਕਲੇ, ਤੁਹਾਡੇ ਚਰਨਾਂ 'ਚ ਸਾਡੀ ਅਰਜ਼ ਬੇਨਤੀ ਹੈ, ਹਿਰਦੇ 'ਚੋਂ ਅਰਦਾਸ ਹੈ। ਜੀਓ ਪਿੰਡ ਸਭ ਤੇਰੀ ਰਾਸ। ਹੇ ਵਾਹਿਗੁਰੂ ਜੀ, ਤੁਹਾਡੇ ਅੱਗੇ ਫਰਿਆਦ ਕਰਦੇ ਹੋਏ ਕਹਿੰਦੇ ਹਾਂ ਕਿ ਜਿੰਦ ਬਖਸ਼ੀ ਹੋਈ ਤੁਹਾਡੀ, ਪਿੰਡ ਬਖਸ਼ਿਆ ਹੋਇਆ ਸਰੀਰ ਤੁਹਾਡਾ, ਇਹ ਮੇਰੀ ਜਿੰਦ ਅਤੇ ਮੇਰਾ ਪਿੰਡ ਸਰੀਰ ਸਭ ਤੁਹਾਡਾ ਹੀ ਸਰਮਾਇਆ ਹੈ। ਇਹ ਰਾਸ ਪੂੰਜੀ ਤੁਹਾਡੀ ਹੈ, ਮੇਰਾ ਕੁਛ ਨਹੀਂ ਹੈ। ਕਬੀਰ ਹਮਰਾ ਕੋ ਨਹੀਂ, ਹਮ ਕਿਸਹੂ ਕੇ ਨਾ ਹੈ। ਕਬੀਰ ਨਾ ਹਮ ਕੀਆ ਨਾ ਕਰਾਂਗੇ, ਨਾ ਕਰ ਸਕੇ ਸਰੀਰ। ਸੋ ਇਸ ਪ੍ਰਕਾਰ ਇਹ ਸਾਡਾ ਕੁਛ ਨਹੀਂ ਸੱਚੇ ਪਾਤਸ਼ਾਹ, ਸਭ ਤੁਹਾਡੀ ਰਾਸ ਪੂੰਜੀ ਬਖਸ਼ੀ ਹੋਈ ਹੈ। ਤੁਮ ਮਾਤ ਪਿਤਾ ਹਮ ਬਾਰਕ ਤੇਰੇ। ਤੁਸੀਂ ਸਾਡੇ ਮਾਤਾ ਰੂਪ ਵੀ ਹੋ, ਪਿਤਾ ਰੂਪ ਵੀ ਹੋ। ਅਸੀਂ ਤੁਹਾਡੇ ਬਾਰਕ ਬੱਚੇ ਹਾਂ। ਨਾਨਕ ਬਾਰਕ ਤੁਮ ਮਾਤ ਪਿਤਾ, ਮੁਖ ਨਾਮ ਤੁਮਾਰੋ ਖੀਰਾ। ਹਰ ਜੀ ਮਾਤਾ, ਹਰ ਜੀ ਪਿਤਾ, ਹਰ ਜੀਓ ਪ੍ਰਤਪਾਲਕ। ਹਰ ਜੀ ਹਮਰੀ ਸਾਰ ਕਰੇ, ਹਮ ਹਰ ਕੇ ਬਾਲਕ। ਸਹਿਜੇ ਸਹਿਜ ਖਿਲਾਇਦਾ, ਨਹੀਂ ਕਰਦਾ ਆਲਕ। ਔਗਣ ਕੋ ਨਾ ਚਿਤਾਰਦਾ, ਗਲ ਸੇਤੀ ਲਾਇਕ। ਤੁਮਰੀ ਕਿਰਪਾ ਮਹਿਸੂਖ ਕਨੇਰੇ। ਜੇ ਤੁਹਾਡੀ ਕਿਰਪਾ ਵਰਸੇ ਸਾਡੇ ਉੱਪਰ ਤਾਂ ਕਨੇਰੇ ਬਹੁਤੇ ਸੁੱਖ ਪ੍ਰਾਪਤ ਹੁੰਦੇ ਨੇ। ਤੁਹਾਡੀ ਕਿਰਪਾ ਦੀ ਸਾਨੂੰ ਸਦਾ ਹੀ ਲੋੜ ਹੈ ਵਾਹਿਗੁਰੂ ਜੀ। ਲੋਕ ਪ੍ਰਲੋਕ ਦੇ ਸੁੱਖ ਤੁਹਾਡੇ ਹੱਥ ਥੱਲੇ ਹਨ, ਤੁਹਾਡੇ ਚਰਨਾਂ ਵਿੱਚ ਨੇ ਸੱਚੇ ਪਾਤਸ਼ਾਹ। ਕੋਈ ਨਾ ਜਾਣੈ ਤੁਮਰਾ ਅੰਤ। ਜਿਹਦਾ ਆਦ ਹੋਵੇ ਉਹਦਾ ਅੰਤ ਹੁੰਦਾ, ਜਿਹਦਾ ਆਦ ਹੀ ਨਹੀਂ ਉਹਦਾ ਅੰਤ ਕਿਆ। ਕੋਈ ਨਹੀਂ ਅਜੇ ਤੱਕ ਲੱਭ ਸਕਿਆ ਪਰਮਾਤਮਾ ਦਾ ਆਦ ਕੀ ਹੈ, ਅਤੇ ਅੰਤ ਵੀ ਕਿਵੇਂ ਕੋਈ ਪਾ ਲਏਗਾ। ਉਸ ਵਾਹਿਗੁਰੂ ਦੀ ਕੁਦਰਤ ਦਾ ਹੀ ਅੰਤ ਨਹੀਂ ਪਾਇਆ ਜਾ ਸਕਦਾ, ਅਤੇ ਵਾਹਿਗੁਰੂ ਜੀ ਦਾ ਅੰਤ ਕਿਵੇਂ? ਕੋਈ ਤੁਹਾਡੇ ਅੰਤ ਨੂੰ ਨਹੀਂ ਜਾਣਦਾ। ਤੁਸੀਂ ਕਿੱਥੋਂ ਕੁ ਤੱਕ ਪਸਰੇ ਹੋਏ ਹੋ, ਕਿੱਡੇ ਕੁ ਵੱਡੇ ਹੋ। ਉੱਚੇ ਤੇ ਉੱਚਾ ਭਗਵੰਤ। ਸਾਰੇ ਇਹ ਗੱਲ ਕਹਿੰਦੇ ਨੇ ਕਿ ਉੱਚੇ ਤੋਂ ਉੱਚਾ ਭਗਵੰਤ ਵਾਹਿਗੁਰੂ ਪਰਮਾਤਮਾ ਹੈ। ਸਗਲ ਸਮੱਗਰੀ ਤੁਮਰੈ ਸੂਤਰ ਧਾਰੀ। ਸਾਰੀਆਂ ਸਮੱਗਰੀਆਂ, ਸਾਰੇ ਪਦਾਰਥ, ਸਾਰੀ ਕੁਦਰਤ ਜਿਹੜੀ ਸਮੱਗਰੀ ਹੈ ਤੁਹਾਡੇ ਹੁਕਮ ਰੂਪੀ ਸੂਤਰ ਵਿੱਚ ਧਾਰੀ ਹੋਈ ਹੈ। ਤੁਹਾਡੇ ਹੁਕਮ ਰੂਪੀ ਸੂਤਰ ਦੇ ਅਧੀਨ ਹੈ, ਆਸਰੇ ਹੈ। ਤੁਮ ਤੇ ਹੋਏ ਸੋ ਆਗਿਆਕਾਰੀ। ਸੱਚੇ ਪਾਤਸ਼ਾਹ ਜੀ, ਤੁਹਾਡੇ ਵੱਲੋਂ ਜੋ ਕੁਝ ਹੁੰਦਾ ਹੈ ਉਹ ਤੁਹਾਡੀ ਆਗਿਆ ਵਿੱਚ ਹੀ ਹੈ। ਤੁਮ ਤੇ ਹੋਏ ਸੋ ਆਗਿਆਕਾਰੀ। ਜੋ ਤੁਹਾਡੇ ਤੋਂ ਪੈਦਾ ਹੋਣ ਵਾਲਾ ਤੁਹਾਡਾ ਆਗਿਆਕਾਰੀ, ਮਤਲਬ ਤੁਹਾਡੇ ਹੁਕਮ ਦੇ ਅੰਦਰ ਹੀ ਹੈ। ਹੁਕਮ ਤੋਂ ਬਾਹਰ ਤਾਂ ਕੁਛ ਵੀ ਨਹੀਂ ਹੈ। ਜਿਵੇਂ ਭੈ ਵਿੱਚ ਪਵਣ ਵਹਿ ਸਦ ਵਾਓ, ਭੈ ਵਿੱਚ ਚੱਲੈ ਲੱਖ ਦਰਿਆਓ, ਭੈ ਵਿੱਚ ਅਗਨ ਕੱਢੈ ਵੇਗਾਰ, ਭੈ ਵਿੱਚ ਧਰਤੀ ਦੱਬੀ ਪਾਰ।
ਹੁਕਮ ਦੇ ਬੱਧੇ ਹੋਏ ਨੇ ਸਾਰੇ। ਤੁਮਰੀ ਗਤ ਮਿਤ ਤੁਮ ਹੀ ਜਾਨੀ, ਤੁਹਾਡੀ ਗਤ ਅਵਸਥਾ ਤੇ ਤੁਹਾਡੀ ਮਿਤ ਮਿਣਤੀ, ਤੁਸੀਂ ਕਿਹੋ ਜਿਹੇ ਹੋ ਤੇ ਕਿੱਡੇ ਕੁ ਵੱਡੇ ਹੋ। ਤੁਹਾਡੀ ਗਤ ਪ੍ਰਾਪਤੀ ਦੀ ਮਿਤ ਮਰਿਆਦਾ ਨੂੰ ਤੁਮ ਹੀ ਜਾਨੀ, ਇਹ ਤੁਸਾਂ ਹੀ ਜਾਣਿਆ। ਨਾਨਕ ਦਾਸ ਸਦਾ ਕੁਰਬਾਨੀ, ਮੈਂ ਦਾਸ ਬਣ ਕੇ ਸੱਚੇ ਪਾਤਸ਼ਾਹ ਸਦਾ ਹੀ ਤੁਹਾਡੇ ਤੋਂ ਕੁਰਬਾਨ ਜਾਂਦਾ ਹਾਂ। ਸ਼ਲੋਕ, ਅਗਲਾ ਸ਼ਲੋਕ ਹਜ਼ੂਰ ਫਰਮਾਉਂਦੇ ਨੇ, ਦੇਨ ਹਾਰ ਪ੍ਰਭ ਛੋੜ ਕੇ ਲੱਗ ਹੈ ਆਨ ਸੁਆਏ। ਜੋ ਪ੍ਰਭੂ ਅਕਾਲ ਪੁਰਖ ਸਾਰੀਆਂ ਵਸਤੂਆਂ, ਸਾਰੀਆਂ ਦਾਤਾਂ, ਸਾਰੀਆਂ ਬਖਸ਼ਿਸ਼ਾਂ ਦੇਣ ਵਾਲਾ ਹੈ, ਉਸ ਵਾਹਿਗੁਰੂ ਨੂੰ ਛੱਡ ਕੇ ਇਹ ਜੀਵ ਲੱਗਦੇ ਹਨ ਆਨ ਹੋਰ ਸਵਾਏ ਸਵਾਦਾਂ ਵਿੱਚ, ਹੋਰਨਾਂ ਪ੍ਰਯੋਜਨਾਂ ਵਿੱਚ, ਹੋਰਨਾਂ ਸਵਾਦਾਂ ਵਿੱਚ ਹੀ ਲੱਗ ਰਹੇ ਨੇ। ਨਾਨਕ ਕਹੂ ਨ ਸੀਜਈ ਬਿਨ ਨਾਵੈ ਪਤ ਜਾਏ। ਹਜ਼ੂਰ ਗੁਰੂ ਅਰਜਨ ਦੇਵ ਫਰਮਾਉਂਦੇ ਨੇ, ਕਹੂ ਕਿਤੇ ਵੀ ਨਾ ਸੀਜੇ, ਕਾਮਯਾਬ ਨਹੀਂ ਹੁੰਦਾ, ਸਫਲਤਾ ਨੂੰ ਪ੍ਰਾਪਤ ਨਹੀਂ ਹੁੰਦਾ ਇਹ ਜੀਵ, ਬਿਨ ਨਾਵੈ ਪਤ ਜਾਏ, ਕਿਉਂਕਿ ਵਾਹਿਗੁਰੂ ਦੇ ਨਾਮ ਤੋਂ ਸਖਣਾ ਹੈ ਤੇ ਨਾਮ ਤੋਂ ਬਗੈਰ ਇਹਦੀ ਪਤ ਇੱਜ਼ਤ ਜਾਂਦੀ ਰਹਿੰਦੀ ਹੈ, ਇਹਦੀ ਕੋਈ ਪਤ ਨਹੀਂ। ਅਸ਼ਟਪਦੀ 8 ਪਦਿਆਂ 'ਚ ਖੁਲਾਸਾ ਕਰਦੇ ਨੇ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਕਿ 10 ਵਸਤੂਲੇ ਪਾਸ਼ਾ ਪਾਵੈ। ਰੱਬ ਦੀਆਂ ਬਖਸ਼ੀਆਂ ਹੋਈਆਂ 10 ਵਸਤੂਆਂ ਲੈ ਕੇ ਪਿੱਛੇ ਪਾ ਦਿੰਦਾ, ਯਾਨੀ ਕਿ ਚੇਤਾ ਭੁਲਾਉਂਦਾ ਵਾਹਿਗੁਰੂ ਦੀਆਂ ਬਖਸ਼ਿਸ਼ਾਂ ਦਾ। ਏਕ ਵਸਤ ਕਾਰਨ ਬਿਖੂਟ ਗਵਾਵੈ, ਜਿਵੇਂ 10 ਇੰਦਰੀਆਂ ਸਾਡੀਆਂ, ਇਹ ਵੀ ਵਸਤੂ ਬਖਸ਼ੀਆਂ ਹੋਈਆਂ ਨੇ ਵਾਹਿਗੁਰੂ ਨੇ। ਤੇ ਏਕ ਵਸਤ ਕਾਰਨ ਬਿਖੂਟ ਗਵਾਵੈ, ਬਿਖੂਟ ਦਾ ਅਰਥ ਹੈ ਭਰੋਸਾ, ਜਿਹਦੇ 'ਚ ਖੋਟ ਨਾ ਹੋਵੇ, ਦ੍ਰਿੜ ਭਰੋਸਾ। ਇੱਕ ਵਸਤੂ ਹੋਰ ਮੰਗੇ, ਜੇ ਨਹੀਂ ਮਿਲਦੀ, ਜਿੱਦ ਕਰ ਰਿਹਾ ਕਿ ਮਿਲੇ, ਚਾਹੁੰਦਾ ਹੈ, ਪਰ ਜੇ ਨਹੀਂ ਮਿਲੀ ਤੇ ਵਾਹਿਗੁਰੂ ਤੋਂ ਭਰੋਸਾ ਹੀ ਗਵਾ ਲੈਂਦਾ। ਏਕ ਭੀ ਨਾ ਦੇ 10 ਭੀ ਹਿਰਲੇ, ਜੇ ਪ੍ਰਮਾਤਮਾ ਇੱਕ ਵਸਤੂ ਵੀ ਇਸ ਨੂੰ ਨਾ ਦੇਵੇ, ਜਿਹੜੀਆਂ ਪਹਿਲਾਂ 10 ਦਿੱਤੀਆਂ ਹਨ ਉਹ ਵੀ ਖੋਹ ਲਵੇ, ਹਿਰ ਲੈਣਾ ਮਤਲਬ ਖੋਹ ਲੈਣਾ। ਤੋ ਮੂੜਾ ਕਹੋ ਕਹਾਂ ਕਰੇ, ਕਹੋ ਭਾਈ ਦੱਸੋ ਖਾਂ ਫਿਰੇ ਮੂੜਾ ਮੂਰਖ, ਕਹਾਂ ਕਰੇ ਕਿਆ ਕਰ ਸਕੇਗਾ, ਕੀ ਕਰ ਲਵੇਗਾ। ਜਿਸ ਠਾਕੁਰ ਸਿਓ ਨਾਹੀ ਚਾਰਾ, ਜਿਸ ਪ੍ਰਮਾਤਮਾ ਦੇ ਅੱਗੇ ਕੋਈ ਚਾਰਾ, ਕੋਈ ਕੋਸ਼ਿਸ਼, ਕੋਈ ਯਤਨ, ਹੀਲਾ ਨਹੀਂ ਹੋ ਸਕਦਾ, ਭਾਵ ਜ਼ੋਰ ਨਹੀਂ ਹੋ ਸਕਦਾ। ਤਾਂ ਕੋ ਕੀਜਿਆ ਸਦ ਨਮਸਕਾਰਾ, ਜਿਸ ਨਾਲ ਜ਼ੋਰ ਨਾ ਚੱਲੇ ਖਲੇ ਕੀਚੈ ਅਰਦਾਸ, ਹਿਕਮਤ ਹੁਕਮ ਨਾ ਪਾਇਆ ਜੇ। ਤਾਂ ਕੋ ਕੀਜਿਆ ਸਦ ਨਮਸਕਾਰਾ, ਉਸ ਵਾਹਿਗੁਰੂ ਨੂੰ ਸਦਾ ਵਾਸਤੇ ਨਮਸਕਾਰ ਹੀ ਕਰਨੀ ਬਣਦੀ। ਜਾ ਕੇ ਮਨ ਲਾਗਾ ਪ੍ਰਭ ਮੀਠਾ, ਜਿਸ ਦੇ ਮਨ ਅੰਦਰ ਪ੍ਰਭੂ ਪਰਮਾਤਮਾ ਮਿੱਠਾ ਲੱਗਾ ਹੈ, ਭਾਵ ਪਿਆਰਾ ਲੱਗਾ ਹੈ। ਸਰਬ ਸੂਖ ਤਾਹੂ ਮਨ ਬੂਠਾ, ਸਾਰੇ ਸੁਖ ਉਸ ਦੇ ਮਨ ਵਿੱਚ ਆ ਕੇ ਵਸ ਗਏ, ਸਭ ਤਰ੍ਹਾਂ ਦਾ ਸੁਖ ਉਹਦੇ ਮਨ 'ਚ ਆ ਵਸਿਆ। ਜਿਸ ਜਨ ਆਪਣਾ ਹੁਕਮ ਮਨਾਇਆ, ਜਿਸ ਜਨ ਸੇਵਕ ਭਗਤ ਨੂੰ ਪਰਮਾਤਮਾ ਨੇ ਬਖਸ਼ਿਸ਼ ਕਰਕੇ ਆਪਣੇ ਹੁਕਮ ਮੰਨਣ ਦੀ ਜਾਚ ਦੱਸਦੀ, ਜਿਹਨੂੰ ਆਪਣਾ ਹੁਕਮ ਮਨਾ ਲਿਆ, ਸਰਬ ਥੋਕ ਨਾਨਕ ਤਿਨ ਪਾਇਆ, ਸਾਰੇ ਥੋਕ ਪਦਾਰਥ ਉਸ ਨੇ ਪ੍ਰਾਪਤ ਕਰ ਲਏ ਹਨ। ਅਗਨਤ ਸਾਹ ਆਪਣੀ ਦੇ ਰਾਸ, ਜੋ ਸ਼ਾਹੂਕਾਰ ਹੈ ਨਾ, ਸ਼ਾਹ ਵਾਹਿਗੁਰੂ ਪਰਮਾਤਮਾ, ਉਹ ਅਣਗਿਣਤ ਆਪਣੀ ਰਾਸ ਪੂੰਜੀ ਇਸ ਜੀਵ ਨੂੰ ਬਖਸ਼ਦਾ ਹੈ। ਖਾਤ ਪੀਤ ਵਰਤੈ ਆਨੰਦ ਉਲਾਸ, ਖਾਂਦਾ ਪੀਂਦਾ ਹੈ, ਅਨੇਕਾਂ ਉਲਾਸ ਉਤਸ਼ਾਹ ਨਾਲ ਆਨੰਦ ਦੇ ਸਹਿਤ ਵਰਤੋਂ ਵਿਹਾਰ ਕਰਦਾ ਹੈ। ਆਪਣੀ ਅਮਾਨ ਕਛ ਬਾਹੁਰ ਸਾਹੋ ਲੈ, ਉਹ ਸ਼ਾਹੂਕਾਰ ਪਰਮਾਤਮਾ ਆਪਣੀ ਅਮਾਨਤ, ਇਹ ਸਾਹ ਹੀ ਸਮਝ ਲਓ, ਹੋਰ ਬੇਅੰਤ ਵਸਤੂਆਂ ਹਨ ਜੋ ਸਾਨੂੰ ਬਖਸ਼ੀਆਂ, ਜੇ ਉਹ ਪਰਮਾਤਮਾ ਵਾਪਸ ਲੈ ਲਵੇ ਕੋਈ ਵਸਤੂ। ਅਗਿਆਨੀ ਮਨ ਰੋਸ ਕਰੇ, ਕੋਈ ਸੰਬੰਧੀ ਬਿਨਸ ਜਾਏ, ਕੋਈ ਪਦਾਰਥ ਧਨ ਦੌਲਤ ਨਾ ਕੋਲ ਰਹੇ, ਤਾਂ ਇਹ ਅਗਿਆਨੀ ਜੀਵ ਆਪਣੇ ਮਨ ਦੇ ਅੰਦਰ ਪਰਮਾਤਮਾ ਨਾਲ ਗੁੱਸਾ ਧਾਰਨ ਕਰ ਲੈਂਦਾ, ਵਾਹਿਗੁਰੂ ਨਾਲ ਨਾਰਾਜ਼ਗੀ ਧਾਰਨ ਕਰ ਲੈਂਦਾ। ਆਪਣੀ ਪ੍ਰਤੀਤ ਆਪ ਹੀ ਖੋਵੈ, ਆਪਣੀ ਪ੍ਰਤੀਤੀ ਆਪ ਹੀ, ਆਪਣਾ ਇਤਬਾਰ ਆਪ ਹੀ ਖੋਵੈ, ਨਾਸ ਕਰ ਲੈਂਦਾ, ਗਵਾ ਲੈਂਦਾ। ਬਹੁਰ ਉਸ ਕਾ ਵਿਸ਼ਵਾਸ ਨਾ ਹੋਵੇ, ਬਹੁਰੋਂ ਫਿਰ ਦੁਬਾਰਾ ਉਸ ਦਾ ਵਿਸ਼ਵਾਸ ਨਹੀਂ ਹੁੰਦਾ ਹੈ, ਜਿਹੜਾ ਆਪਣੀ ਪ੍ਰਤੀਤੀ ਇਤਬਾਰ ਆਪਣਾ ਗਵਾ ਲੈਂਦਾ। ਇੱਕ ਵਾਰੀ ਕਿਸੇ ਕੋਲੋਂ ਵਸਤੂ ਉਧਾਰੀ ਲੈ ਕੇ ਮੁਕਰ ਜਾਈਏ, ਫਿਰ ਦੁਬਾਰਾ ਕੋਈ ਇਤਬਾਰ ਕਰੇਗਾ। ਜਿਹਨੂੰ ਕ੍ਰੈਡਿਟ ਵੀ ਕਹਿ ਦਿੰਦੇ ਨੇ ਇਸ ਦੇਸ਼ ਵਿੱਚ, ਇਹਨਾਂ ਦੇਸ਼ਾਂ 'ਚ ਕ੍ਰੈਡਿਟ, ਆਪਣਾ ਵਿਹਾਰ ਗਵਾ ਲੈਂਦਾ, ਭਰੋਸਾ ਗਵਾ ਲੈਂਦਾ। ਬਹੁਰ ਉਸ ਕਾ ਵਿਸ਼ਵਾਸ ਨਾ ਹੋਵੇ, ਜਿਸ ਕੀ ਬਸਤ ਤਿਸ ਆਗਾ ਰੱਖ ਹੈ। ਚਾਹੀਦਾ ਤਾਂ ਇਹ ਹੈ ਜਿਹਦੀ ਇਹ ਵਸਤੂ ਸਰੀਰ ਤੇ ਧਨ ਪਦਾਰਥ ਜੋ ਕੁਝ ਵੀ ਸਾਨੂੰ ਬਖਸ਼ਿਆ ਉਸ ਦੇ ਅੱਗੇ ਰੱਖ ਦਿੰਦਾ, ਜੋ
ਪ੍ਰਭ ਕੀ ਆਗਿਆ ਮਾਨੈ ਮਾਥੈ। ਜੇ ਮੱਥੇ ਸਿਰ ਮੱਥੇ ਪ੍ਰਭੂ ਦੀ ਆਗਿਆ ਨੂੰ ਮੰਨ ਲੈਂਦਾ ਹੈ ਤਾਂ ਫਿਰ ਕੀ ਹੋਵੇਗਾ, ਉਸ ਤੇ ਚੌਗਣ ਕਰੈ ਨਿਹਾਲ। ਤਾਂ ਪਹਿਲਾਂ ਨਾਲੋਂ ਵੀ ਚੌਗਣਾ ਨਿਹਾਲ ਕਰ ਦੇਵੇਗਾ ਵਾਹਿਗੁਰੂ, ਪਹਿਲਾਂ ਨਾਲੋਂ ਵੀ 4 ਗੁਣਾ ਵੱਧ ਨਿਹਾਲ ਕਰ ਦਿੰਦਾ ਜੇ ਇਹ ਆਪਣਾ ਇਤਬਾਰ ਬਣਾ ਲੇ ਵਾਹਿਗੁਰੂ ਦੇ ਪਾਸ। ਜੇ ਤਨ ਮਨ ਅਰਪੈ ਹੈ ਇਹੋ ਜਿਸ ਕਾ ਤਨ ਮਨ ਧਨ ਸਭ ਤਿਸ ਕਾ, ਐਸੀ ਭਾਵਨਾ ਅੰਦਰ ਬਣਾ ਲੈ। ਨਾਨਕ ਸਾਹਿਬ ਸਦਾ ਦਇਆਲ। ਹਜ਼ੂਰ ਗੁਰੂ ਅਰਜਨ ਦੇਵ ਫਰਮਾਉਂਦੇ ਨੇ ਕਿ ਉਹ ਸਾਹਿਬ ਮਾਲਕ ਅਕਾਲ ਪੁਰਖ ਤਾਂ ਸਦਾ ਦਿਆਲੂ ਕਿਰਪਾਲੂ ਹੈ। ਮਿਹਰਬਾਨ ਸਾਹਿਬ ਮਿਹਰਬਾਨ, ਸਾਹਿਬ ਮੇਰਾ ਮਿਹਰਬਾਨ, ਜੀ ਸਗਲ ਕੋ ਦੇ ਦਾਨ। ਉਹ ਤਾਂ ਐਸਾ ਹੈ। ਅਨਕ ਭਾਂਤ ਮਾਇਆ ਕੇ ਹੇਤ, ਮਾਇਆ ਦੇ ਹੇਤ ਹਿੱਤ ਵਾਸਤੇ ਅਨੇਕਾਂ ਭਾਂਤਾਂ ਤਰੀਕਿਆਂ ਨਾਲ ਯਤਨ ਕਰਦਾ। ਸਰ ਪਰ ਹੋਵਤ ਜਾਨ ਅਨੇਤ, ਪਰ ਜਿੰਨੇ ਪਦਾਰਥ ਮਾਇਆ ਧਨ ਦੌਲਤ ਹੈ ਸਰ ਪਰ ਜ਼ਰੂਰ ਪਰ ਜ਼ਰੂਰ ਹੋਵਤ ਹੋ ਜਾਂਦੇ ਹਨ ਅਨੇਤ, ਨਿਤ ਨਾ ਰਹਿਣ ਵਾਲੇ, ਨਾਸ ਹੋ ਜਾਂਦੇ ਨੇ। ਜਾਣ ਲਓ ਬਿਰਖ ਕੀ ਛਾਇਆ ਸਿਉ ਰੰਗ ਲਾਵੈ। ਜਿਵੇਂ ਕੋਈ ਕਿਸੇ ਬਿਰਸ਼ ਦੀ ਛਾਂ ਦੇ ਨਾਲ ਪ੍ਰੇਮ ਜੋੜ ਲੈਂਦਾ ਹੈ, ਉਹ ਬਿਨਸੈ ਉਹ ਮਨ ਪਛਤਾਵੈ। ਉਹ ਬਿਰਸ਼ ਦੀ ਛਾਂ ਸੂਰਜ ਦਾ ਰਥ ਘੁੰਮਣ ਨਾਲ ਘੁੰਮ ਜਾਂਦੀ ਹੈ, ਛਾਂ ਨਹੀਂ ਰਹਿੰਦੀ। ਜਿੱਥੇ ਬੈਠਾ ਥੱਲੇ ਪੁੰਜੇ ਰੁੱਖ ਦੇ ਥੱਲੇ, ਉੱਥੇ ਛਾਂ ਰਹਿਣੀ ਨਹੀਂ, ਉਸ ਦੀ ਵੀ ਨਹੀਂ ਨਾ। ਉਹ ਬਿਨਸਾ ਉਹ ਮਨ ਪਛਤਾਵਾ। ਜਦੋਂ ਉਹ ਬਿਨਸ ਜਾਂਦੀ ਛਾਂ ਤੇ ਉਹ ਮਨ ਵਿੱਚ ਪਛਤਾਵਾ ਕਰਦਾ। ਇਸੇ ਤਰ੍ਹਾਂ ਜਿਹੜੀ ਛਾਇਆ ਹੈ ਇਹ ਮਾਇਆ ਹੈ, ਮਾਇਆ ਦੀ ਨਿਆਈ, ਛਾਇਆ ਦੀ ਨਿਆਈ ਮਾਇਆ ਦੇ ਨਾਲ ਜੇ ਚਿੱਤ ਲਾ ਲਵੇਗਾ ਤੇ ਇਹ ਤੇ ਸਾਥ ਛੱਡ ਜਾਏਗੀ, ਫਿਰ ਪਛਤਾਵਾ ਹੀ ਪੱਲੇ ਪਏਗਾ ਅੰਤ ਨੂੰ। ਜੋ ਦੀਸਾ ਸੋ ਚਾਲਨਹਾਰ, ਜੋ ਦਿਖਾਈ ਦੇ ਰਿਹਾ ਹੈ ਉਹ ਚੱਲਣਹਾਰ ਹੈ, ਚਲੇ ਜਾਣ ਵਾਲਾ, ਨਾਸ ਹੋਣ ਵਾਲਾ। ਲਪਟ ਰਹਿਓ ਤੈ ਅੰਧ ਅੰਧਾਰ, ਅੰਨਾ ਅੰਧਾਰ ਹਨੇਰੇ ਕਰਕੇ, ਅਗਿਆਨਤਾ ਕਰਕੇ ਅੰਨਾ ਅਗਿਆਨੀ ਜੀਵ ਜੋ ਚੱਲਣਹਾਰ ਹੈ, ਸਭ ਕੁਛ ਜੋ ਦਿਸਣ ਵਾਲਾ ਉਹਦੇ ਨਾਲ ਲਪਟ ਹੋ ਰਿਹਾ, ਲੰਪਟ ਹੋ ਰਿਹਾ, ਚਿੰਬੜ ਰਿਹਾ ਹੈ। ਬਟਾਊ ਸਿਉ ਜੋ ਲਾਵੇ ਨੇ, ਬਟਾਊ ਰਾਹੀ ਨਾਲ ਤੁਰੇ ਜਾਂਦੇ, ਰਾਹੀ ਨਾਲ ਕੋਈ ਨੇਹ ਲਾ ਲਵੇ, ਪ੍ਰੇਮ ਲਾ ਲਵੇ ਤਾਂ ਕੋ ਹੱਥ ਨਾ ਆਵੇ ਕਿ ਉਹ ਤਾਂ ਰਾਹੀ ਆ, ਉਹ ਤਾਂ ਆਪਣੇ ਦੇਸ਼ ਨੂੰ ਜਾ ਰਿਹਾ, ਪਤਾ ਨਹੀਂ ਕਿਸ ਪਾਸੇ ਜਾ ਰਿਹਾ, ਉਹ ਇੱਥੇ ਨੇੜੇ ਰਹਿਣ ਵਾਲਾ ਤਾਂ ਹੈ ਨਹੀਂ। ਜਿਹੜਾ ਮਨੁੱਖ ਰਾਹੀ ਦੇ ਨਾਲ, ਮੁਸਾਫਰ ਨਾਲ ਚਿੱਤ ਜੋੜ ਲੈਂਦਾ, ਉਹਦੇ ਹੱਥ ਕੁਛ ਨਹੀਂ ਆਉਂਦਾ ਹੈ। ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ। ਇਹ ਮਨਾ, ਇਹ ਰਾਹੀਆਂ ਵਰਗੇ ਹਨ ਸਾਰੇ ਜਿਹੜੇ ਸੰਸਾਰ ਦੇ ਜੀਵ ਨੇ, ਇਹਨਾਂ ਨਾਲ ਚਿੱਤ ਜੋੜਿਆ ਤੇਰੇ ਹੱਥ ਕੁਛ ਨਹੀਂ ਆਉਣਾ। ਇਸ ਕਰਕੇ ਇਹ ਮਨਾ ਹਰੀ ਪ੍ਰਮਾਤਮਾ ਦੇ ਨਾਮ ਦੀ ਪ੍ਰੀਤ ਹੀ ਸੁਖ ਦੇਣ ਵਾਲੀ ਸੁਖਦਾਈ ਹੈ। ਕਰ ਕਿਰਪਾ ਨਾਨਕ ਆਪ ਲੈ ਲਾਈ। ਪਰ ਇਹ ਪ੍ਰੀਤ ਉਸ ਨੂੰ ਮਿਲਦੀ ਹੈ ਜਿਸ ਤੇ ਕਿਰਪਾ ਕਰਕੇ ਵਾਹਿਗੁਰੂ ਪ੍ਰਮਾਤਮਾ ਆਪ ਆਪਣੀ ਪ੍ਰੀਤ ਨਾਲ ਲਾ ਲਵੇ। ਜਿਹੜਾ ਜੋੜ ਲਵੇ ਆਪ ਵਾਹਿਗੁਰੂ ਕਿਰਪਾ ਕਰਕੇ, ਉਹਨੂੰ ਇਹ ਸੁਖਦਾਈ ਪ੍ਰੀਤ ਨਸੀਬ ਹੁੰਦੀ ਹੈ। ਇਹ ਬੇਨਤੀ ਕਰਨੀ ਚਾਹੀਦੀ ਹੈ ਵਾਹਿਗੁਰੂ ਆਪ ਲਾ ਲਵੇ। ਮਿਥਿਆ ਤਨ ਧਨ ਕੁਟੰਬ ਸਬਾਇਆ। ਹਜ਼ੂਰ ਫਰਮਾਉਂਦੇ ਨੇ ਮਿਥਿਆ ਨਾਸਵੰਤ ਹੈ ਸਰੀਰ ਔਰ ਧਨ ਪ੍ਰਾਪਤ ਹੋਇਆ, ਤੇ ਇਸਤਰੀ ਪਤਨੀ ਤੋਂ ਵਧਿਆ ਜਿਹੜਾ ਕੁਟੰਬ ਹੈ ਸਾਰਾ ਪਰਿਵਾਰ। ਮਿਥਿਆ ਹਉਮੈ ਮਮਤਾ ਮਾਇਆ। ਜਿਹੜੀ ਮਾਇਆ ਦੀ ਮਮਤਾ ਮੇਰ ਹੈ, ਆਪਣਤ ਹੈ, ਤੇ ਹਉਮੈ ਹੰਗਤਾ ਹੰਕਾਰ ਹੈ, ਇਹ ਵੀ ਮਿਥਿਆ ਨਾਸਵੰਤ ਹੈ। ਮਿਥਿਆ ਰਾਜ ਜੋਬਨ ਧਨ ਮਾਲ। ਰਾਜ ਭਾਗ ਪ੍ਰਾਪਤ ਹੋਣਾ, ਦੁਨਿਆਵੀ ਐਸ਼ਵਰਜ, ਜਵਾਨੀ, ਧਨ ਪਦਾਰਥ, ਮਾਲ, ਘੋੜੇ, ਹਾਥੀ ਆਦਿਕ ਸਭ ਕੁਝ ਮਿਥਿਆ ਨਾਸਵੰਤ ਹੈ। ਮਿਥਿਆ ਕਾਮ ਕ੍ਰੋਧ ਬਿਕਰਾਲ। ਬਿਕਰਾਲ ਡਰਾਉਣੇ ਦੁਖਦਾਈ ਕਾਮ ਤੇ ਕ੍ਰੋਧ, ਇਹ ਵੀ ਸਭ ਮਿਥਿਆ ਹੀ ਹੈ। ਸਾਥ ਛੱਡ ਜਾਂਦੇ, ਸਹਾਇਤਾ ਥੋੜ੍ਹਾ ਕਰਦੇ, ਦੁਖਦਾਈ ਨੇ। ਮਿਥਿਆ ਰਥ ਹਸਤੀ ਅਸੋ ਬਸਤਰਾ। ਰਥਾਂ ਹਾਥੀਆਂ ਤੇ ਘੋੜਿਆਂ ਦੀਆਂ ਸਵਾਰੀਆਂ, ਬਸਤਰ ਸੋਹਣੇ ਪਹਿਰਨੇ, ਸਭ ਮਿਥਿਆ ਨਾਸਵੰਤ ਹੈ। ਮਿਥਿਆ ਰੰਗ ਸੰਗ ਮਾਇਆ ਪੇਖ ਹਸਤਾ। ਜਿਸ ਮਾਇਆ ਦੇ ਸੰਗ ਰਹਿਣਾ ਤੂੰ ਤੇ ਵੇਖ ਵੇਖ ਕੇ ਹੱਸਦਾ ਹੈ, ਇਸ ਮਾਇਆ ਦਾ ਰੰਗ ਵੀ ਮਿਥਿਆ ਨਾਸਵੰਤ ਹੈ। ਜਿਸ ਮਾਇਆ ਦੇ ਰੰਗ ਸੰਗ, ਪ੍ਰੇਮ ਦੇ ਸੰਗ ਸਾਥ ਹੋ ਕੇ ਮਾਇਆ ਦੇ ਰੰਗ ਵਿੱਚ ਤੂੰ ਵੇਖ ਵੇਖ ਹੱਸਦਾ, ਸਭ ਮਿਥਿਆ ਹੈ। ਮਿਥਿਆ ਧਰੋ ਮੋਹ ਬਿਮਾਨ। ਧਰੋ ਛਲ ਕਰਨਾ, ਹੇਰਾ ਫੇਰੀ, ਠੱਗੀ ਕਰਨੀ, ਮੋਹ ਕਰਨਾ ਤੇ ਹੰਕਾਰ ਕਰਨਾ ਹਿਰਦੇ 'ਚ, ਵੀ ਮਿਥਿਆ ਹੀ ਆ। ਕਾਹਦਾ ਹੰਕਾਰ ਹੈ? ਮਿਥਿਆ ਪਸੂ ਪਰ ਕਰਤ ਗੁਮਾਨ। ਜਿਹੜਾ ਆਪਣੇ ਆਪ ਉੱਪਰ ਵੀ ਗੁਮਾਨ ਕਰਨਾ, ਵੀ ਮਿਥਿਆ ਨਾਸਵੰਤ ਹੈ। ਸਰੀਰ ਜਿਹਦੇ ਤੇ ਮਾਣ ਕਰਦਾ ਜੀ। ਅਸਥਿਰ ਭਗਤ ਸਾਧ ਕੀ ਸ਼ਰਨ। ਜਿਹੜਾ ਸਾਧੂ ਸਤਿਗੁਰੂ ਦੀ ਸ਼ਰਨ ਵਿੱਚ ਆ ਕੇ ਵਾਹਿਗੁਰੂ ਦੀ ਭਗਤੀ ਕਰਦਾ, ਉਹ ਸਥਿਰ ਹੋ ਜਾਏਗਾ।
ਨਾਨਕ ਜਪ ਜਪ ਜੀਵੈ ਹਰ ਕੇ ਚਰਨ। ਹਜ਼ੂਰ ਗੁਰੂ ਅਰਜਨ ਦੇਵ ਫਰਮਾਉਂਦੇ ਨੇ, ਕਿਉਂਕਿ ਉਹ ਹਰੀ ਦੇ ਚਰਨਾਂ ਨੂੰ ਜਪ ਜਪ ਕੇ ਅਮਰ ਹੋ ਜਾਂਦਾ, ਆਤਮਿਕ ਜੀਵਨ ਦੀ ਪਦਵੀ ਪ੍ਰਾਪਤ ਕਰ ਲੈਂਦਾ। ਮਿਥਿਆ ਸ਼ਰਵਨ ਪਰ ਨਿੰਦਾ ਸੁਣ ਹੈ, ਉਹ ਕੰਨ ਵੀ ਮਿਥਿਆ ਝੂਠੇ ਨਾਸਵੰਤ ਹਨ, ਜਿਨ੍ਹਾਂ ਕੰਨਾਂ ਰਾਹੀਂ ਪਰਾਈ ਨਿੰਦਿਆ ਸੁਣਦਾ ਜੀ। ਪਰਾਈ ਨਿੰਦਿਆ ਜਿਹੜੇ ਕੰਨ ਸੁਣਦੇ ਨੇ। ਮਿਥਿਆ ਹਸਤ ਪਰ ਦਰਬ ਕੋ ਹਿਰਹਿ, ਉਹ ਹੱਥ ਵੀ ਨਾਸਵੰਤ ਤੇ ਝੂਠੇ ਨੇ, ਨਕੰਮੇ ਨੇ, ਵਿਅਰਥ ਨੇ, ਜਿਹੜੇ ਹੱਥਾਂ ਨਾਲ ਪਰਾਇਆ ਧਨ ਚੋਰੀ ਕੀਤਾ ਜਾਂਦਾ, ਪਰਾਏ ਧਨ ਨੂੰ ਜਿਹੜੇ ਹੱਥ ਚੁਰਾਉਂਦੇ ਨੇ। ਮਿਥਿਆ ਨੇਤਰ ਪੇਖ ਪਰ ਤ੍ਰਿਆ ਰੂਪਾਤ, ਜਿਹੜੇ ਨੇਤਰ ਪਰਾਈਆਂ ਇਸਤਰੀਆਂ ਦੇ ਰੂਪ ਆਦਿਕ ਨੂੰ ਵੇਖਦੇ ਨੇ, ਉਹ ਨੇਤਰ ਵੀ ਨਿਕੰਮੇ ਨੇ। ਮਿਥਿਆ ਨਾਸਵੰਤ ਹਨ, ਝੂਠੇ ਨੇ। ਮਿਥਿਆ ਰਸਨਾ ਭੋਜਨ ਅਨਸਵਾਦ, ਉਹ ਰਸਨਾ ਜੀਭ ਜੋ ਵਾਹਿਗੁਰੂ ਦੇ ਸਿਮਰਨ ਨੂੰ ਛੱਡ ਕੇ ਅਨੇਕਾਂ ਤਰ੍ਹਾਂ ਦੇ ਭੋਜਨਾਂ ਤੇ ਹੋਰਨਾਂ ਸਵਾਦਾਂ 'ਚ ਲੱਗੀ ਹੋਈ ਹੈ। ਮਿਥਿਆ ਚਰਨ ਪਰ ਵਿਕਾਰ ਕੋ ਧਾਵਹਿ, ਉਹ ਚਰਨ ਪੈਰ ਵੀ ਮਿਥਿਆ ਜੋ ਪਰਾਇਆਂ ਸਰੀਰਾਂ ਦੇ ਨਾਲ ਵਿਕਾਰ ਭੋਗਣ ਲਈ ਧਾਉਂਦੇ ਦੌੜਦੇ ਭੱਜਦੇ ਨੇ। ਮਿਥਿਆ ਮਨ ਪਰ ਲੋਭ ਲੁਭਾਵਹਿ, ਮਿਥਿਆ ਝੂਠਾ ਹੈ, ਨਾਸਵੰਤ ਹੈ ਉਹ ਮਨ ਵੀ ਜਿਹੜਾ ਪਰਾਏ ਪਦਾਰਥਾਂ ਦੇ ਲੋਭ ਵਿੱਚ ਲੁਭਾਏ ਮਨ ਹੁੰਦਾ, ਲਲਚਾਉਂਦਾ ਹੈ। ਮਿਥਿਆ ਤਨ ਨਹੀਂ ਪਰ ਉਪਕਾਰਾ, ਉਹ ਤਨ ਵੀ ਮਿਥਿਆ ਨਾਸਵੰਤ ਨਿਕੰਮਾ ਤੇ ਹੋਸ਼ਾ ਵਿਅਰਥ ਹੈ, ਜਿਸ ਤਨ ਰਾਹੀਂ ਪਰ ਉਪਕਾਰ ਨਹੀਂ ਕੀਤਾ ਜਾਂਦਾ। ਮਿਥਿਆ ਬਾਸ ਲੇਤ ਵਿਕਾਰਾ, ਉਹ ਸਰੀਰ ਮਿਥਿਆ ਹੈ ਜਿਹੜਾ ਵਿਕਾਰਾਂ ਦੀ ਬਾਸ਼ਨਾ ਲੈਂਦਾ ਹੈ। ਬਾਸ ਲੇਤ ਵਿਕਾਰਾ, ਨਾਸਾਂ ਆਦਿਕ ਵੀ ਵਿਅਰਥ ਨੇ, ਜੋ ਵਿਕਾਰ ਵਿਅਰਥ ਦੇ ਰਸ ਕਾ ਬਾਸ਼ਨਾਵਾਂ ਨੂੰ ਲੈਂਦੀਆਂ। ਨਾਸਾਂ ਨੱਕ ਸਾਡਾ ਬਿਨ ਬੂਝੇ ਮਿਥਿਆ ਸਭ ਭਏ, ਵਾਹਿਗੁਰੂ ਨੂੰ ਬੁੱਝਣ ਸਮਝਣ ਤੋਂ ਬਗੈਰ ਸਾਰੇ ਲੋਕ ਵੀ ਮਿਥਿਆ ਝੂਠੇ ਹੀ ਨਾਸਵੰਤ ਹੀ ਹੋ ਗਏ। ਸਫਲ ਦੇ ਨਾਨਕ ਹਰ ਹਰ ਨਾਮ ਲੈ, ਸਤਿਗੁਰੂ ਫਰਮਾਉਂਦੇ ਨੇ, ਜੋ ਵਾਹਿਗੁਰੂ ਵਾਹਿਗੁਰੂ ਨਾਮ ਨੂੰ ਉਚਾਰਨ ਕਰਦੇ ਉਹਨਾਂ ਦੀ ਦੇਹ ਸਫਲੀ ਹੈ। ਵਾਹਿਗੁਰੂ ਦਾ ਨਾਮ ਲੈਣ ਦੇ ਨਾਲ ਸਾਡੀ ਸਾਰੀ ਜਿਹੜੀ ਕਾਇਆ ਦੇਹ ਸਫਲੀ ਫਲ ਦੇ ਸਹਿਤ ਹੋ ਜਾਏਗੀ। ਬਿਰਥੀ ਸਾਖਤ ਕੀ ਆਰਜਾ, ਜਿਹੜਾ ਸਾਖਤ ਸ਼ਕਤੀ ਮਾਇਆ ਦਾ ਉਪਾਸ਼ਕ ਹੈ, ਵਾਹਿਗੁਰੂ ਤੋਂ ਬੇਮੁਖ ਵਿਅਕਤੀ ਹੈ, ਉਹਦੀ ਸਾਰੀ ਉਮਰ ਵਿਅਰਥ ਹੈ। ਸਾਚ ਬਿਨਾ ਕਹਿ ਹੋਤ ਸੂਚਿਆ, ਵਾਹਿਗੁਰੂ ਦਾ ਨਾਮ ਹੀ ਸੱਚਾ, ਤੇ ਸੱਚੇ ਨਾਮ ਤੋਂ ਬਗੈਰ ਕਿਵੇਂ ਉਹ ਸੁੱਚਾ ਪਵਿੱਤਰ ਹੋ ਸਕਦਾ ਜੀ। ਬਿਰਥਾ ਨਾਮ ਬਿਨਾ ਤਨ ਅੰਧ, ਜਿਹੜਾ ਤਨ ਸਰੀਰ ਵਾਹਿਗੁਰੂ ਦੇ ਨਾਮ ਤੋਂ ਬਗੈਰ ਹੈ ਅੰਨਾ ਅਗਿਆਨੀ ਬਣ ਰਿਹਾ, ਉਹ ਵੀ ਵਿਅਰਥਾ ਹੀ ਸਰੀਰ ਹੈ ਨਾ। ਮੁਖ ਆਵਤ ਤਾ ਕਿਆ ਦੁਰਗੰਧ, ਉਹਦੇ ਮੂੰਹ ਵਿੱਚੋਂ ਦੁਰਗੰਧ ਹੀ ਆਉਂਦੀ ਹੈ, ਨਿੰਦਿਆ ਚੁਗਲੀ ਆਦਿਕ ਭੈੜੀਆਂ ਗੱਲਾਂ ਹੀ ਕਰਦਾ। ਜਿਸ ਮੁਖ ਤੋਂ ਨਾਮ ਨਹੀਂ ਉਚਾਰਨ ਹੁੰਦਾ, ਉੱਥੋਂ ਗੰਧ ਦੁਰਗੰਧੀ ਆਉਂਦੀ, ਖੋਟੀ ਗੰਧ, ਖੋਟੀ ਬਦਬੂ ਆਉਂਦੀ ਹੈ। ਬਿਨ ਸਿਮਰਨ ਦਿਨ ਰੈਣ ਬਿਰਥਾ ਬਿਹਾਏ, ਵਾਹਿਗੁਰੂ ਦੇ ਸਿਮਰਨ ਤੋਂ ਬਗੈਰ ਇਹ ਜੀਵ ਦਿਨ ਤੇ ਰਾਤ ਵਿਅਰਥ ਗੁਜ਼ਾਰਦਾ ਹੈ। ਮੇਘ ਬਿਨਾ ਜੋ ਖੇਤੀ ਜਾਏ, ਬੱਦਲ ਤੋਂ ਬਗੈਰ ਜਿਵੇਂ ਖੇਤੀ ਵਿਅਰਥ ਚਲੀ ਜਾਂਦੀ, ਫਲ ਨਹੀਂ ਲੱਗਦਾ। ਪਾਣੀ ਨਾ ਮਿਲੇ ਬੀਜੀ ਹੋਈ ਖੇਤੀ ਫਸਲ ਨੂੰ ਤੇ ਉਹ ਸੜ ਸੁੱਕ ਜਾਂਦੀ ਹੈ। ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ, ਵਾਹਿਗੁਰੂ ਅਕਾਲ ਪੁਰਖ ਗੋਬਿੰਦ ਦੇ ਭਜਨ ਤੋਂ ਬਗੈਰ ਸਾਡੇ ਸਾਰੇ ਕੰਮ ਵਿਅਰਥ ਹਨ। ਜਿਉ ਕਿਰਪਨ ਕੇ ਨਰਾਰਥ ਦਾਮ, ਜਿਵੇਂ ਕੰਜੂਸਾਂ ਦੇ ਜਮ੍ਹਾਂ ਕੀਤੇ ਦਮੜੇ ਨਿਰਅਰਥ, ਕਿਸੇ ਪ੍ਰਯੋਜਨ ਨੂੰ ਸਿੱਧ ਨਹੀਂ ਕਰਦੇ, ਮਤਲਬ ਆਪਣੇ ਕੰਮ ਨਹੀਂ ਆਉਂਦੇ, ਹੋਰਨਾਂ ਦੇ ਕੰਮ ਆ ਸਕਦੇ ਜੋ ਵਰਤਣਗੇ। ਜਿਹੜਾ ਕੰਜੂਸ ਵਿਅਕਤੀ ਹੈ, ਉਹਦੇ ਦਮੜੇ ਉਹਦੇ ਵਾਸਤੇ ਵਿਅਰਥ ਨੇ, ਉਹਨੂੰ ਸਿਰਫ ਜੋੜਨ ਦੀ ਲਲਕ ਲੱਗੀ ਹੋਈ ਆ, ਵਰਤਦਾ ਨਹੀਂ। ਧਨ ਧਨ ਤੇ ਜਨ ਜਿਹੇ ਘਟ ਬਸਿਓ ਹਰ ਨਾਮ, ਧਨ ਸੀ ਪੁਰਸ਼ ਪਿੱਛੇ ਧਨ ਹਨ ਹੁਣ, ਉਹ ਜਨ ਪੁਰਖ ਜਿਸ ਦੇ ਘਟ ਹਿਰਦਿਆਂ ਅੰਦਰ ਵਸ ਗਿਆ ਵਾਹਿਗੁਰੂ ਦਾ ਨਾਮ। ਜਿਨ੍ਹਾਂ ਦੇ ਹਿਰਦਿਆਂ ਅੰਦਰ ਵਾਹਿਗੁਰੂ ਦਾ ਨਾਮ ਵਸ ਗਿਆ, ਉਹ ਪਿੱਛੇ ਵੀ ਧਨ ਸੀ, ਹੁਣ ਵੀ ਧਨ, ਅੱਗੇ ਨੂੰ ਵੀ ਧਨ ਹੋਣਗੇ। ਨਾਨਕ ਤਾਕ ਹੈ ਬਲ ਬਲ ਜਾਓ, ਐਸਾ ਜਿਹੜਾ ਪੁਰਸ਼ ਹੈ ਨਾ, ਸਤਿਗੁਰੂ ਅਰਜਨ ਦੇਵ ਫਰਮਾਉਂਦੇ, ਮੈਂ ਉਹਦੇ ਤੋਂ ਬਲਿਹਾਰ ਬਰਿਹਾਰ ਜਾਂਦਾ ਹਾਂ। ਰਹਿਤ ਅਵਰ ਕਸ਼ ਅਵਰ ਕਮਾਵਤ, ਜਿਸ ਮਨੁੱਖ ਦੀ ਰਹਿਣੀ ਹੋਰ ਤਰ੍ਹਾਂ ਦੀ ਹੈ ਤੇ ਕਮਾਉਂਦਾ ਕੁਛ ਹੋਰ ਹੈ। ਸੋ ਇਸ ਪ੍ਰਕਾਰ ਦੁਨੀਆ ਦੇ ਸਾਹਮਣੇ ਰਹਿਣੀ ਵਿਚਰਨਾ ਜਿਹੜਾ ਵਿਖਾਵਾ ਹੋਰ ਤਰ੍ਹਾਂ ਦਾ, ਤੇ ਕਮਾਉਂਦਾ ਅੰਦਰ ਵੜ ਕੇ ਕੁਛ ਹੋਰ ਹੈ। ਮਨ ਨਹੀਂ ਪ੍ਰੀਤ ਮੁੱਖੋਂ ਗੰਢ ਲਾਵਤ, ਮਨ ਅੰਦਰ ਤਾਂ ਪ੍ਰੀਤ ਹੈ ਹੀ ਨਹੀਂ, ਤੇ ਮੁਖ ਤੋਂ ਗੰਢ ਲਾਵਤ, ਪ੍ਰੇਮ ਲਾਉਣ ਦੀਆਂ ਗੱਲਾਂ ਕਰਦਾ। ਮੁਖ ਤੋਂ ਬੋਲ ਬੋਲ ਕੇ ਹੀ
ਗੰਢ ਲਾਉਂਦਾ ਪ੍ਰਮਾਤਮਾ ਨਾਲ, ਵਿਖਾਵੇ ਦੀ ਵੀ ਮੇਰੀ ਪ੍ਰਮਾਤਮਾ ਨਾਲ ਪ੍ਰੀਤ ਹੈ। ਜਾਣਨਹਾਰ ਪ੍ਰਭੂ ਪ੍ਰਬੀਨ, ਪ੍ਰਭੂ ਅਕਾਲ ਪੁਰਖ ਪ੍ਰਬੀਨ ਦਾ ਮਤਲਬ ਬੜਾ ਸਿਆਣਾ ਤੇ ਜਾਣਨਹਾਰ, ਸਭ ਕੁਝ ਜਾਣਨ ਵਾਲਾ, ਬਹੁਤ ਹੀ ਸਮਝਦਾਰ ਹੈ। ਬੀਨ ਨਾ ਵੇਖਣ ਦਾ ਵੀ, ਪਰ ਬੀਨ ਵਿਸ਼ੇਸ਼ ਤੌਰ ਤੇ ਅੰਦਰ ਨੂੰ ਵੇਖਣ ਵਾਲਾ ਤੇ ਜਾਣਨਹਾਰ ਹੈ। ਬਾਹਰ ਭੇਖ ਨਾ ਕਾਹੂ ਭੀਨ, ਕਿਸੇ ਦੇ ਬਾਹਰਲੇ ਭੇਖ ਤੇ ਪ੍ਰਮਾਤਮਾ ਭਿੱਜਦਾ ਨਹੀਂ ਹੈ। ਅਵਰ ਉਪਦੇਸੈ ਆਪ ਨਾ ਕਰੈ, ਜਿਹੜਾ ਹੋਰਨਾਂ ਨੂੰ ਤਾਂ ਉਪਦੇਸ਼ ਚੰਗਾ ਦਿੰਦਾ ਪਰ ਆਪ ਉਸ ਤਰ੍ਹਾਂ ਨਹੀਂ ਕਰਦਾ, ਜਿਵੇਂ ਦਾ ਉਪਦੇਸ਼ ਦੇ ਰਿਹਾ ਆਪ ਉਂਝ ਨਹੀਂ ਕਰਦਾ। ਆਵਤ ਜਾਵਤ ਜਨਮੈ ਮਰੈ, ਆਉਂਦਾ ਜਾਂਦਾ ਜਨਮਦਾ ਤੇ ਮਰਦਾ ਰਹੇਗਾ। ਜਿਸ ਕੇ ਅੰਤਰ ਬਸੈ ਨਿਰੰਕਾਰ, ਜਿਸ ਦੇ ਅੰਦਰ ਹਿਰਦੇ ਦੇ ਨਿਰੰਕਾਰ ਪਰਮੇਸ਼ਰ ਵਸ ਜਾਂਦਾ ਹੈ, ਭਾਵ ਵਾਹਿਗੁਰੂ ਦਾ ਪ੍ਰੇਮ ਵਸ ਜਾਂਦਾ, ਨਾਮ ਵਸ ਜਾਂਦਾ। ਤਿਸ ਕੀ ਸੀਖ ਤਰੈ ਸੰਸਾਰ, ਉਹਦੀ ਥੋੜ੍ਹੀ ਬਹੁਤੀ ਸਿੱਖਿਆ ਦੇਣ ਨਾਲ ਹੀ ਸੰਸਾਰ ਦੇ ਜੀਵ ਤਰ ਜਾਂਦੇ ਨੇ, ਸੰਸਾਰ ਤਰ ਜਾਂਦਾ, ਭਾਵ ਜਗਤ ਤਰ ਜਾਂਦਾ। ਜਿਹੜੇ ਦੁਨੀਆ ਦੇ ਲੋਕ ਉਹਦੀ ਸਿੱਖਿਆ ਨੂੰ ਸੁਣਦੇ ਹਨ, ਧਾਰਨ ਕਰਦੇ ਨੇ, ਉਹਦੀ ਸਿੱਖਿਆ ਦੁਆਰਾ ਸੰਸਾਰ ਤੋਂ ਤਰਿਆ ਜਾਂਦਾ ਹੈ। ਜੋ ਤੁਮ ਭਾਣੇ ਤਿਨ ਪ੍ਰਭ ਜਾਤਾ ਹੈ, ਵਾਹਿਗੁਰੂ ਜੀ ਜਿਹੜੇ ਤੁਹਾਨੂੰ ਭਾਣੇ ਚੰਗੇ ਲੱਗਦੇ ਹਨ, ਪ੍ਰਭੂ ਜੀ ਉਹਨਾਂ ਨੇ ਤੁਹਾਨੂੰ ਜਾਣਿਆ ਹੈ। ਨਾਨਕ ਉਨ ਜਨ ਚਰਨ ਪਰਾਤਾ, ਸਤਿਗੁਰੂ ਅਰਜਨ ਦੇਵ ਕਹਿੰਦੇ ਮੈਂ ਉਹਨਾਂ ਦੇ ਚਰਨੀ ਪੈਂਦਾ ਹਾਂ। ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੈ, ਬੇਨਤੀ ਕਰਦੇ ਹਾਂ, ਪਾਰ ਬ੍ਰਹਮ ਪਰਮਾਤਮਾ ਸਭ ਜਾਣਦਾ ਹੈ। ਆਪਣਾ ਕੀਆ ਆਪਹਿ ਮਾਨੈ, ਆਪਣਾ ਹੀ ਉਹਦਾ ਪੈਦਾ ਕੀਤਾ ਜੀਵ, ਆਪ ਹੀ ਉਹ ਮਾਣ ਬਖਸ਼ਦਾ ਹੈ। ਆਪਹਿ ਆਪ ਆਪ ਕਰਤ ਨਵੇਰਾ, ਆਪਣੇ ਆਪ ਤੋਂ ਆਪ ਰੂਪ ਹੀ ਹੈ, ਉਹਨੂੰ ਕਿਸੇ ਨੇ ਨਹੀਂ ਬਣਾਇਆ। ਆਪ ਹੀ ਸਾਰਾ ਨਵੇੜਾ ਕਰਨ ਵਾਲਾ ਹੈ। ਕਿਸੇ ਦੂਰ ਜਨਾਵਤ ਕਿਸੇ ਬੁਝਾਵਤ ਨੇਰਾ, ਕਿਸੇ ਨੂੰ ਆਪ ਹੀ ਇਸ ਤਰ੍ਹਾਂ ਦੀ ਸਮਝ ਬਖਸ਼ਦਾ ਕਿ ਜੀਵ ਪਰਮਾਤਮਾ ਨੂੰ ਦੂਰ ਜਾਣਦਾ, ਕਿਸੇ ਨੂੰ ਆਪਣਾ ਸਰੂਪ ਦੂਰ ਜਣਾਉਂਦਾ, ਕਿਸੇ ਨੂੰ ਨੇੜੇ ਬੁਝਾ ਦਿੰਦਾ, ਸਮਝ ਐਸੀ ਸੂਝ ਬਖਸ਼ ਦਿੰਦਾ। ਉਪਾਵ ਸਿਆਣਪ ਸਗਲ ਤੇ ਰਹਿਤ, ਉਹ ਉਪਾਵਾਂ ਸਿਆਣਪਾਂ ਸਾਰਿਆਂ ਤੋਂ ਰਹਿਤ ਹੈ। ਸਭ ਕੁਛ ਜਾਣੈ ਆਤਮ ਕੀ ਰਹਿਤ, ਉਹ ਸਾਡੇ ਮਨ ਦੀ ਰਹਿਣੀ ਸਭ ਕੁਛ ਪਰਮਾਤਮਾ ਜਾਣਦਾ ਹੈ। ਜਿਸ ਭਾਵੈ ਤਿਸ ਲਏ ਲੜ ਲਾਏ, ਜਿਸ ਨੂੰ ਉਹ ਆਪਣੇ ਲੜ ਲਾਉਣਾ ਉਹਨੂੰ ਪਸੰਦ ਆਉਂਦਾ। ਜੇ ਉਸ ਨੂੰ ਭਾਉਂਦਾ ਵੀ ਇਸ ਜੀਵ ਨੂੰ ਲੜ ਲਾ ਲਈਏ ਤੇ ਉਹਨੂੰ ਆਪਣੀ ਸ਼ਰਨ ਰੂਪੀ ਲੜ ਨਾਲ, ਨਾਮ ਰੂਪੀ ਲੜ ਪੱਲੇ ਨਾਲ ਜੋੜ ਲੈਂਦਾ। ਥਾਨ ਥਨੰਤਰ ਰਹਿਆ ਸਮਾਏ, ਸਾਰੇ ਅਸਥਾਨਾਂ ਤੇ ਅਸਥਾਨਾਂ ਦੇ ਅੰਦਰ ਜਾਂ ਉਹਨਾਂ ਅਸਥਾਨਾਂ ਤੇ ਵਸਣ ਵਾਲੇ ਜੀਆਂ ਦੇ ਅੰਦਰ ਸਮਾ ਰਿਹਾ ਹੈ ਪ੍ਰਮਾਤਮਾ। ਸੋ ਸੇਵਕ ਜਿਸ ਕਿਰਪਾ ਕਰੀ, ਉਸ ਪ੍ਰਮਾਤਮਾ ਦਾ ਸੇਵਕ ਉਹੀ ਬਣ ਸਕਦਾ ਜਿਸ ਦੇ ਉੱਪਰ ਪ੍ਰਮਾਤਮਾ ਨੇ ਕਿਰਪਾ ਕੀਤੀ ਹੈ। ਨਿਮਖ ਨਿਮਖ ਜਪ ਨਾਨਕ ਹਰੀ, ਇਸ ਕਰਕੇ ਸਾਨੂੰ ਸਿੱਖਿਆ ਦਿੰਦੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਅਸ਼ਟਪਦੀ ਸੰਪੂਰਨ ਕਰ ਰਹੇ ਨੇ ਕਿ ਉਸ ਹਰੀ ਨੂੰ ਭਾਈ ਨਿਮਖ ਨਿਮਖ ਪਲ ਪਲ ਖਿਨ ਖਿਨ ਕਾਲ ਦੀ ਸੰਗਿਆ 'ਚ ਜਪੋ। ਜਿਹੜਾ ਨਿਮਖ ਨਿਮਖ ਜਪਦਾ ਹੈ ਉਹ ਪ੍ਰਮਾਤਮਾ ਦਾ ਸੇਵਕ ਹੈ, ਔਰ ਸੇਵਕ ਤਾਂ ਬਣਿਆ ਉਸ 'ਤੇ ਪ੍ਰਮਾਤਮਾ ਨੇ ਕਿਰਪਾ ਕੀਤੀ ਹੈ। ਉਹ ਸੇਵਕ ਨਿਮਖ ਨਿਮਖ ਹਰੀ ਨੂੰ ਜਪਦਾ। ਸਾਨੂੰ ਵੀ ਸਿੱਖਿਆ ਕਿ ਤੁਸੀਂ ਵੀ ਜਪੋ। ਹੋਈਆਂ ਭੁੱਲਾਂ ਚੁੱਕਾਂ ਸਤਿਗੁਰੂ ਮਹਾਰਾਜ ਤੇ ਗੁਰੂ ਕੀ ਸੰਗਤ ਨੇ ਖਿਮਾ ਕਰਨੀਆਂ, ਅੱਗੇ ਵਾਸਤੇ ਸੁਮਤ ਬਖਸ਼ਿਸ਼ ਕਰਨੀ ਜੀ। ਦੇਵ ਸੱਜਣ ਸੀਸੜੀਆਂ ਜੋ ਹੋਵੇ ਸਾਹਿਬ ਸਮੇਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।